ਹਾਂ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ 'ਚ ਸਾਡੀ ਤੁਹਾਡੀ ਗੱਲਬਾਤ ਚੱਲਣ ਲੱਗੀ ਜੀ ਰੂਬਲ ਸਾਹਿਬ ਦੇ ਨਾਲ। ਦੇਸੀ ਖਾਓ ਰੂਪ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਛੁਪਿਆ ਪਿਆ। ਜੜੀ ਬੂਟੀਆਂ ਤੁਹਾਡੇ ਲਈ ਕਿਵੇਂ ਕਾਰਗਰ ਸਿੱਧ ਹੁੰਦੀਆਂ ਨੇ, ਕਿਵੇਂ ਸਾਡੇ ਦਿਲ ਦੀ ਦਿਮਾਗ ਦੀ ਸਫਾਈ ਕਰ ਦਿੰਦੀਆਂ ਨੇ ਜਾਂ ਸਰੀਰ ਦੇ ਅੰਦਰੋਂ ਸਾਫ਼ ਕਰ ਦਿੰਦੀਆਂ ਨੇ, ਉਹਦੀ ਵੀ ਗੱਲਬਾਤ ਹੋਵੇਗੀ। ਜੜੀ ਬੂਟੀਆਂ ਸਾਡੇ ਲਈ ਕਾਰਗਰ ਕਿਉਂ ਸਿੱਧ ਹੁੰਦੀਆਂ ਨੇ। ਰੂਬਲ ਸਾਹਿਬ ਦਾ ਨੰਬਰ ਪਹਿਲਾਂ ਦੱਸਦੇ ਨੇ 905 874 3333 ਤੇ ਕੁੰਡੇ ਤੇ ਖੁੰਡੇ ਦੀ ਗੱਲਬਾਤ ਕੀਤੀ। ਇਹਦੀ ਵੀ ਗੱਲਬਾਤ ਕਰਾਂ ਕਿ ਖੁੰਡੇ ਦਾ ਦੇ ਨਾਲ ਕੁੱਟਿਆ ਹੋਇਆ ਖਾਣਾ ਦਾਣਾ ਕਿਉਂ ਸਵਾਦ ਲੱਗਦਾ ਸੀ, ਕਿਉਂ ਚਟਨੀਆਂ ਸਵਾਦ ਲੱਗਦੀਆਂ ਸੀ, ਤੇ ਬਾਬੇ ਦਾ ਜਾਣੀ ਕਿ ਜਿਹੜਾ ਖੁੰਡਾ ਜਿਹੜਾ ਹੁੰਦਾ ਸੀ ਤੇ ਉਹਦਾ ਡਰ ਕਿਉਂ ਹੁੰਦਾ ਸੀ, ਉਹਦੀਆਂ ਵੀ ਥੋੜ੍ਹੀਆਂ ਗੱਲਾਂ ਬਾਤਾਂ ਆਉਣਗੀਆਂ। ਕਿਉਂਕਿ ਸੱਭਿਆਚਾਰਕ ਦੇ ਤੌਰ ਤੇ ਜਾਂ ਫਿਰ ਕਹਿ ਲਓ ਪਰਿਵਾਰਕ ਦੇ ਤੌਰ ਤੇ ਅਸੀਂ ਇਹ ਗੱਲਬਾਤ ਕਰਦੇ ਹਾਂ। ਪਰਿਵਾਰਾਂ ਵਿੱਚੋਂ ਹੀ ਸਾਡੇ ਰਿਸ਼ਤੇ ਗਾਂਹ ਦੀ ਗਾਂਹ ਹੋਰ ਵੱਧਦੇ ਨੇ ਤੇ ਪਰਿਵਾਰਾਂ ਵਿੱਚੋਂ ਹੀ ਅਸੀਂ ਗਾਂਹ ਦੀ ਗਾਂਹ ਇੱਕ ਦੂਜੇ ਨੂੰ ਦੱਸ ਪੁੱਛ ਪਾਉਂਦੇ ਹਾਂ ਕਿ ਫਲਾਣੇ ਬੰਦੇ ਤੋਂ ਜਾ ਦੁਆ ਦਾਰੂ ਕਰਾ ਤੇ ਇਸ ਟੀਕੇ ਦੀ ਦਵਾਈ ਦਿੰਦਾ ਜਿਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ। ਉਹ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਤੇ ਸਾਨੂੰ ਪੁਰਾਣਾ ਵੇਲਾ ਯਾਦ ਆ ਜਾਂਦਾ। ਕੁੰਡੇ ਦੇ ਖੁੰਡੇ ਦੀ ਜਦੋਂ ਅਸੀਂ ਗੱਲਬਾਤ ਕਰਦੇ, ਇਹਦੀ ਗੱਲਬਾਤ ਰੂਬਲ ਸਾਹਿਬ ਨਾਲ ਕਰਾਂਗੇ ਕਿਉਂਕਿ ਬਹੁਤੀਆਂ ਦਵਾਈਆਂ ਇਹਨਾਂ ਵੱਲੋਂ ਵੀ ਰਗੜ ਕੇ ਘੋਟ ਕੇ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਘੋਟ ਕੇ ਜਿਸ ਕਹਿੰਦੇ ਕਿ ਦਿਮਾਗ ਦੇ ਵਿੱਚ ਇਹ ਚੀਜ਼ ਪਾ ਦੇਣੀ ਵੀ ਪੜ੍ਹ ਲਾ ਚੰਗੀ ਤਰ੍ਹਾਂ, ਤੇਰੀ ਸਾਰੀ ਉਮਰ ਵਾਸਤੇ ਤੇਰੇ ਕੰਮ ਆਊਗਾ। ਉਸੇ ਤਰੀਕੇ ਦੀਆਂ ਦਵਾ ਦਾਰੂ ਜੜੀ ਬੂਟੀਆਂ ਨੂੰ ਘੋਟ ਕੇ ਤੁਹਾਡੀ ਲਈ ਬਣਾਉਂਦੇ ਨੇ ਤਾਂ ਜੋ ਤੁਹਾਡੀ ਬਿਮਾਰੀ ਨੂੰ ਜੜ ਤੋਂ ਚੰਗੀ ਤਰ੍ਹਾਂ ਖਤਮ ਕਰਕੇ ਇਹ ਜਿਹੜੀਆਂ ਜੜੀ ਬੂਟੀਆਂ ਨੇ ਉਹ ਤੁਹਾਡੇ ਸਰੀਰ ਦੇ ਵਿੱਚ ਇਸ ਤਰੀਕੇ ਨਾਲ ਬਹਿ ਜਾਣ ਕਿ ਸਰੀਰ ਦੇ ਲਾਗੇ ਕੋਈ ਉੱਦਾਂ ਦੀ ਬਿਮਾਰੀ ਨਾ ਆਵੇ। ਤੇ ਰੂਬਲ ਸਾਹਿਬ ਨਾਲ ਲੱਗਦੀ ਆਪਾਂ ਤੁਹਾਡੇ ਨਾਲ ਇਹ ਵੀ ਗੱਲਬਾਤ ਕਰਾਂਗੇ ਤੇ ਦੂਜੀ ਜਿਹੜੀ ਮਨ ਦੀ ਗੱਲਬਾਤ ਕਰਾਂਗੇ। ਬਹੁਤ ਸਾਰੇ ਲੋਕਾਂ ਦੇ ਜਿਹੜੇ ਮਨ ਅੰਦਰੋਂ ਸਾਫ਼ ਨਹੀਂ ਹੁੰਦੇ, ਦੂਜੇ ਦੀਆਂ ਜ਼ਿੰਮੇਵਾਰੀਆਂ, ਦੂਜੇ ਦੀਆਂ ਗਲਤੀਆਂ ਜਾਂ ਦੂਜੇ ਦੀਆਂ ਗੱਲਾਂ ਬਾਤਾਂ ਨੂੰ ਸਿਰ ਦੇ ਉੱਤੇ ਸਾਰੀ ਉਮਰ ਬੋਝ ਚੁੱਕੀ ਫਿਰਦੇ ਨੇ, ਉਹਦੀ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਅਸੀਂ ਵੈਲਕਮ ਕਰਦੇ ਹਾਂ। ਆਸ ਉਮੀਦ ਕਰਦੇ ਕਿ ਦਿਨ ਤੁਹਾਡਾ ਵਧੀਆ ਹੋਵੇਗਾ ਤੇ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਹੁਣ ਵੀ ਜੇ ਕਿਸੇ ਦੇ ਕੋਈ ਕੁਐਸਚਨ ਹੈ ਤਾਂ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਟੈਕਸਟ ਮੈਸੇਜ ਕਰ ਸਕਦੇ ਹੋ। ਨੰਬਰ ਹੈ 647 281 48 57 647 281 48 57 ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਤੁਹਾਡੇ ਕੁਐਸਚਨਸ ਜਿਹੜੇ ਆ ਉਹ ਆਨਸਰ ਕੀਤੇ ਜਾਣ। ਸਾਡੀ ਕਲੀਨਿਕ ਦਾ ਨੰਬਰ ਹੈ 905 874 3333 9058743333 ਔਰ ਜਿਹੜੀ ਸਾਡੀ ਕਲੀਨਿਕ ਦੀ ਟਾਈਮਿੰਗ ਹੈ ਇਹ 9 ਵਜੇ ਤੋਂ ਲੈ ਕੇ 5 ਵਜੇ ਤੱਕ ਟੋਰਾਂਟੋ ਸਮੇਂ ਦੇ ਅਨੁਸਾਰ ਅਸੀਂ ਖੋਲ੍ਹਦੇ ਹਾਂ। ਜੇ ਤੁਹਾਡਾ ਕੋਈ ਵੀ ਕੁਐਸਚਨ ਇਸ ਤਰੀਕੇ ਦਾ ਹੈਗਾ ਜਾਂ ਤੁਸੀਂ ਪੁੱਛ ਨਹੀਂ ਸਕਦੇ ਇਸ ਟਾਈਮ ਤਾਂ ਤੁਸੀਂ ਸਾਨੂੰ ਪ੍ਰੋਗਰਾਮ ਤੋਂ ਬਾਅਦ ਟੋਰਾਂਟੋ ਸਮੇਂ ਦੇ ਅਨੁਸਾਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਾਨੂੰ ਕਾਲ ਕਰ ਸਕਦੇ ਹੋ ਔਰ ਤੁਸੀਂ ਆਪਣਾ ਕੁਐਸਚਨ ਜਿਹੜਾ ਹੈਗਾ ਸਾਨੂੰ ਪੁੱਟ ਕਰ ਸਕਦੇ ਹੋ। ਗੁਰਪਾਲ ਜੀ ਜਿਵੇਂ ਤੁਸੀਂ ਸ਼ੋਅ ਦਾ ਆਗਾਜ਼ ਕੀਤਾ ਕਿ ਕੁੰਡੇ ਦੇ ਵਿੱਚ ਜਿਹੜੀ ਆ ਉਹ ਪਹਿਲਾਂ ਚਟਨੀਆਂ ਜਾਂ ਖਾਣੇ ਪਾਣੇ ਜਿਹੜੇ ਆ ਜਾਂ ਮਸਾਲੇ ਜਿਹੜੇ ਆ ਉਹ ਕੁੱਟੇ ਜਾਂਦੇ ਸੀ। ਤੋ ਦੇਖੋ ਜਾਂ ਚੱਕੀ ਤੁਸੀਂ ਲਾ ਲਓ, ਚੱਕੀ ਦੇ ਨਾਲ ਸਵੇਰੇ ਉੱਠ ਕੇ ਜਨਾਨੀਆਂ ਪੀਂਦੀਆਂ ਹੁੰਦੀਆਂ ਸੀ, ਪੀਣ ਤੋਂ ਬਾਅਦ ਆਟਾ ਬਣਾਉਂਦੀ ਸੀ, ਦਲਦੀਆਂ ਸੀ, ਉਹੀ ਖਾਧਾ ਪੀਤਾ ਜਾਂਦਾ ਏ। ਉਸ ਵੇਲੇ ਜਿਹੜੀ ਮਿਹਨਤ ਲੱਗਦੀ ਸੀ, ਖਾਣਾ ਦਾਣਾ ਬਣਾਇਆ ਜਾਂਦਾ ਏ, ਬੜੀ ਵਧੀਆ ਚੀਜ਼ ਬਣਦੀ। ਕੋਈ ਨਹੀਂ ਕੋਟੀ ਨੂੰ ਤੁਸੀਂ ਸਭ ਤੋਂ ਵਧੀਆ ਉਹ ਦਿਨ ਹੁੰਦੇ ਸੀਗੇ ਐਕਚੁਅਲੀ ਜਦੋਂ ਇਸ ਤਰੀਕੇ ਦੇ ਨਾਲ ਹੁੰਦਾ ਸੀ ਕਿਉਂਕਿ ਈਵਨ ਆਯੁਰਵੈਦ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜਦੋਂ ਆਟਾ ਵੀ ਪੀਸਿਆ ਜਾਂਦਾ ਹੈਗਾ ਹੈ ਅਤੇ ਉਹ ਪੀਸਣ ਤੋਂ ਅਬਾਊਟ 17 ਘੰਟੇ ਦੇ ਵਿੱਚ ਜਿਹੜਾ ਤੁਸੀਂ ਉਹਨੂੰ ਖਾਣਾ ਹੁੰਦਾ, ਉਹਨੂੰ ਕੰਜ਼ਿਊਮ ਕਰਨਾ ਹੁੰਦਾ। ਹੁਣ ਤੁਸੀਂ ਦੇਖੋ ਕਿ ਉਹ ਹੁਣ ਅਸੀਂ ਆਟਾ ਜਿੱਥੋਂ ਲੈ ਕੇ ਆ ਰਹੇ ਹਾਂ ਪਤਾ ਨਹੀਂ ਕਦੋਂ ਦਾ ਪੀਸਿਆ, ਕਦੋਂ ਦਾ ਜਿਹੜਾ ਉਹਨੂੰ ਸਟੋਰ ਕੀਤਾ ਗਿਆ, ਕਿਹੜੇ ਵੇਲੇ ਉਹ ਸਟੋਰ 'ਤੇ ਆਇਆ, ਕਿਹੜੇ ਵੇਲੇ ਤੁਸੀਂ ਘਰ ਲੈ ਕੇ ਆਉਂਦਾ, ਫਿਰ ਤੁਸੀਂ ਉਹਨੂੰ ਘਰ ਵੀ ਲਿਆ ਕੇ ਅਸੀਂ ਕਈ ਵਾਰੀ ਸੇਲ 'ਤੇ ਲੱਗੇ ਹੁੰਦੇ ਸੀ 4-4 ਬੈਗ ਵੀ ਚੁੱਕ ਲਈਦੇ, ਉਹ ਵੀ ਘਰੇ ਦੇ ਗਰਾਜ ਦੇ ਵਿੱਚ ਜਿਹੜੇ ਉਹ ਪਏ ਹੁੰਦੇ ਆ। ਸੋ ਥੋੜੀ ਆਪਣੇ
ਸੁਣਨ ਵਾਲਿਆਂ ਨੂੰ ਬੇਨਤੀ ਕਰਦਾ, ਪਲੀਜ਼ ਤੁਸੀਂ ਕਾਲ ਕਰ ਰਹੇ ਹੋ ਹੁਣ ਇਹਦੇ ਉੱਤੇ ਸਟੂਡੀਓ ਵਿੱਚ, ਪਲੀਜ਼ ਤੁਸੀਂ ਮੈਨੂੰ ਸੈੱਲ ਨੰਬਰ ਦੇ ਉੱਤੇ ਆਪਣਾ ਕੁਐਸਚਨ ਭੇਜ ਦਿਓ। ਅਸੀਂ 1 ਬਾਏ 1 ਸਾਰੇ ਕੁਐਸਚਨ ਭੇਜਾਂਗੇ ਉਸ ਵੇਲੇ। ਇਸ ਕਰਕੇ ਮੈਂ ਕਾਫੀ ਦੇਰ ਪਹਿਲਾਂ ਦੀ ਰਿਕੁਐਸਟ ਕਰ ਰਿਹਾ ਸੀ ਵੀ ਤੁਸੀਂ ਕੁਐਸਚਨ ਸਾਨੂੰ ਹੁਣ ਆਪਣਾ ਲਿਖਵਾ ਸਕਦੇ ਹੋ। ਲਾਸਟ ਨੰਬਰ ਹੈਗਾ ਜੀ 2143 ਨੰਬਰ ਆ। ਤੁਸੀਂ ਕੋਸ਼ਿਸ਼ ਕਰੋ ਤੁਸੀਂ ਮੇਰੇ ਸੈੱਲ ਨੰਬਰ ਦੇ ਉੱਤੇ ਆਪਣਾ ਕੁਐਸਚਨ ਭੇਜ ਦਿਓ। ਐਪਰੀਸ਼ੀਏਟ ਤੁਹਾਡਾ ਕਰਾਂਗੇ ਜੀ। ਰੂਬਲ ਸਾਹਿਬ ਕੰਟੀਨਿਊ ਜੀ ਮੈਸੇਜ ਕੀਤਾ ਜਾ ਸਕਦਾ, ਟੈਕਸਟ ਮੈਸੇਜ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ 647 281 48 57 647 281 48 57 ਦੇ ਉੱਤੇ ਟੈਕਸਟ ਮੈਸੇਜ ਜਿਹੜਾ ਉਹ ਪਲੀਜ਼ ਕਰੋ ਆਪਣਾ। ਔਰ ਜਿਵੇਂ ਗੱਲ ਚੱਲ ਰਹੀ ਸੀਗੀ ਕਿ ਹੁਣ ਉਹਦੇ ਵਿੱਚ ਜਿੰਨੇ ਵੀ ਮਿਨਰਲਸ ਹੈ, ਚੱਕੀ ਦੇ ਜਿਹੜੇ ਪੁੜੇ ਆ ਭਾਵੇਂ ਉਹ, ਤੇ ਚਾਹੇ ਉਹ ਕੁੰਡੀ ਡੰਡਾ ਹੈ, ਸੋ ਉਹਦੇ ਜਿਹੜੇ ਨੈਚੁਰਲ ਮਿਨਰਲਸ ਹੈ ਉਹ ਫੂਡ ਦੇ ਅੰਦਰ ਜਿਹੜੇ ਉਹ ਜਾਂਦੇ ਸੀਗੇ, ਅਤੇ ਉਹਦੇ ਨਾਲ ਜਿੰਨੇ ਵੀ ਬੋਡੀ ਵੈਸੇ ਹੀ ਜਿਹੜੀ ਉਹ ਵਧੀਆ ਰਹਿੰਦੀ ਸੀਗੀ, ਤਾਕਤਵਰ ਜਿਹੜੀ ਉਹ ਰਹਿੰਦੀ ਸੀ। ਸੋ ਹੁਣ ਅਸੀਂ ਦੇਖੋ ਕਿ ਸਾਰੇ ਕਨਵੀਨੀਅੰਸ ਦੇ ਵਾਸਤੇ ਮਸਾਲੇ ਵੀ ਇਹ ਪੀਸੇ ਪਸਾਏ ਜਿਹੜੇ ਉਹ ਲੈ ਕੇ ਆਉਂਦੇ ਆ। ਤੁਸੀਂ ਦੇਖੋ ਕਿ ਇੱਕ ਮੈਂ ਕਈ ਵਾਰੀ ਨੋਟ ਕਰਦਾ ਹੁੰਦਾ ਕਿ ਵੀ ਅਸੀਂ ਆਮ ਕਰਕੇ ਉਹ $1-2 ਦਾ ਜਿਹੜਾ ਮਸਾਲੇ ਦੀ ਡੱਬੀ ਜਿਹੜੀ ਆ ਉਹ ਅਸੀਂ ਲੈ ਕੇ ਆਉਂਦੇ। ਤੁਸੀਂ ਦੇਖੋ ਕਿ ਕਿੰਨੀ ਦੂਰੋਂ ਇੰਡੀਆ ਤੋਂ ਮਸਾਲੇ ਵੀ ਆ ਰਹੇ ਆ। ਰੂਬਲ ਸਾਹਿਬ ਕੰਟੀਨਿਊ ਰੱਖਿਓ, ਮੈਂ ਦੂਜੀ ਵਾਰੀ ਕਾਲ ਲੈ ਲਾਂ ਜੀ। ਔਰ ਕਿੰਨੇ ਦੂਰੋਂ ਇਹ ਮਸਾਲੇ ਜਿਹੜੇ ਉਹ ਆਉਂਦੇ ਆ, ਕਦੋਂ ਉਹਨਾਂ ਨੇ ਪੀਸੇ ਸੀਗੇ, ਕਦੋਂ ਫਿਰ ਉਹਨਾਂ ਨੇ ਉਹਨਾਂ ਨੂੰ ਪੈਕ ਕੀਤਾ, ਕਦੋਂ ਫਿਰ ਉੱਥੋਂ ਸਟੋਰ ਹੋ ਕੇ ਫਿਰ ਇੱਥੇ ਪਲੇਨ ਦੇ ਰਸਤੇ ਜਾਂ ਸ਼ਿਪ ਦੇ ਰਸਤੇ ਉਹ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜੇ ਉਹ ਆਉਂਦੇ ਆ, ਅਤੇ ਫਿਰ ਮੁੜ ਕੇ ਫਿਰ ਇੱਥੇ ਵੀ ਵੇਅਰ ਹਾਊਸ ਦੇ ਵਿੱਚ ਰਹਿੰਦੇ ਆ। ਵੇਅਰ ਹਾਊਸ ਤੋਂ ਬਾਅਦ ਫਿਰ ਇੱਥੇ ਗਰੋਸਰੀ ਸਟੋਰਾਂ 'ਤੇ ਜਾਂਦੇ ਆ, ਉੱਥੋਂ ਫਿਰ ਅਸੀਂ ਘਰੇ ਲੈ ਕੇ ਆਉਂਦੇ ਆ, ਫਿਰ ਘਰੇ ਫਿਰ ਪਏ ਰਹਿੰਦੇ ਆ। ਤੁਸੀਂ ਦੇਖੋ ਕਿ ਕਿੰਨਾ ਲੰਬਾ ਸਮਾਂ ਉਹ ਮਸਾਲੇ ਜਿਹੜੇ ਆ ਉਹ ਪਏ ਰਹਿੰਦੇ ਹੈਗੇ ਆ। ਹੁਣ ਉਹ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਨੂੰ, ਇਕੱਲੇ ਮਸਾਲਿਆਂ ਨੂੰ ਨਹੀਂ, ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਉਹਨੂੰ ਰਗੜ ਦਿੰਦੇ ਹੈਗੇ ਆ, ਭਾਵੇਂ ਉਹ ਕਣਕ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਆਟਾ ਹੈ, ਅਤੇ ਉਹਦੇ ਵਿੱਚ ਜਿਹੜੇ ਉਹਦੇ ਆਪਣੇ ਡਾਈਜੈਸਟਿਵ ਐਂਜ਼ਾਈਮਸ ਹੁੰਦੇ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਰਾਈਟ ਅਵੇ। ਜਿੱਦਾਂ ਹੀ ਤੁਸੀਂ ਉਹਨੂੰ ਜਿੱਦਾਂ ਉਹਦੇ, ਕਿਉਂਕਿ ਰਿਮੈਂਬਰ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਘੋਟਣਾ ਆ ਅਤੇ ਉਹਦੇ ਵਿੱਚ ਫ੍ਰਿਕਸ਼ਨ ਪੈਦਾ ਹੁੰਦੀ ਆ। ਫ੍ਰਿਕਸ਼ਨ ਪੈਦਾ ਜਦੋਂ ਹੁੰਦੀ ਹੈਗੀ ਆ ਅਤੇ ਉਹਦੇ ਨਾਲ ਉਹ ਗਰਮੀ ਪੈਦਾ ਹੋਏਗੀ, ਅਤੇ ਗਰਮੀ ਦੇ ਨਾਲ ਜਿਹੜੇ ਆ ਉਹਦੇ ਖੁਦ ਦੇ ਡਾਈਜੈਸਟਿਵ ਐਂਜ਼ਾਈਮਸ ਜਿਹੜੇ ਆ ਉਹਨਾਂ ਦੇ ਖਤਮ ਹੋਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਆ। ਅਤੇ ਉਹ ਜਦੋਂ ਉਹ ਇਸੇ ਕਰਕੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਕੰਜ਼ਿਊਮ ਕਰ ਲੈਣਾ ਚਾਹੀਦਾ। ਇਸੇ ਕਰਕੇ ਜਿਹੜਾ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਜਿੱਦਾਂ ਹੀ ਉਹਨੂੰ ਘੋਟਿਆ ਮਸਾਲਿਆਂ ਨੂੰ, ਅਤੇ ਨਾਲ ਹੀ ਸਬਜ਼ੀ ਦੇ ਵਿੱਚ ਜਿਹੜਾ ਉਹ ਪਾ ਤਾ। ਪਰ ਹੁਣ ਦੇ ਜ਼ਮਾਨੇ ਦੇ ਵਿੱਚ ਸਾਰਾ ਕੁਛ ਹੀ ਕਨਵੀਨੀਅੰਟ ਹੁਣ ਅਸੀਂ ਲੱਭਦੇ ਹਾਂ ਕਿ ਹਰ ਇੱਕ ਚੀਜ਼ ਸਾਡੇ ਲਈ ਕਨਵੀਨੀਅੰਟ ਹੋਵੇ, ਅਤੇ ਉਹਦੇ ਵਾਸਤੇ ਫਿਰ ਅਸੀਂ ਬਣੇ ਬਣਾਏ ਆਟੇ ਅਸੀਂ ਲਿਆ ਰਹੇ ਹਾਂ, ਬਣੇ ਬਣਾਈਆਂ ਅਸੀਂ ਮਸਾਲੇ ਲਿਆ ਰਹੇ ਹਾਂ ਘਰਾਂ ਦੇ ਵਿੱਚ। ਹੁਣ ਮਸਾਲਿਆਂ ਨੂੰ ਪ੍ਰੀਜ਼ਰਵ ਕਰਨ ਦੇ ਵਾਸਤੇ ਕੋਈ ਨਹੀਂ ਪੜ੍ਹਦਾ ਕਿ ਉਹਦੇ ਪਿੱਛੇ ਕੀ ਲਿਖਿਆ, ਉਹਦੇ ਇੰਗਰੀਡੀਐਂਟ ਕੀ ਲਿਖੇ ਆ। ਇੱਕ ਵਾਰੀ ਪੜ੍ਹ ਕੇ ਦੇਖੋ ਅਤੇ ਉਹ ਤੁਹਾਨੂੰ ਕਈ ਵਾਰੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਅਸੀਂ ਖੁਦ ਪ੍ਰੋਨਾਊਂਸ ਹੀ ਨਹੀਂ ਕਰ ਸਕਦੇ। ਉਹ ਇੱਦਾਂ ਦੇ ਨਾਮ ਜਿਹੜੇ ਆ ਉਹ ਵਿੱਚ ਉਹਦੇ ਪਿੱਛੇ ਲਿਖੇ ਹੁੰਦੇ ਆ, ਕਿਉਂਕਿ ਜਿਹੜੇ ਨੈਚੁਰਲ ਜੇ ਤੁਸੀਂ ਘਰੇ ਫੋਰ ਐਗਜ਼ਾਮਪਲ ਕਾਲੀ ਮਿਰਚ ਨੂੰ ਪੀਸਦੇ ਹੋ ਕੂੰਡੀ ਡੰਡੇ ਦੇ ਵਿੱਚ, ਅਤੇ ਉਹ ਤਾਂ ਸਿਰਫ ਇਕੱਲੀ ਕਾਲੀ ਮਿਰਚ ਹੀ ਆ। ਪਰ ਜਦੋਂ ਤੁਸੀਂ ਉਹਨੂੰ ਮਸਾਲਿਆਂ ਦੇ ਰੂਪ ਦੇ ਵਿੱਚ ਜਿਹੜਾ ਆ ਕਿਸੇ ਹੋਰ ਚੀਜ਼ਾਂ ਦੇ ਨਾਲ ਮਿਕਸ ਕੀਤੀ ਚੀਜ਼ ਹੈਗੀ, ਗਰਮ ਮਸਾਲੇ ਆ, ਅਤੇ ਉਹਨਾਂ ਦੇ ਵਿੱਚ ਉਹ ਇਕੱਲਾ ਗਰਮ ਮਸਾਲਾ ਨਹੀਂ ਹੁੰਦਾ, ਉਹਨਾਂ ਦੇ ਵਿੱਚ ਉਹਨਾਂ ਨੂੰ ਮੈਨੂਫੈਕਚਰਸ ਨੂੰ ਸ਼ੈਲਫ ਲਾਈਫ ਵਧਾਉਣ ਦੇ ਵਾਸਤੇ ਐਡੀਟਿਵ ਅਤੇ ਪ੍ਰੀਜ਼ਰਵੇਟਿਵਸ ਜਿਹੜੇ ਉਹ ਪਾਉਣੇ ਪੈਂਦੇ ਆ। ਹੁਣ ਉਹ ਐਡੀਟਿਵ ਅਤੇ ਪ੍ਰੀਜ਼ਰਵੇਟਿਵਸ ਜਿਹੜੇ ਆ ਉਹ ਕਈਆਂ ਨੂੰ ਠੀਕ ਬਹਿੰਦੇ ਆ, ਕਈਆਂ ਨੂੰ ਨਹੀਂ ਬਹਿੰਦੇ, ਜਿਹਦੇ ਕਰਕੇ ਫਿਰ ਅੱਗੇ ਸਾਨੂੰ ਬਿਮਾਰੀਆਂ ਜਿਹੜੀਆਂ ਲੱਗਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ। ਸਿਮਿਲਰਲੀ ਆਟਾ ਵੀ ਜਿਹੜਾ ਉਹ ਇਸੇ ਕੈਟਾਗਰੀ ਦੇ ਵਿੱਚ ਹੀ ਆਉਂਦਾ ਹੈਗਾ। ਐਂਡ ਇਹ ਚੀਜ਼ਾਂ ਜਿਹੜੀਆਂ ਆ ਕੋਸ਼ਿਸ਼ ਕਰੋ ਕਿ ਜੇ ਤੁਸੀਂ ਮਸਾਲੇ ਖਾਂਦੇ ਹੋ, ਪਹਿਲੀ ਗੱਲ ਤਾਂ ਅਸੀਂ ਇਹੀ ਕਈ ਸ਼ੋਜ਼ ਦੇ ਵਿੱਚ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਗਰਮ ਮਸਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਰੈਗੂਲਰ ਬੇਸ ਦੇ ਉੱਤੇ ਨਹੀਂ ਖਾਣਾ ਚਾਹੀਦਾ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਹਰ ਇੱਕ ਚੀਜ਼ ਆਲ ਦਾ ਟਾਈਮ ਜਿਹੜੀ ਅਸੀਂ ਖਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਜਿਹਦੇ ਕਰਕੇ ਜਾਣੇ ਅਣਜਾਣੇ ਦੇ ਵਿੱਚ ਕਿਉਂਕਿ ਸਾਨੂੰ ਜੇ ਆਪਣੀ ਬੋਡੀ ਦੀ ਕੰਪੋਜੀਸ਼ਨ ਦਾ ਹੀ ਨਹੀਂ ਪਤਾ ਕਿ ਉਹ ਕਿੱਦਾਂ ਦੀ ਹੈ ਸਾਡੀ, ਅਤੇ ਉਹਦੇ ਤੋਂ ਅਸੀਂ ਵਿਪਰੀਤ ਹੋ ਕੇ ਉਲਟ ਹੋ ਕੇ ਜਦੋਂ ਅਸੀਂ ਮਸਾਲੇ ਖਾ ਰਹੇ ਹੈਗੇ ਆ, ਗਰਮ ਮਸਾਲੇ ਖਾ ਰਹੇ ਆ, ਜਾਂ ਚੀਜ਼ਾਂ ਖਾ ਰਹੇ ਜਿਹੜੀਆਂ ਕਿ ਸਾਡੀ ਬੋਡੀ ਦੇ ਅਨੁਕੂਲ ਨਹੀਂ ਹੈ, ਅਤੇ ਉਹਦੇ ਨਾਲ ਬਿਮਾਰੀਆਂ ਵਧਣ ਦੇ ਚਾਂਸਿਸ ਜਿਹੜੇ ਆ ਉਹ ਹੋਰ ਵੱਧ ਜਾਂਦੇ ਆ, ਬਿਮਾਰੀਆਂ ਲੱਗਣ ਦੇ ਚਾਂਸ ਜਿਹੜੇ ਉਹ ਹੋਰ ਵੱਧ ਜਾਂਦੇ ਆ। ਸੋ ਪਹਿਲੀ ਗੱਲ ਤਾਂ ਗਰਮ ਮਸਾਲੇ ਜਿਹੜੇ ਆ ਉਹ ਐਵਰੀ ਡੇ ਰੈਗੂਲਰ ਬੇਸ ਦੇ ਉੱਤੇ ਨਾ ਯੂਜ਼ ਕਰੋ। ਉਹਦੇ ਨਾਲ ਤੁਹਾਡਾ ਜਿਹੜਾ ਆ ਪਿੱਤ ਦੋਸ਼ ਖਰਾਬ ਹੁੰਦਾ ਆ। ਜਦੋਂ ਪਿੱਤ ਦੋਸ਼ ਖਰਾਬ ਹੋਏਗਾ ਅਤੇ ਉਹਦੇ ਨਾਲ ਹਾਈਪਰ ਐਸੀਡਿਟੀ ਹੁੰਦੀ ਹੈ, ਸਾਡਾ pH ਲੈਵਲ ਖਰਾਬ ਹੁੰਦਾ ਹੈ, ਅਤੇ
ਤੇ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਲੱਗਣ ਦੇ ਚਾਂਸਿਸ ਵੱਧ ਜਾਂਦੇ ਆ। ਸਾਡੇ ਮੋਸਟਲੀ ਐਸਿਡ ਦੀ ਪ੍ਰੋਬਲਮ, ਤੁਸੀਂ ਦੇਖੋ ਕਿੰਨੇ ਲੋਕ ਹੈ ਜਿਹੜੇ ਸਵੇਰੇ ਉੱਠਦਿਆਂ ਸਾਰ ਹੀ ਐਸਿਡ ਦੀ ਗੋਲੀ ਜਿਹੜੀ ਉਹ ਪਹਿਲਾਂ ਖਾਂਦੇ ਆ ਖਾਲੀ ਪੇਟ, ਤੇ ਬਾਅਦ ਦੇ ਵਿੱਚ ਫਿਰ ਰੋਟੀ ਪਾਣੀ ਜਿਹੜਾ ਬਾਅਦ 'ਚੋਂ ਖਾਂਦੇ ਆ। ਪਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਈਜ਼ੀਲੀ ਅਵੋਇਡ ਕੀਤਾ ਜਾ ਸਕਦਾ। ਬੜੇ ਲੋਕ ਸਾਡੇ ਕੋਲ ਪੇਸ਼ੈਂਟ ਵੀ ਆ ਕੇ ਕਈ ਵਾਰੀ ਕਹਿੰਦੇ ਕਿ ਜੀ ਆ ਦੇਖੋ ਜੀ ਮੈਂ ਐਸਿਡ ਦੀ ਗੋਲੀ ਖਾਣਾ, ਇਹ ਮੇਰੀ ਪਹਿਲਾਂ ਛਡਾ ਦਿਓ। ਵੀ ਐਸਿਡ ਦੀ ਗੋਲੀ ਤੁਸੀਂ ਛੱਡ ਸਕਦੇ ਹੋ ਜੇਕਰ ਤੁਸੀਂ ਆਪਣੀ ਰੋਟੀ ਪਾਣੀ ਨੂੰ ਠੀਕ ਰੱਖਦੇ ਹੋ। ਤੇ ਜੇ ਤੁਸੀਂ ਉਹੀ ਗਰਮ ਮਸਾਲੇ ਉੱਦਾਂ ਹੀ ਖਾਈ ਜਾਣੇ ਆ, ਉੱਦਾਂ ਹੀ ਚਾਹਾਂ ਪੀ ਜਾਣੀਆਂ, ਤੇ ਆਪਣੀ ਵਾਤ ਜਿਹੜਾ ਦੋਸ਼ ਹੈ ਉਹਨੂੰ ਤੁਸੀਂ ਖਰਾਬ ਕੀਤਾ ਹੋਇਆ, ਤੇ ਉਸ ਕੇਸ ਦੇ ਵਿੱਚ ਫਿਰ ਤੁਹਾਡੀ ਸਾਰੀ ਜ਼ਿੰਦਗੀ ਇਹੋ ਹੀ ਚੱਲਣੇ ਆ ਐਸਿਡ ਦੀਆਂ ਗੋਲੀਆਂ। ਰਿਮੈਂਬਰ ਐਸਿਡ ਦੀਆਂ ਗੋਲੀਆਂ ਜਿਹੜੀਆਂ ਹੈਗੀਆਂ ਆ, ਜੇ ਤੁਸੀਂ ਲਗਾਤਾਰ ਖਾਂਦੇ ਹੋ ਤੇ ਉਹਦੇ ਨਾਲ ਈਵਨ ਕਿ ਸਟਮਕ ਕੈਂਸਰ ਹੋਣ ਦੇ ਚਾਂਸਿਸ ਜਿਹੜੇ ਉਹ ਤੁਹਾਡੇ ਵੱਧ ਜਾਂਦੇ ਆ। ਪਿੱਛੇ ਜੇ ਇੱਕ ਓਵਰ ਦਾ ਕਾਊਂਟਰ ਗੋਲੀ ਸੀਗੀ ਆਪਣੀ ਹਾਰਟ ਬਰਨ ਦੇ ਵਾਸਤੇ, ਜਿਹੜੀ ਕਿ ਬਹੁਤ ਲੋਕ ਖਾਂਦੇ ਸੀ, ਉਹ ਬੈਨ ਹੋ ਗਈ ਹੈਲਥ ਕੈਨੇਡਾ ਦੇ ਵੱਲੋਂ, ਕਿਉਂਕਿ ਉਹ ਸਟਮਕ ਕੈਂਸਰ ਕਾਜ਼ ਕਰਦੀ ਸੀ। ਸੋ ਪ੍ਰੋਬਲਮ, ਚਲੋ ਅਸੀਂ ਗੋਲੀਆਂ ਨੂੰ ਬਲੇਮ ਕਰ ਦਿੱਤਾ, ਪਰ ਪ੍ਰੋਬਲਮ ਗੋਲੀਆਂ ਦੀ ਵੀ ਹੈ ਨਹੀਂ, ਪ੍ਰੋਬਲਮ ਸਾਡੀ ਡਾਇਟ ਦੀ ਹੈ ਕਿ ਅਸੀਂ ਉਹ ਡਾਇਟ ਹੀ ਇਸ ਤਰੀਕੇ ਦੀ ਮਤਲਬ ਉਹਨੂੰ ਖਾ ਲਈ ਇੰਨੀ ਕਿ ਉਹ ਸਾਡੀ ਬੋਡੀ ਦੇ ਅੰਦਰ। ਐਕਚੁਅਲੀ ਪਤੇ ਦੀ ਗੱਲ, ਤੁਸੀਂ ਆਹ ਸਭ ਤੋਂ ਜ਼ਿਆਦਾ ਪਤੇ ਦੀ ਗੱਲਬਾਤ ਇਹ ਕੀਤੀ ਜਿਸ ਤਰੀਕੇ ਨਾਲ ਤੁਸੀਂ ਖੁਦ ਵੀ ਕਹਿੰਦੇ ਹੁੰਦੇ ਕਿ ਸਾਡੇ ਕੋਲ ਆਉਣ ਦੀ ਲੋੜ ਨਹੀਂ, ਸਾਡੀਆਂ ਦੁਆਵਾਂ ਦੀ ਲੋੜ ਨਹੀਂ। ਹਾਂ ਉੱਦਾਂ ਅਸੀਂ ਰੱਬੀ ਜਿਹੜੀਆਂ ਦੁਆਵਾਂ ਇੱਕ ਦੂਜੇ ਪ੍ਰਤੀ ਕਰ ਸਕਦੇ ਉਹ ਕਰ ਸਕਦੇ, ਲੇਕਿਨ ਤੁਸੀਂ ਆਪਣੀ ਸਿਹਤ ਜਦੋਂ ਤੁਹਾਡੀ ਬੋਡੀ ਬੋਲਦੀ ਹੈ ਉਸ ਨੂੰ ਸੁਣੋ ਤੇ ਸੁਣਦੇ ਅਨੁਸਾਰ ਉਸ ਹਿਸਾਬ ਨਾਲ ਉਹਦੇ ਉੱਤੇ ਕੰਮ ਕਰੋ। ਤੇ ਗੋਲੀਆਂ ਤੋਂ ਤੁਸੀਂ ਬਚ ਸਕਦੇ ਹੋ। ਗੋਲੀਆਂ ਤੁਹਾਨੂੰ ਘਰੋਂ ਨਹੀਂ ਲੈ ਜਾਂਦੀਆਂ, ਤੁਸੀਂ ਉਹਨਾਂ ਦੇ ਕੋਲ ਚੱਲ ਕੇ ਜਾਂਦੇ ਆ ਕਿ ਬਾਕੀ ਸਾਨੂੰ ਖਰੀਦੋ ਤੇ ਖਾਓ, ਉਹਨਾਂ ਦੀ ਲੋੜ ਨਾ ਪਵੇ, ਆਪਣੀ ਡਾਈਟ ਵਧੀਆ ਰੱਖੋ ਜੀ। ਬਿਲਕੁਲ। ਔਰ ਮਤਲਬ ਇਹ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਅਨਨੈਸੈਸਰੀ ਗਰਮ ਮਸਾਲੇ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਾਡੀ ਪ੍ਰਕਿਰਤੀ ਦੇ ਵਿਪਰੀਤ ਹੈ, ਉਲਟ ਹੈ, ਜਦੋਂ ਅਸੀਂ ਉਹ ਖਾਣੀਆਂ ਸ਼ੁਰੂ ਕਰ ਦਿੰਦੇ ਹਾਂ ਤੇ ਸਾਡੀ ਬਾਡੀ ਦਾ ਇੰਟਰਨਲ ਇਨਵਾਇਰਮੈਂਟ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਜਿਹਦੇ ਕਰਕੇ ਫਿਰ ਹੁਣ ਜਦੋਂ ਇਹ ਗੱਲ ਤੇ ਐਸਿਡ ਤੋਂ ਸ਼ੁਰੂ ਹੋਈ, ਫਿਰ ਮੁੜ ਕੇ ਐਸਿਡ ਤੋਂ ਬਾਅਦ ਉਹਦਾ ਪਤਾ ਨਹੀਂ ਹੋਰ ਕੀ ਰੂਪ ਬਣ ਗਿਆ। ਤੇ ਉਹਨੇ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਰਿਕੁਐਸਟ ਕਰਦਾ, ਪਲੀਜ਼ 1495 ਨੰਬਰ ਹੈ ਲਾਸਟ, ਤੁਸੀਂ ਮੇਰੇ ਸੈੱਲ ਨੰਬਰ ਦੇ ਉੱਤੇ ਆਪਣਾ ਕੁਐਸਚਨ ਟੈਕਸਟ ਕਰ ਸਕਦੇ ਹੋ। ਸੈੱਲ ਨੰਬਰ ਮੇਰਾ 6472814857। ਤੁਹਾਡੀਆਂ ਕਾਲਾਂ ਵਿੱਚ ਇਹਦੇ ਆ ਰਹੀਆਂ ਤੇ ਇਸ ਕਰਕੇ ਅਸੀਂ ਜਿਹੜੀ ਗੱਲਾਂ ਬਾਤਾਂ ਪਹਿਲੀ ਜਿਹੜੀਆਂ ਚੱਲਦੀਆਂ ਪਈਆਂ ਉਹਦੇ ਉੱਤੇ ਪੂਰਾ ਫੋਕਸ ਨਹੀਂ ਕਰ ਸਕਦੇ, ਜਾਂ ਫਿਰ ਪਹਿਲੇ ਤੁਹਾਡੇ ਕੁਐਸਚਨ ਨੂੰ ਉਹਨਾਂ ਆਨਸਰ ਨਹੀਂ ਲੈ ਸਕਦੇ। ਟੈਕਸਟ ਕਰ ਦਿਓ, 1 ਬਾਏ 1 ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਕੁਐਸਚਨਾਂ ਦੇ ਆਨਸਰ ਦਿੱਤੇ ਜਾਣਗੇ। ਤੇ 647 281 4857 6472814857 ਤੇ ਆਪਣਾ ਕੁਐਸਚਨ ਟੈਕਸਟ ਕਰ ਦਿਓ ਐਸ ਸੂਨ ਪੋਸੀਬਲ ਜੀ। ਰੂਬਲ ਸਾਹਿਬ ਕੰਟੀਨਿਊ। ਜਦੋਂ ਬਾਡੀ ਦੇ ਅੰਦਰ ਇਨਵਾਇਰਮੈਂਟ ਹੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਸਾਡੇ ਬਾਡੀ ਦੇ ਸੈੱਲਾਂ ਦੇ ਉੱਤੇ ਇੱਕ ਪਰਤ ਜਿਹੜੀ ਹੈਗੀ ਆ, ਉਹ ਕਹਿ ਲਓ ਕਿ ਤੁਸੀਂ ਇੱਕ ਧੁੰਦਲੀ ਜੀ ਪਰਤ ਜਿਹੜੀ ਆ ਉਹ ਚੜ੍ਹਨੀ ਸ਼ੁਰੂ ਹੋ ਜਾਂਦੀ, ਜਿਹੜੀ ਸਟੇਜ ਦੀ ਸ਼ੁਰੂਆਤ ਜਿਹਨੂੰ ਅਸੀਂ ਇਨਸੂਲਿਨ ਰੈਜ਼ਿਸਟੈਂਸ ਸਟੇਟ ਕਿਹਾ ਜਾਂਦਾ। ਹੁਣ ਇਹ ਜਿਹੜੀ ਇਨਸੂਲਿਨ ਰੈਜ਼ਿਸਟੈਂਟ ਸਟੇਟ ਹੈਗੀ ਹੈ, ਇਹਦੇ ਵਿੱਚ ਕੀ ਹੈ ਕਿ ਪੈਂਕਰੀਜ਼ ਐਕਚੁਅਲੀ ਕੰਮ ਕਰ ਰਹੀਆਂ ਹੁੰਦੀਆਂ, ਇਨਸੂਲਿਨ ਵੀ ਬਣਾ ਰਹੀਆਂ ਹੁੰਦੀਆਂ, ਪਰ ਉਹ ਜਿਹੜੀ ਇਨਸੂਲਿਨ ਹੈ ਉਹ ਸਾਡੇ ਸੈੱਲਾਂ ਦੇ ਅੰਦਰ ਐਂਟਰ ਨਹੀਂ ਕਰ ਸਕਦੀ। ਸੋ ਇਨਸੂਲਿਨ ਰਿਮੈਂਬਰ ਇੱਕ ਚਾਬੀ ਹੈ ਜਿਹੜੀ ਕਿ ਸਾਡੀ ਸੈੱਲ ਦੇ ਜਦੋਂ ਅੰਦਰ ਜਾਂਦੀ ਲੌਕ ਖੋਲ੍ਹਦੀ ਹੈ, ਤੇ ਉਹਦੇ ਨਾਲ ਫਿਰ ਸੈੱਲ ਜਿਹੜਾ ਆ ਜਦੋਂ ਇਨਸੂਲਿਨ ਚਲੇ ਜਾਂਦੀ ਤੇ ਬਾਡੀ ਸੈੱਲ ਦਾ ਜਿਹੜਾ ਇੱਕ ਕ੍ਰਿਬ ਸਾਈਕਲ ਉਹਨੂੰ ਕਹਿੰਦੇ ਆ, ਜਿਹਦੇ ਵਿੱਚ ਕਿ ਜਿਹੜੇ ਸਾਡੇ ਬਾਡੀ ਦੇ ਸੈੱਲ ਹੈ ਉਹ એનર્ਜੀ ਪੈਦਾ ਕਰਦੇ, ਜਿਹਨੂੰ ATP ਕਿਹਾ ਜਾਂਦਾ ਹੈ, ਐਡੈਨੋਸਾਈਨ ਟ੍ਰਾਈਫਾਸਫੇਟ। ਸੋ ਇਹ ਇੱਕ એનર્ਜੀ, ਸੈੱਲ ਦੀ એનર્ਜੀ ਇੱਕ ਸਰਕਲ ਹੈ ਜਿਹੜਾ ਕਿ ਇਨਸੂਲਿਨ ਤੋਂ ਬਗੈਰ ਹੋ ਹੀ ਨਹੀਂ ਸਕਦਾ ਕੰਪਲੀਟ। ਸੋ ਤੁਸੀਂ ਦੇਖੋ ਕਿ ਉੱਥੋਂ ਫਿਰ ਮੁੜ ਕੇ ਜਿਹੜੀ ਹੈ ਜਦੋਂ ਬਾਡੀ ਦੇ ਅੰਦਰ ਇਹੋ ਜਿਹੀਆਂ ਪ੍ਰੋਬਲਮਸ ਸੈੱਲ ਦੇ ਜਿਹੜੇ ਸੈੱਲਾਂ ਦੇ ਵਿੱਚ ਰੈਜ਼ਿਸਟੈਂਸ ਦੀ ਪ੍ਰੋਬਲਮ ਆ ਜਾਂਦੀ ਹੈ, ਮਤਲਬ ਕਿ ਉਹਨਾਂ ਦੇ ਉੱਤੇ ਇੱਕ ਪਰਤ ਚੜ੍ਹ ਗਈ ਜਿਹਦੇ ਕਰਕੇ ਸਾਡੀ ਖਾਣ ਪੀਣ ਦੀ ਵਜ੍ਹਾ ਦੇ ਕਰਕੇ, ਜਿਹਦੇ ਕਰਕੇ ਫਿਰ ਦੇਖੋ ਕਿ ਬਹੁਤ ਲੋਕ ਹੈਗੇ ਆ ਜਿਨ੍ਹਾਂ ਨੂੰ ਫਿਰ ਸ਼ੂਗਰ ਦੀ ਪ੍ਰੋਬਲਮ ਅੱਗੇ ਤੋਂ ਅੱਗੇ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਬਹੁਤ ਲੋਕ ਹੈ ਜਿਨ੍ਹਾਂ ਨੂੰ ਕੋਲੈਸਟਰੋਲਸ ਦੀਆਂ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀ, ਕਿਉਂਕਿ ਨਾੜੀਆਂ ਦੇ ਅੰਦਰ ਕੱਟ ਲੱਗਣੇ ਸ਼ੁਰੂ ਹੋ ਗਏ। ਨੈਚੁਰਲੀ ਤੌਰ ਦੇ ਉੱਤੇ ਬਾਡੀ ਨੇ ਕੋਲੈਸਟਰੋਲ ਦੇ ਪੈਚ ਜਿਹੜੇ ਆ ਉਹ ਅੰਦਰ ਲਾਉਣੇ ਹੀ ਲਾਉਣੇ ਆ ਆਪਣੀ ਰਿਪੇਅਰ ਕਰਨ ਦੇ ਵਾਸਤੇ ਬਾਡੀ ਨੂੰ, ਤਾਂ ਕਿ ਉਹ ਫਰਦਰ ਨਾੜ ਕੋਈ ਫਟ ਨਾ ਜਾਵੇ। ਹੁਣ ਉਹ ਜਿਹੜੀ ਆ ਉਸੇ ਵਜ੍ਹਾ ਦੇ ਕਰਕੇ ਤੁਹਾਨੂੰ ਫਿਰ ਅੱਗੋਂ ਕੋਲੈਸਟਰੋਲ ਦੀ ਪ੍ਰੋਬਲਮ ਆ ਗਈ, ਉਸੇ ਵਜ੍ਹਾ ਕਰਕੇ ਤੁਹਾਨੂੰ ਹੁਣ ਕੋਲੈਸਟਰੋਲ ਆ ਗਿਆ, ਕੋਲੈਸਟਰੋਲ ਤੋਂ ਅੱਗੇ ਤੁਹਾਨੂੰ ਫਿਰ ਬਲੱਡ ਪ੍ਰੈਸ਼ਰ ਹਾਈ ਹੋਣਾ ਸ਼ੁਰੂ ਹੋ ਜਾਣਾ, ਕਿਉਂਕਿ ਉਹ ਨਾੜਾਂ ਨੈਰੋ ਹੋ ਗਈਆਂ ਅੰਦਰ, ਉਹਨਾਂ ਦੀ ਜਗ੍ਹਾ ਘਟ ਗਈ। ਸੋ ਉਹਦੀ ਵਜ੍ਹਾ ਕਰਕੇ ਅੱਗੋਂ ਬਲੱਡ ਪ੍ਰੈਸ਼ਰ ਹੋ ਗਿਆ। ਹੁਣ ਤੁਸੀਂ ਦੇਖੋ ਕਿ ਜਿਹੜੀਆਂ 3 ਆਮ ਬਿਮਾਰੀਆਂ ਹੈਗੀਆਂ ਆ
ਆਮ ਘਰਾਂ ਦੇ ਵਿੱਚ ਕੋਈ ਨਾ ਕੋਈ ਬਜ਼ੁਰਗ ਸਾਡਾ ਜਿਹੜਾ ਉਹ ਜ਼ਰੂਰ ਹੋਏਗਾ ਜਿਹਨੂੰ ਇਹ ਤਿੰਨੇ ਬਿਮਾਰੀਆਂ ਜਿਹੜੀਆਂ ਲੱਗੀਆਂ ਹੋਈਆਂ ਆ। ਉਹ ਭਾਵੇਂ ਉਹਨਾਂ ਨੂੰ ਸ਼ੂਗਰ ਹੈ, ਕੋਲੈਸਟਰੋਲ ਹੈ, ਬਲੱਡ ਪ੍ਰੈਸ਼ਰ ਹੈ, ਅਤੇ ਮੁੜ ਕੇ ਬਲੱਡ ਪ੍ਰੈਸ਼ਰ ਹੋ ਗਿਆ, ਫਿਰ ਉਸ ਤੋਂ ਬਾਅਦ 'ਚ ਦਵਾਈ ਦੇ ਦਿੱਤੀ ਜਾਂਦੀ ਹੈਗੀ ਆ ਜੀ ਬਲੱਡ ਪਤਲਾ ਕਰਨ ਦੀ। ਹੁਣ ਬਲੱਡ ਪਤਲਾ ਕਰਨ ਦੀ ਦਵਾਈ ਜਦੋਂ ਸ਼ੁਰੂ ਕਰ ਦਿੱਤੀ, ਉਹਦੇ ਆਪਣੇ ਸਾਈਡ ਇਫੈਕਟ ਹੈ। ਉਹਨੇ ਜਿਹੜੀਆਂ ਤੁਹਾਡੀ ਸਕਿਨ ਹੀ ਇੰਨੀ ਕੁ ਪਤਲੀ ਕਰ ਦਿੰਦੀ, ਕੋਈ ਕਾਗਜ਼ ਵਾਂਗੂ ਪਤਲੀ ਹੋ ਜਾਂਦੀ ਸਕਿਨ, ਕਿ ਮਾੜਾ ਜਿਹਾ ਕਿਤੇ ਕੁਛ ਲੱਗਾ ਵੀ ਤਾਂ ਉੱਥੇ ਨਿਸ਼ਾਨ ਜਿਹੜੇ ਉਹ ਪੈਣੇ ਸ਼ੁਰੂ ਹੋ ਜਾਂਦੇ। ਫਿਰ ਜਿਹੜੇ ਲੋਕ ਬਲੱਡ ਪ੍ਰੈਸ਼ਰ ਦੀਆਂ ਫਿਰ ਜਦੋਂ ਗੋਲੀਆਂ ਸ਼ੁਰੂ ਕਰ ਦਿੰਦੇ ਆ, ਉਹਦੇ ਨਾਲ ਫਿਰ ਉਹ ਲੱਤਾਂ ਦੇ ਵਿੱਚ ਸੋਜ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹਨੂੰ ਅਡੀਮਾ ਕਿਹਾ ਜਾਂਦਾ। ਸੋ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਕਰਕੇ ਫਿਰ ਉਹ ਲੱਤਾਂ ਦੇ ਵਿੱਚ, ਕਿਉਂਕਿ ਜਿੱਥੇ ਪਾਣੀ ਇਕੱਠਾ, ਜਿੱਦਾਂ ਕਹਿੰਦੇ ਪਾਣੀ ਖੜਾ ਪਾਣੀ ਸੜਾਂਦ ਮਾਰਦਾ, ਉਹ ਜਦੋਂ ਪਾਣੀ ਸਾਡੇ ਪੈਰਾਂ ਦੇ ਗਿੱਟਿਆਂ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਜਿਹੜਾ ਉਹ ਜਦੋਂ ਖੜਾ ਰਹੇਗਾ, ਅਤੇ ਉਹਦੇ ਨਾਲ ਸਾਡੀ ਬਾਡੀ ਦੇ ਜਿਹੜੇ ਜੁਆਇੰਟ ਹੈ ਉਹ ਛੇਤੀ ਜਲਦੀ ਡਿਟੀਰੀਓਰੇਟ ਹੋਣੇ ਸ਼ੁਰੂ ਹੋ ਜਾਂਦੇ ਆ, ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਤੁਸੀਂ ਦੇਖੋ ਕਿ ਡਾਇਟ ਤੋਂ ਗੱਲ ਸ਼ੁਰੂ ਹੋਈ, ਦਵਾਈਆਂ ਲੱਗ ਗਈਆਂ, ਹੱਡਾਂ 'ਚ ਵੜ ਗਿਆ ਸਾਰਾ ਕੁਝ। ਦਵਾਈਆਂ ਤੋਂ ਅੱਗੇ ਫਿਰ ਉਹਨਾਂ ਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ। ਹੁਣ ਉਹ ਸਾਈਡ ਇਫੈਕਟਸ ਜਿਹੜੇ ਹੁਣ ਫਿਰ ਪਾਣੀ ਭਰਨਾ ਸ਼ੁਰੂ ਹੋ ਗਿਆ। ਫਿਰ ਉਹ ਕਹਿੰਦੇ ਲਓ ਜੀ ਹੁਣ ਤੁਹਾਨੂੰ ਵਾਟਰ ਪਿਲ ਦਿੱਤੀ ਜਾਂਦੀ ਹੈ। ਹੁਣ ਉਹ ਵਾਟਰ ਪਿਲ ਸ਼ੁਰੂ ਕਰ ਦਿੱਤੀ, ਉਹਨੇ ਫਿਰ ਮੁੜ ਕੇ ਉਹ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਹੁਣ ਵਾਟਰ ਪਿਲ, ਕਿਉਂਕਿ ਤੁਸੀਂ ਪਾਣੀ ਕੱਢ ਰਹੇ ਹੋ ਬਾਹਰ ਫੋਰਸਫੁਲੀ, ਫਿਰ ਉਹ ਕਿਡਨੀਆਂ ਜਿਹੜੀਆਂ ਹੈਗੀਆਂ ਉਹ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਉਹ ਕਿਡਨੀਆਂ ਜਦੋਂ ਡੈਮੇਜ ਸ਼ੁਰੂ ਹੋ ਗਈਆਂ, ਫਿਰ ਉਹ ਕਿਡਨੀਆਂ ਦੀਆਂ ਚੱਕਰ ਦੇ ਵਿੱਚ ਫਿਰ ਪੈ ਜਾਂਦੇ। ਇੰਗਲਿਸ਼ 'ਚ ਭਾਵੇਂ ਚਲੋ ਕਿਡਨੀਆਂ ਦਾ ਕੋਈ ਐਡਾ ਇਲਾਜ ਵਧੀਆ ਹੈ ਨਹੀਂ, ਉਹ ਸਿਰਫ ਮੋਨੀਟਰ ਹੀ ਕੀਤਾ ਜਾਂਦਾ। ਉਹਨਾਂ ਤੁਹਾਡਾ GFR ਲੈਵਲ ਕੀ ਹੈਗਾ ਆ, ਕ੍ਰੀਏਟਿਨਿਨ ਲੈਵਲਸ ਕੀ ਹੈਗਾ ਆ, ਅਤੇ ਜਦੋਂ 10-11% ਤੱਕ ਕਿਡਨੀਆਂ ਰਹਿ ਜਾਂਦੀਆਂ, ਅਤੇ ਫਿਰ ਜੀ ਉਹ ਉਹਨਾਂ ਨੂੰ ਡਾਇਲਿਸਿਸ ਦੇ ਉੱਤੇ ਜਿਹੜਾ ਉਹ ਪਾ ਦਿੱਤਾ ਜਾਂਦਾ ਆ। ਸੋ ਮਤਲਬ ਅੱਗੇ ਤੋਂ ਅੱਗੇ ਜਿਹੜਾ ਹੈਗਾ ਆ ਉਹ ਚੱਲੀ ਜਾਂਦਾ ਚੱਕਰ ਸਾਰੇ ਦਾ ਸਾਰਾ। ਅਤੇ ਜਿਹੜਾ ਚੱਕਰ ਸ਼ੁਰੂ ਹੋਇਆ ਸਿੰਪਲ ਡਾਇਟ ਤੋਂ, ਤੁਹਾਡਾ ਖਾਣੇ ਪੀਣੇ ਦੀਆਂ ਗਲਤੀਆਂ ਸੀਗੀਆਂ, ਜਿਹਦੀ ਵਜ੍ਹਾ ਦੇ ਕਰਕੇ ਇੱਥੇ ਤੱਕ ਜਿਹੜਾ ਉਹ ਪਹੁੰਚ ਗਿਆ। ਐਂਡ ਯੈਟ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਸਭ ਤੋਂ ਪਹਿਲਾ ਕੁਐਸਚਨ ਇਹੀ ਪੁੱਛਦੇ ਆ ਕਿ ਆ ਜਿਹੜੇ ਤੁਸੀਂ ਪਰਹੇਜ਼ ਦੱਸ ਰਹੇ, ਕਿੰਨਾ ਕੁ ਚਿਰ ਅਸੀਂ ਕਰਨੇ ਹੈਗੇ ਆ। ਕਿਉਂਕਿ ਉਹਨਾਂ ਨੂੰ ਅਜੇ ਤੱਕ ਵੀ ਇਹੀ ਹੁੰਦਾ ਹੈਗਾ ਕਿ ਵੀ ਮੈਂ ਸਿਰਫ ਉਨਾ ਕੁ ਚਿਰ ਹੀ ਪਰਹੇਜ਼ ਕਰਨੇ ਆ ਜਿੰਨਾ ਕੁ ਚਿਰ ਮੈਂ ਦਵਾਈ ਖਾਂਦਾ ਆ ਜਾਂ ਖਾਂਦੀ ਹੈ। ਜਦੋਂ ਮੈਂ ਠੀਕ ਹੋ ਗਿਆ, ਮੈਂ ਸਾਰਾ ਕੁਝ ਹੀ ਠੀਕ ਕਰਕੇ ਮੈਂ ਉਹ ਕੁਛ ਹੀ ਮੈਂ ਫਿਰ ਖਾਣਾ ਆ ਜੋ ਮੈਂ ਪਹਿਲਾਂ ਖਾਂਦਾ ਸੀ। ਸੋ ਮਤਲਬ ਇਹ ਘਰ ਦੇ ਵੀ ਕਹਿੰਦੇ ਨੇ ਕੋਈ ਗੱਲ ਨਹੀਂ, ਮੜ ਜਾ ਘਿਓ ਹੋਰ ਵਿੱਚ ਪਾ ਲਾ, ਜਾਂ ਪਾ ਲਾ, ਇੱਕ ਅੱਧੀ ਰੋਟੀ ਹੋਰ ਕਰ, ਪਤਲਾ ਹੋ ਗਿਆ, ਮਾੜਾ ਹੋ ਗਿਆ ਜਾਂ ਮਾੜੀ ਹੋ ਗਈ, ਤੇ ਬੜੀ ਦੇਰ ਤੋਂ ਦਵਾਈ ਖਾਧੀ ਆ, ਦਵਾਈ ਦਾ ਅਸਰ ਘੱਟ ਜਾਊਗਾ, ਆਹ ਚੀਜ਼ਾਂ ਖਾ। ਜੀ। ਸੋ ਉਹ ਇਹ ਚੀਜ਼ਾਂ ਜਿਹੜੀਆਂ ਇੱਕ ਕਹਿ ਲਓ ਕਿ ਇੱਕ ਜੀਭ ਦੇ ਸਵਾਦ ਦੀ ਖਾਤਰ, ਜਿੱਦਾਂ ਸਾਡੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਆ ਕਿ 2 ਇੰਚ ਜੀਭ ਦੇ ਹਿਸਾਬ ਦੇ ਨਾਲ ਅਸੀਂ ਸਾਰਾ ਹੀ ਨੁਕਸਾਨ ਜਿਹੜਾ ਉਹ ਅੰਦਰਲਾ ਕਰਾ ਬੈਠੇ ਆ। ਤੇ ਦੇਖ ਲਓ ਉਹਦੀ ਵਿਚਾਰ ਤੇ ਦੰਦ ਵੀ ਹੈ ਨਹੀਂ ਕਿ ਕੁਛ ਵੀ ਹੈ ਨਹੀਂ ਕਿ, ਲੇਕਿਨ ਸਭ ਤੋਂ ਜ਼ਿਆਦਾ ਨੁਕਸਾਨ ਉਹ ਕਰਦੀ ਹੈ। ਬੇਸ਼ੱਕ ਸਾਡੇ ਖੁਦ ਦੇ ਸਰੀਰ ਦਾ ਹੋਵੇ, ਦੂਜਿਆਂ ਦੇ ਸਰੀਰ ਦਾ ਹੋਵੇ, ਆਪਣੇ ਰਿਸ਼ਤੇ ਦਾ ਹੋਵੇ, ਦੂਜੇ ਰਿਸ਼ਤਿਆਂ ਦਾ ਹੋਵੇ, ਜਿਹੜਾ ਮਰਜ਼ੀ ਕਮਾ ਲਓ ਜੀ। ਬਿਲਕੁਲ। ਔਰ ਦੇਖੋ ਇਹੋ ਹੀ ਜਿਹੜੀ ਸਾਡੀ, ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੀ ਬਿਮਾਰੀਆਂ, ਹੁਣ ਜਿਨ੍ਹਾਂ ਨੂੰ ਬਹੁਤੇ ਲੋਕ ਹੈਗੇ ਆ ਜਿਹੜੇ ਸਾਡੇ ਪ੍ਰੋਗਰਾਮ ਸੁਣ ਰਹੇ ਹੋਣਗੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮਸ ਹੈ, ਅਤੇ ਸਾਰੇ ਜਿਹੜੇ ਆ ਉਹ ਇਹੋ ਹੀ ਲੱਭਦੇ ਆ ਕਿ ਕੋਈ ਨਾ ਕੋਈ ਮੈਜਿਕ ਪਿੱਲ, ਕੋਈ ਇਹੋ ਜਿਹੀ ਜਾਦੂਈ ਦਵਾਈ ਜਿਹੜੀ ਹੈਗੀ ਆ ਜਾਂ ਗੋਲੀ ਇਹਨਾਂ ਨੂੰ ਦੇ ਦਿੱਤੀ ਜਾਵੇ ਕਿ ਸਭ ਕੁਝ ਠੀਕ ਹੋ ਜੇ। ਪਰ ਸਾਨੂੰ ਜੋ ਅਸੀਂ ਖਾ ਰਹੇ ਹਾਂ ਉਹਨੂੰ ਬਦਲਣ ਲਈ ਨਾ ਸਾਨੂੰ ਕਿਹਾ ਜਾਵੇ। ਸੋ ਉਹ ਤਾਂ ਫਿਰ ਇੱਕੋ ਹੀ ਹੱਲ ਹੈਗਾ, ਫਿਰ ਉਹ ਇੰਗਲਿਸ਼ ਦੀਆਂ ਦਵਾਈਆਂ ਹੈਗੀਆਂ ਹੀ ਆ, ਕਿਉਂਕਿ ਉਹ ਕਦੀ ਵੀ ਨਹੀਂ ਤੁਹਾਨੂੰ ਕੋਈ ਪਰਹੇਜ਼ ਦੱਸਦੇ। ਨਾ ਉਹਨਾਂ ਨੇ ਤੁਹਾਨੂੰ ਇਹ ਦੱਸਣਾ ਕਿ ਲਓ ਜੀ ਤੁਹਾਡੀ ਚੀਜ਼ਾਂ ਦੀ ਵਜ੍ਹਾ ਦੇ ਕਰਕੇ ਜਿਹੜਾ ਉਹ ਹੋ ਰਿਹਾ। ਦੇਖੋ ਕਿੰਨੇ ਲੋਕ ਆ ਜਿਹੜੇ ਐਸਿਡ ਦੀ ਗੋਲੀ ਖਾਂਦੇ ਆ, ਕਦੀ ਉਹਨਾਂ ਦੇ ਡਾਕਟਰ ਨੇ ਕਿਹਾ ਕਿ ਭਾਈ ਸਵੇਰ ਦੀ ਚਾਹ ਦੀ ਵਜ੍ਹਾ ਦੇ ਕਰਕੇ ਤੁਹਾਡੇ ਐਸਿਡ ਬਣਦਾ ਅਤੇ ਚਾਹ ਛੱਡ ਦਿਓ, ਕਦੀ ਨਹੀਂ ਉਹ ਕਹਿਣਗੇ। ਕਿਉਂਕਿ ਜੇ ਉਹ ਕਹਿਣਗੇ ਤਾਂ ਫਿਰ ਇਹਦਾ ਚਾਹ ਦੇ ਨਾਲ ਨਹੀਂ, ਪਾਣੀ ਦੀ ਗੋਲੀ ਖਾ ਲਈ, ਉਸ ਤੋਂ ਬਾਅਦ ਚਾਹ ਪੀ ਲੈਣੀ, ਉਹ ਤੋਂ ਬਾਅਦ 'ਚ ਹਾਂ ਚਾਹ ਪੀ ਸਕਦੇ ਹੋ ਤੁਸੀਂ, ਪਰ ਕਦੀ ਨਹੀਂ ਕੋਈ ਕਹੂਗਾ ਕਿ ਜੀ ਮਤਲਬ ਕਿ ਤੁਸੀਂ ਆ ਵੀ ਛੱਡ ਦਿਓ ਚਾਹ। ਜੇ ਛੱਡ ਦਿਓਗੇ ਤਾਂ ਤੁਹਾਨੂੰ ਆ ਗੋਲੀ ਦੀ ਜ਼ਰੂਰਤ ਨਹੀਂ ਪੈਣੀ, ਕਿਉਂਕਿ ਜੇ ਉਹ ਕਹਿਣਗੇ ਤਾਂ ਫਿਰ ਉਹ ਗੋਲੀਆਂ ਤਾਂ ਫਿਰ ਕੋਈ ਲਊਗਾ ਹੀ ਨਹੀਂ। ਗਰਮ ਮਸਾਲੇ ਜੇ ਛੱਡ ਦਿੱਤੇ, ਜੇ ਉਹ ਕਹਿਣਗੇ ਵੀ ਗਰਮ ਮਸਾਲੇ ਛੱਡ ਦਿਓ, ਤਾਂ ਫਿਰ ਤਾਂ ਦਵਾਈ ਚੱਲਣੀ ਹੈ ਨਹੀਂ ਹੈਗੀ। ਸੋ ਇਹੀ ਪ੍ਰੋਬਲਮ ਹੈਗੀ ਆ ਕਿ ਜਿਹੜੀ ਡਾਇਟ ਜਿਹੜੀ ਹੈ ਸਾਡੀ,
ਉਹ ਇੰਨੀ ਕੁ ਖਰਾਬ ਹੋ ਚੁੱਕੀ ਹੈਗੀ ਆ ਅੱਜ ਦੇ ਸਮੇਂ ਦੇ ਅਨੁਸਾਰ ਕਿ ਜਿਹਦੀ ਵਜ੍ਹਾ ਦੇ ਕਰਕੇ ਸਾਨੂੰ ਬਿਮਾਰੀਆਂ ਲੱਗ ਰਹੀਆਂ ਆ, ਜਿਹਦੀ ਵਜ੍ਹਾ ਦੇ ਕਰਕੇ ਸਾਨੂੰ ਪ੍ਰੋਬਲਮਸ ਆ ਰਹੀਆਂ। ਫਿਰ ਅਸੀਂ ਅੱਗੋਂ ਫਿਰ ਦਵਾਈਆਂ ਸ਼ੁਰੂ ਕਰ ਦਿੰਦੇ ਆ। ਉਹ ਦਵਾਈਆਂ ਦੇ ਫਿਰ ਅੱਗੋਂ ਸਾਈਡ ਇਫੈਕਟਸ ਜਿਹੜੇ ਆ, ਐਵਰੇਜਲੀ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਦਵਾਈ ਤੁਸੀਂ ਸ਼ੁਰੂ ਕਰਦੇ ਹੈਗੇ ਹੋ ਕੋਈ ਵੀ ਪਰਮਾਨੈਂਟ ਤੌਰ ਦੇ ਉੱਤੇ, ਤੇ ਉਹਦੇ ਘੱਟ ਤੋਂ ਘੱਟ 4 ਸਾਈਡ ਇਫੈਕਟ ਜਿਹੜੇ ਆ ਉਹ ਤੁਹਾਨੂੰ ਹੋਣੇ ਹੀ ਹੋਣੇ। ਹੁਣ ਉਹ 4 ਸਾਈਡ ਇਫੈਕਟ ਨੂੰ ਠੀਕ ਕਰਨ ਵਾਸਤੇ ਅੱਗੋਂ ਫਿਰ ਤੁਸੀਂ ਆਬਵੀਅਸਲੀ ਉਹਨਾਂ ਦੀਆਂ ਵੀ ਗੋਲੀਆਂ ਖਾਓਗੇ। ਸੋ ਉਹ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਗੱਲ ਇੱਕ ਗੋਲੀ ਤੋਂ ਸ਼ੁਰੂ ਹੋਈ, ਮੁੜ ਕੇ ਅੱਗੋਂ ਜਿਹੜੀ ਉਹਨਾਂ ਦੇ ਸਾਈਡ ਇਫੈਕਟਸ ਹੋਏ, ਸਾਈਡ ਇਫੈਕਟ ਦੀਆਂ ਅੱਗੋਂ ਤੁਸੀਂ ਦਵਾਈਆਂ ਖਾਣੀਆਂ ਸ਼ੁਰੂ ਕਰਤੀਆਂ। ਉਹ ਬਿਫੋਰ ਯੂ ਨੋ ਇਟ ਕਈ ਲੋਕ ਹੈਗੇ ਆ ਸਾਡੇ, ਉਹ ਮਤਲਬ 15-15 ਗੋਲੀਆਂ ਰੋਜ਼ ਦੀਆਂ, 15-15 20-20 ਗੋਲੀਆਂ ਜਿਹੜੀਆਂ ਉਹ ਰੋਜ਼ ਦੀਆਂ ਖਾਂਦੇ ਹੈਗੇ ਆ। ਸਵੇਰੇ ਇੰਨੀਆਂ ਕੁ ਖਾਣੀਆਂ, ਦੁਪਹਿਰੇ ਇੰਨੀਆਂ ਕੁ ਖਾਣੀਆਂ, ਸ਼ਾਮ ਨੂੰ ਇੰਨੀਆਂ ਕੁ ਖਾਣੀਆਂ। ਤੁਸੀਂ ਦੇਖੋ ਕਿ ਉਹ ਗੋਲੀਆਂ ਦੇ ਸਿਰ ਦੇ ਉੱਤੇ। ਐਂਡ ਯੈਟ ਜਦੋਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਤੇ ਉਹਨਾਂ ਦਾ ਉਹ ਡਾਇਟ ਹੀ ਇੰਨੀ ਕੁ ਖਰਾਬ ਹੁੰਦੀ ਹੈਗੀ ਹੈ, ਜਿਹਦੀ ਵਜ੍ਹਾ ਦੇ ਕਰਕੇ ਉਹਨਾਂ ਨੂੰ ਉਹ ਦਵਾਈਆਂ ਲੱਗੀਆਂ ਹੁੰਦੀਆਂ। ਅਤੇ ਉਹ ਸਾਡਾ ਮਕਸਦ ਸਭ ਤੋਂ ਪਹਿਲਾਂ ਇਹੀ ਹੁੰਦਾ ਹੈਗਾ ਆ ਕਿ ਵੀ ਉਹਨਾਂ ਨੂੰ ਠੀਕ, ਉਹਨਾਂ ਨੂੰ ਉਹਨਾਂ ਦੀ ਰਮਜ਼ ਨੂੰ ਸਮਝ ਕੇ, ਉਹਨਾਂ ਦੇ ਬੋਡੀ ਟਾਈਪ ਨੂੰ ਸਮਝ ਕੇ ਉਹਨਾਂ ਨੂੰ ਰੈਕਮੈਂਡੇਸ਼ਨਸ ਕੀਤੀਆਂ ਜਾਂਦੀਆਂ ਹੈ ਕਿ ਤੁਸੀਂ ਭਾਈ ਆਹ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਛੱਡਣੀ ਪੈਣੀ ਹੈਗੀ ਆ, ਆਹ ਚੀਜ਼ ਜਿਹੜੀ ਆ ਤੁਸੀਂ ਖਾ ਸਕਦੇ ਹੈਗੇ ਹੋ। ਸੋ ਜਦੋਂ ਰੈਕਮੈਂਡੇਸ਼ਨਸ ਦੇ ਨਾਲ ਲੋਕ ਜਿਹੜਾ ਆ ਉਹ ਸਾਡਾ ਆਪਣਾ ਇਲਾਜ ਜਿਹੜਾ ਅਸੀਂ ਉਹਦੇ ਨਾਲ ਫਿਰ ਆਪਣੀਆਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਆ ਥੋੜ੍ਹੇ ਸਮੇਂ ਦੇ ਵਾਸਤੇ ਜਿਹੜੀਆਂ ਉਹ ਦਿੰਦੇ ਆ, ਅਤੇ ਉਹਦੇ ਨਾਲ ਪੇਸ਼ੈਂਟ ਜਿਹੜੇ ਹੈਗੇ ਆ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ। ਸੋ ਜੇ ਤੁਹਾਨੂੰ ਵੀ ਰੂਬਲ ਸਾਹਿਬ ਕੁਐਸਚਨ ਆਪਣੇ ਤੋਂ ਕਈ ਹੈਗੇ, ਮੈਂ ਕਿਹਾ ਨਾਲ ਦੱਸੀ ਜਾਵਾਂ, ਫਿਰ ਆਪਾਂ ਉਹ ਗੱਲਬਾਤ ਉਹਨਾਂ ਦੀ ਵੀ ਕਰੀ ਜਾਏ, ਆਪਾਂ ਕੰਟੀਨਿਊ ਇਸ ਸੰਬੰਧੀ ਵੀ ਰੱਖੀ ਜਾਣਾ। 905 874 3333 905 874 3333 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਰੂਬਲ ਸਾਹਿਬ ਦੇ ਨਾਲ ਬਾਅਦ ਵਿੱਚ ਵੀ 9 ਵਜੇ ਤੋਂ ਬਾਅਦ। ਲੇਕਿਨ ਇਸ ਵੇਲੇ ਤੁਸੀਂ ਆਪਣੇ ਕੁਐਸਚਨ ਜੋ ਭੇਜ ਰਿਹਾ ਸੀ, ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਤੁਹਾਡੀ ਸੇਵਾ ਵਿੱਚ ਲੈ ਰਹੇ ਹਾਂ ਤਾਂ ਜੋ ਤੁਹਾਨੂੰ ਘਰ ਬੈਠੇ ਇਸ ਦਾ ਪਤਾ ਲੱਗ ਸਕੇ। ਲੇਕਿਨ ਪ੍ਰੋਪਰ ਜਾਣਕਾਰੀ ਵਾਸਤੇ, ਪ੍ਰੋਪਰ ਆਪਣੀ ਨਬਜ਼ ਨੂੰ ਦਿਖਾਉਣ ਵਾਸਤੇ, ਪ੍ਰੋਪਰ ਸਹੀ ਤਰੀਕੇ ਨਾਲ ਇਲਾਜ ਕਰਾਉਣ ਵਾਸਤੇ ਤੁਹਾਨੂੰ ਕਲੀਨਿਕ ਤੇ ਜਾਣਾ ਪਵੇਗਾ। ਕਲੀਨਿਕ ਦੇ ਉੱਤੇ ਨੰਬਰ ਦੇਣੇ ਨੇ 905 874 3333 ਤੇ ਰੂਬਲ ਸਾਹਿਬ ਨਾਲ ਬਾਅਦ ਤੁਸੀਂ ਗੱਲਬਾਤ ਕਰ ਸਕਦੇ। ਦੱਸਦੇ ਪ੍ਰੋਗਰਾਮ ਦਾ ਹਿੱਸਾ ਈਵਨ ਟੈਕਸੀ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 905 453 6666 ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੂਰ ਦਰਾਡੇ ਕਿਤੇ ਵੀ ਜਾਣਾ ਵੀ ਤੁਹਾਡੀ ਮੰਜ਼ਿਲ ਤੇ ਪਹੁੰਚਾ ਕੇ ਆਉਣਗੇ ਈਵਨ ਟੈਕਸੀ ਵਾਲੇ। ਇਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਪਾਰਟ ਟਾਈਮ ਫੁੱਲ ਟਾਈਮ ਜੋਬ ਵੀ ਤੁਹਾਨੂੰ ਮਿਲ ਸਕਦੀ ਹੈ। 905 453 6666 ਆਨੰਦ ਟਾਇਰ 416 829 82 81। ਤੁਸੀਂ ਆਪਣੇ ਡੰਪ ਟਰੱਕਾਂ ਦੇ ਟਾਇਰ ਪਾਉਣੇ ਚਾਹੁੰਦੇ ਹੋ, ਅਲਾਈਨਮੈਂਟ ਟਰੱਕਾਂ ਦੀ ਸਹੀ ਕਰਾਉਣੀ ਚਾਹੁੰਦੇ ਹੋ ਤੇ 24 ਆਵਰ ਤੁਹਾਡੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਨੇ। 416 829 82 81। ਜੇਕਰ ਇਹਨਾਂ ਨਾਲ ਕੰਮ ਕਰਨਾ ਚਾਹੁੰਦੇ ਹੋ, ਥੋੜਾ ਬਹੁਤਾ ਕੰਮ ਆਉਂਦਾ ਠੀਕ ਆ, ਤੇ ਜੇਕਰ ਨਹੀਂ ਵੀ ਕੰਮ ਆਉਂਦਾ ਤੁਹਾਨੂੰ ਕੰਮ ਸਿਖਾ ਵੀ ਦੇਣਗੇ। 416 829 82 81 ਆਨੰਦ ਟਾਇਰ। ਏਐਸ ਸੀਟਿੰਗ 416 803 80 53 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਘਰ ਵਿੱਚ ਜਾਂ ਕਮਰਸ਼ੀਅਲ ਦਾਇਰੇ ਵਿੱਚ ਕਿਤੇ ਫਰਨਿਸ ਵਗੈਰਾ ਖਰਾਬ ਹੋ ਗਈ ਜਾਂ ਏਸੀ ਖਰਾਬ ਹੋ ਗਿਆ, ਉਹਨੂੰ ਰਿਪੇਅਰ ਕਰਾਉਣੀ ਚਾਹੁੰਦੇ ਹੋ, ਨਵੀਂ ਲਗਵਾਉਣੀ ਚਾਹੁੰਦੇ ਹੋ ਤੇ 416 803 80 53 ਤੇ ਗੱਲਬਾਤ ਕਰ ਸਕਦੇ ਹੋ। ਭੁੱਲਰ ਆਫਿਸ 905 564 32 30 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਕਾਨੂੰਨੀ ਕੋਈ ਸਲਾਹ ਮਸ਼ਵਰਾ ਲੈਣੀ ਹੈ, ਕੋਈ ਰੀਅਲ estate ਦੀ ਟ੍ਰਾਂਜੈਕਸ਼ਨ ਕਲੋਜ਼ਿੰਗ ਕਰਾਉਣੀ ਹੈ ਤਾਂ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। 905 564 32 30। ਤੇ ਜੇਕਰ ਤੁਸੀਂ ਕੋਈ ਰੀਅਲ estate ਦੇ ਖੇਤਰ ਵਿੱਚ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਪ੍ਰਾਪਰਟੀ ਵੇਚਣੀ ਚਾਹੁੰਦੇ ਹੋ, ਖਰੀਦਣੀ ਚਾਹੁੰਦੇ ਹੋ, ਖਾਸ ਕਰਕੇ ਪ੍ਰੀ ਕੰਸਟਰਕਸ਼ਨ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ, ਕਮਰਸ਼ੀਅਲ ਪ੍ਰਾਪਰਟੀ, ਹਰਜਿੰਦਰ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। 416 697 9306 416 697 9306 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਹੋਮ ਲਾਈਫ ਹਾਈ ਸਟੈਂਡਰਡ ਜੀਵਨ ਰੈਲਟੀ ਇੰਕ ਦੇ ਨਾਲ ਇਹ ਕੰਮ ਕਰਦੇ ਨੇ। ਲਵ ਤੰਦੂਰੀ ਵਾਲਿਆਂ ਦੇ ਨਾਲ ਸੰਪਰਕ ਕਰੋ ਤੁਸੀਂ 905 450 00 ਤੇ 00 ਤੇ ਇਹਨਾਂ ਨਾਲ ਸੰਪਰਕ ਕਰੋਗੇ, ਜਿੱਥੇ ਤੁਸੀਂ ਛੋਟੀ ਮੋਟੀ ਪਾਰਟੀ ਕਰ ਸਕਦੇ, ਕਿਉਂਕਿ ਇਹਨੇ ਬੜੀ ਵਧੀਆ ਥਾਂ ਬਣਾ ਲਈ ਹੈ। ਨਾਲ ਦੀ ਸਪੋਟ ਲੈਣ ਦੇ ਕਰਕੇ ਤੁਹਾਡੇ ਵਾਸਤੇ ਬੈਠਣ ਵਾਸਤੇ ਥਾਂ ਕਾਫੀ ਖੁੱਲੀ ਡੁੱਲੀ ਹੈ। ਵੈਜ ਖਾਓ, ਨੌਨ ਵੈਜ ਖਾਓ, ਉੱਥੇ ਬੈਠ ਕੇ ਪਾਰਟੀ ਕਰੋ। ਪਾਰਟੀ ਦਾ ਪੂਰਾ ਸਮਾਨ ਇਹਨਾਂ ਦੇ ਕੋਲ ਹੁੰਦਾ ਹੈ। ਮਠਿਆਈ ਇਹਨਾਂ ਦੀ ਬਾਕਮਾਲ ਹੁੰਦੀ ਹੈ। ਸਪੈਸ਼ਲੀ ਤੁਸੀਂ ਇਹਨਾਂ ਨੂੰ ਜਦੋਂ ਕਾਲ ਕਰੋਗੇ ਤੇ ਦਿਲ ਆਪਣਾ ਪੰਜਾਬੀ ਦਾ ਹਵਾਲਾ ਦੇਣ ਤੇ ਤੁਹਾਡੇ ਨਾਲ ਵਧੀਆ ਹੋਰ ਵੀ ਜ਼ਿਆਦਾ ਟਰੀਟ ਕੀਤਾ ਜਾਵੇ ਤਾਂ ਕੁਝ ਨਾ ਕੁਝ ਤੁਹਾਨੂੰ ਗਿਫਟ ਮਿਲ ਸਕਦਾ ਹੈ। ਕੀ ਗਿਫਟ ਮਿਲੇਗਾ? ਕਾਲ ਕਰੋ 905 450 0000 ਤੇ ਸੰਪਰਕ ਕੀਤਾ ਜਾ ਸਕਦਾ ਹੈ ਲਵ ਤੰਦੂਰੀ ਨੂੰ। ਰੂਬਲ ਸਾਹਿਬ, ਆਪਾਂ ਗੱਲਬਾਤ ਜਿਸ ਤਰੀਕੇ ਨਾਲ ਸਿਹਤ ਸੰਬੰਧੀ ਕਰੀ ਜਾ ਰਹੇ ਹਾਂ ਤੇ ਸਿਹਤ ਸੰਬੰਧੀ ਗੱਲਬਾਤ ਕਰਦੇ ਸਾਡੇ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਕੁਐਸਚਨ ਵੀ ਆਏ, ਉਹ ਕੁਐਸਚਨਾਂ ਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾ ਕੁਐਸਚਨ ਤਾਂ ਇਹ ਹੈ ਜੀ, ਖਾਧਾ ਪੀਤਾ ਪਚਦਾ ਨਹੀਂ ਤੇ ਖੱਟੇ ਖੱਟੇ ਢਕਾਰ ਆਉਂਦੇ ਨੇ 55 ਸਾਲ ਦੇ ਮੇਲ ਨੇ। ਹਾਂ ਦੇਖੋ, ਹੁਣ ਗੱਲ ਸਾਡੀ ਉਹੀ ਚੱਲ ਰਹੀ ਹੈਗੀ ਐਸਿਡ ਦੀ, ਕਿ ਜਦੋਂ ਖਾਧਾ ਪੀਤਾ ਹੀ ਨਹੀਂ ਪਚਣਾ ਤੇ ਖੱਟੇ ਖੱਟੇ ਡਕਾਰ ਹੀ ਆਉਣੇ ਹੈਗੇ ਆ।
ਰਿਮੈਂਬਰ ਕਿ ਜਿਹੜੀ ਸਾਡੀ ਬਾਡੀ ਦੇ ਅੰਦਰ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ, ਉਹ ਸਭ ਤੋਂ ਪਹਿਲਾਂ ਜਿਹੜੇ ਆ ਉਹ ਸਾਡੇ ਢਿੱਡ ਦੇ ਵਿੱਚ ਜਿਹੜਾ ਸਟਮਕ ਪਾਊਚ ਹੈ, ਜਿਹਦੇ ਵਿੱਚ ਕਿ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ। ਸੋ ਇਹ ਇੱਕ ਐਸਿਡ ਹੈ ਜਿਹੜਾ ਕਿ ਹਰ ਇੱਕ ਚੀਜ਼ ਨੂੰ ਡਿਜ਼ੋਲਵ ਕਰਨ ਦੀ ਸਮਰੱਥਾ ਰੱਖਦਾ ਹੈਗਾ ਹੈ, ਉਹਨੂੰ ਬ੍ਰੇਕ ਡਾਊਨ ਕਰਦਾ, ਨਾਟ ਓਨਲੀ ਫਿਜ਼ੀਕਲੀ, ਉਹਨੂੰ ਕੈਮੀਕਲੀ ਵੀ ਜਿਹੜਾ ਆ ਫੂਡ ਨੂੰ ਬ੍ਰੇਕ ਡਾਊਨ ਕਰਦਾ। ਹੁਣ ਫਿਰ ਉਸ ਤੋਂ ਬਾਅਦ ਦੇ ਵਿੱਚ ਫੂਡ ਜਿਹੜਾ ਆ ਉਹ ਸਾਡੇ ਛੋਟੀ ਆਂਤੜੀ ਦੇ ਵਿੱਚ ਜਾਂਦਾ ਹੈਗਾ। ਹੁਣ ਛੋਟੀ ਆਂਤੜੀ ਦੇ ਵਿੱਚ ਜਦੋਂ ਜਾਂਦਾ ਆ ਅਤੇ ਉਹ ਫਿਰ ਉਸ ਟਾਈਮ ਦੇ ਵਿੱਚ ਉਹ ਲਿਵਰ ਜਿਹੜਾ ਆ ਆਪਣੇ ਐਨਜ਼ਾਈਮਸ ਜਿਹੜੇ ਉਹਦੇ ਵਿੱਚ ਉਹਨੂੰ ਸਿੱਟਦਾ, ਬਾਇਲ ਐਸਿਡ ਜਿਹੜੇ ਜਾਂ ਹੋਰ ਕਈ ਤਰ੍ਹਾਂ ਦੇ ਐਨਜ਼ਾਈਮਸ ਜਿਹੜੇ ਹੁੰਦੇ ਆ, ਜਿਹੜਾ ਲਿਵਰ ਉਹਨਾਂ ਨੂੰ ਬਣਾਉਂਦਾ ਹੈਗਾ ਉਸ ਟਾਈਮ ਦੇ ਉੱਤੇ, ਅਤੇ ਉਹ ਸਾਡੀ ਫੂਡ ਦੇ ਵਿੱਚ ਜਿਹੜੇ ਉਹ ਮਿਕਸ ਹੁੰਦੇ ਹੈਗੇ ਆ ਉਹਨੂੰ ਫਰਦਰ ਬ੍ਰੇਕ ਡਾਊਨ, ਉਹਨੂੰ ਅਬਜ਼ੋਰਬ ਕਰਨ ਦੇ ਵਾਸਤੇ। ਹੁਣ ਪ੍ਰੋਬਲਮ ਇਜ਼ ਕਿ ਉਹ ਲੋਕ ਜਿਨ੍ਹਾਂ ਦੀ ਛੋਟੀ ਆਂਤੜੀ ਦੀ ਅਬਜ਼ੋਰਪਸ਼ਨ ਘੱਟ ਹੁੰਦੀ ਹੈਗੀ ਹੈ, ਮਤਲਬ ਕਿ ਉਹ ਫੂਡ ਦੇ ਵਿੱਚੋਂ, ਰੋਟੀ ਦੇ ਵਿੱਚੋਂ ਆਪਣੀ ਨਿਊਟਰੀਐਂਟਸ ਨੂੰ ਅਬਜ਼ੋਰਬ ਨਹੀਂ ਕਰ ਸਕਦੇ, ਅਤੇ ਉਸ ਟਾਈਮ ਦੇ ਉੱਤੇ ਫਿਰ ਉਹ ਖੱਟੇ ਖੱਟੇ ਡਕਾਰ ਜਿਹੜੇ ਹੈਗੇ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਹੈਗੇ। ਸੋ ਇਹ ਯੂਜਲੀ ਪ੍ਰੋਬਲਮ ਜਿਹੜੀ ਆ ਮਾਲ ਅਬਜ਼ੋਰਪਸ਼ਨ ਦੀ ਆਪਾਂ ਇਹਨੂੰ ਕਹਿੰਦੇ ਆ ਕਿ ਇਹ ਹੁੰਦੀ ਹੈਗੀ ਆ ਮੋਸਟ ਆਫ ਦਾ ਟਾਈਮ। ਜੇ ਆਂਤੜੀਜ਼ ਦੇ ਉੱਤੇ ਸੋਜ ਆਈ ਹੋਵੇ ਅਤੇ ਉਹਦੇ ਕਰਕੇ ਉਹਦੀ ਜਿਹੜੀ ਅਬਜ਼ੋਰਪਸ਼ਨ ਜਿਹੜੀ ਹੈਗੀ ਆ ਉਹ ਘੱਟ ਸਕਦੀ ਹੈ। ਸੋ ਉਹਦੇ ਵਾਸਤੇ ਜਿਹੜੀ ਉਹ ਐਕਚੁਅਲੀ ਫਿਜ਼ੀਕਲੀ ਦੇਖਣ ਦੀ ਜ਼ਰੂਰਤ ਹੁੰਦੀ ਹੈਗੀ ਆ ਪੇਸ਼ੈਂਟ ਨੂੰ, ਜਾਂ ਉਹ ਆਪ ਵੀ ਚੈੱਕ ਕਰ ਸਕਦੇ ਆ ਕਿ ਸਿੱਧੇ ਲੰਮੇ ਪੈ ਕੇ, ਖਾਲੀ ਪੇਟ ਸਿੱਧੇ ਲੰਮੇ ਪੈ ਕੇ ਆਪਣੇ ਧੁੰਨੀ ਤੋਂ ਸੱਜੇ ਬੰਨੇ ਜਿਹੜਾ ਆ ਉਹ ਦਬਾਉਣਾ ਹੁੰਦਾ ਢਿੱਡ ਨੂੰ, ਅਤੇ ਉਹ ਜੇ ਤੁਹਾਡੇ ਦਰਦ ਹੋ ਰਹੀ ਹੈਗੀ, ਉੱਥੇ ਸ਼ਾਰਪ ਦਰਦ ਹੋ ਰਹੀ ਹੈਗੀ ਹੈ, ਸੋ ਉਹਦਾ ਗੁੱਡ ਇੰਡੀਕੇਸ਼ਨ ਹੈ ਕਿ ਉੱਥੇ ਸੋਜ ਹੈ ਤੁਹਾਡੇ ਆਂਤੜੀਆਂ ਦੇ ਵਿੱਚ, ਸੱਜੇ ਬੰਨੇ ਛੋਟੀ ਆਂਤੜੀ ਦੇ ਵਿੱਚ, ਅਤੇ ਉਹਦੀ ਵਜ੍ਹਾ ਦੇ ਕਰਕੇ ਫਿਰ ਉਹ ਅਬਜ਼ੋਰਪਸ਼ਨ ਘੱਟ ਹੈ, ਜਿਹਦੇ ਕਰਕੇ ਜਿਹੜੀ ਆ ਉਹ ਤੁਹਾਨੂੰ ਰੋਟੀ ਪਾਣੀ ਪਚ ਨਹੀਂ ਰਿਹਾ, ਜਿਹਦੇ ਕਰਕੇ ਡਕਾਰ ਆ ਰਹੇ ਹੈਗੇ। ਸੋ ਇੱਕ ਤਾਂ ਇਹ ਸਿਨੈਰੀਓ ਹੈਗਾ। ਦੂਸਰਾ ਸਿਨੈਰੀਓ ਜਿਹੜਾ ਉਹ ਇਹ ਹੋ ਸਕਦਾ ਹੈ ਕਿ ਵੈਸੇ ਹੀ ਤੁਸੀਂ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਗਰਮ ਮਸਾਲੇ, ਚਾਹ, ਕੌਫੀ, ਸ਼ਰਾਬ ਜਾਂ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਆ ਤੁਸੀਂ ਇਹੋ ਜਿਹੀਆਂ ਲੈ ਰਹੇ ਹੈਗੇ ਹੋ ਜਿਹਦੇ ਕਰਕੇ ਤੁਹਾਡੀ ਬਾਡੀ ਜਿਹੜੀ ਆ ਉਹ ਐਸਿਡ ਜ਼ਿਆਦਾ ਬਣਾ ਰਹੀ ਹੈਗੀ ਆ। ਆਬਵੀਅਸਲੀ ਜਦੋਂ ਐਸਿਡ ਜ਼ਿਆਦਾ ਬਣੇਗਾ ਅਤੇ ਉਹਦੇ ਨਾਲ ਐਸਿਡ ਹੈ, ਉਹਦੇ ਨਾਲ ਗੈਸ ਵੀ ਬਣਦੀ ਹੈਗੀ ਹੈ, ਅਤੇ ਉਹ ਗੈਸ ਹਮੇਸ਼ਾ ਜਿਹੜੀ ਆ ਉਹ ਉੱਤੇ ਵੱਲ ਨੂੰ ਟਰੈਵਲ ਕਰਦੀ ਹੈਗੀ ਆ। ਸੋ ਉਹਦੇ ਕਰਕੇ ਵੀ ਜਿਹੜਾ ਆ ਸਟਮਕ ਪਾਊਚ ਦੇ ਵਿੱਚ, ਸੋ ਉਹਦੇ ਕਰਕੇ ਐਸਿਡ ਜ਼ਿਆਦਾ ਬਣਨ ਦੀ ਵਜ੍ਹਾ ਦੇ ਕਰਕੇ ਤੁਹਾਨੂੰ ਡਕਾਰ ਆ ਸਕਦੇ ਹੈਗੇ। ਤੀਸਰਾ ਸਿਨੈਰੀਓ ਇਹ ਹੁੰਦਾ ਹੈਗਾ ਕਿ ਅਸੀਂ ਰੋਟੀ ਪਾਣੀ ਜਿਹੜੀ ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ ਨਾ, ਸੌਣ ਤੋਂ ਕਈ ਆਮ ਕਰਦੇ ਹੈਗੇ ਆ ਕਿ ਵੀ ਉਹ ਆਪਾਂ ਰੋਟੀ ਖਾਧੀ ਅਤੇ ਉਹ ਤੋਂ ਅੱਧੇ ਪੌਣੇ ਘੰਟੇ ਬਾਅਦ ਜਿਹੜਾ ਉਹ ਸੌਂ ਗਏ। ਰੋਟੀ ਖਾਣ, ਰਾਤ ਦੀ ਸਪੈਸ਼ਲੀ ਰੋਟੀ ਖਾਣ ਤੋਂ ਘੱਟ 4 ਘੰਟੇ ਬਾਅਦ ਜਿਹੜਾ ਉਹ ਤੁਹਾਨੂੰ ਸੌਣਾ ਚਾਹੀਦਾ ਹੈਗਾ, ਕਿਉਂਕਿ ਜੇ ਤੁਸੀਂ ਰੋਟੀ ਖਾਧੀ ਆ ਅਤੇ ਉੱਦਾਂ ਹੀ ਤੁਸੀਂ ਲੰਮੇ ਪੈ ਗਏ ਅਤੇ ਉਹਦੇ ਨਾਲ ਫਿਰ ਉਹ ਸਾਰਾ ਫੂਡ ਜਿਹੜਾ ਆ ਦੁਬਾਰਾ ਤੋਂ ਗਲੇ ਵੱਲ ਨੂੰ ਆਉਣਾ ਸ਼ੁਰੂ ਹੋ ਜਾਂਦਾ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਖੱਟੇ ਖੱਟੇ ਡਕਾਰ ਆਉਣਗੇ। ਸੋ ਇਹ 3-4 ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ। ਹੁਣ ਕਿਉਂਕਿ ਰੇਡੀਓ ਦੇ ਉੱਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਨਾਂ ਨੂੰ ਕੀ ਪ੍ਰੋਬਲਮ ਹੈ ਉਹਦੀ, ਕਿਉਂਕਿ ਜੇ ਫੋਰ ਐਗਜ਼ਾਮਪਲ ਜੇ ਉਹ ਸਿੰਪਲ ਪ੍ਰੋਬਲਮ ਇਹੋ ਹੀ ਆ ਕਿ ਉਹ ਤੁਸੀਂ ਮਤਲਬ ਰੋਟੀ ਪਾਣੀ ਜਿਹੜਾ ਆ ਉਹ ਸੌਣ ਤੋਂ 4 ਘੰਟੇ ਦੇ ਵਿੱਚ ਜਿਹੜਾ ਉਹ ਨਹੀਂ ਲੈ ਰਹੇ, ਜਾਂ ਉਹ ਘੱਟ ਹੈ ਸਮਾਂ, ਅਤੇ ਫਿਰ ਆਬਵੀਅਸਲੀ ਉਹ ਸਮਾਂ ਵਧਾ ਦਿਓ ਅਤੇ ਤੁਹਾਡੀ ਪ੍ਰੋਬਲਮ ਜਿਹੜੀ ਉਹ ਆਪੇ ਠੀਕ ਹੋ ਜਾਣੀ। ਬਾਕੀ ਪ੍ਰੋਬਲਮਸ ਜਿਹੜੀ ਤਾਂ ਇਹ ਹੈ ਕਿ ਉਸ ਵੇਲੇ 4 ਘੰਟੇ ਬਾਅਦ ਫਿਰ ਭੁੱਖ ਲੱਗ ਜਾਂਦੀ, ਫਿਰ ਜਾਂ ਫਰਿੱਜ ਵੱਲ ਨੂੰ ਜਾਂਦੇ, ਦੁੱਧ ਦਾ ਕੱਪ ਗਰਮ ਕਰਕੇ ਪੀ ਲਓ ਜੀ, ਜਾਂ ਕੋਈ ਗੱਲ ਨਹੀਂ ਜੀ ਇੱਕ ਅੱਧੀ ਮਠਿਆਈ ਪਈ ਉਹਦਾ ਪੀਸ ਚੁੱਕ ਕੇ ਖਾ ਲਓ, ਉਹਦੇ ਨਾਲ ਪ੍ਰੋਬਲਮ ਫਿਰ ਜ਼ਿਆਦਾ ਕ੍ਰੀਏਟ ਹੁੰਦੀਆਂ ਜੀ। ਪਰ ਦੇਖੋ ਇਹ ਹੈ ਤੇ ਜਿਹੜੀਆਂ ਆਦਤਾਂ ਹੀ ਹੈ ਨਾ, ਹੁਣ ਆਦਤ ਹੈ ਨਾ, ਇਹ ਆਦਤ ਤਾਂ ਜਿਹੜੀ ਕੋਈ ਬਿਮਾਰੀ ਦੇ ਵਿੱਚ ਤਾਂ ਹੈ ਨਹੀਂ ਕਿ ਦੇਖੋ ਜੀ ਮੈਂ ਜੇ ਮੈਨੂੰ ਭੁੱਖ ਲੱਗ ਜਾਂਦੀ ਹੈ ਅਤੇ ਮੈਂ ਕੀ ਕਰਾਂ, ਭੁੱਖ ਲੱਗ ਜਾਂਦੀ ਹੈ ਤਾਂ ਪਾਣੀ ਪੀ ਲਓ, ਭੁੱਖ ਲੱਗ ਜਾਂਦੀ ਜਾਂ ਕੁਛ ਹੋਰ ਕਰ, ਮਤਲਬ ਉਹ ਸ਼ੁਰੂ ਦੇ ਵਿੱਚ ਹੀ ਹੈ ਨਾ, ਇਹਨੂੰ ਹੌਲੀ ਹੌਲੀ ਤੁਸੀਂ ਆਦਤ ਪਾਈ ਹੋਈ ਹੈ ਅਤੇ ਤੁਸੀਂ ਹਟਾ ਸਕਦੇ ਹੋ। ਇਹ ਕੋਈ ਮਤਲਬ ਕੋਈ ਨਸੈਸਿਟੀ ਨਹੀਂ ਹੈਗੀ ਤੁਹਾਨੂੰ, ਇਹ ਤਾਂ ਤੁਹਾਡੀ ਆਦਤ ਹੈ, ਆਦਤ ਨੂੰ ਤੁਸੀਂ ਹਟਾ ਸਕਦੇ ਹੈਗੇ ਹੋ। ਸੋ ਇਹ ਇੱਕ ਬੜਾ ਇੱਕ ਮੇਰੇ ਹਿਸਾਬ ਦੇ ਨਾਲ ਐਕਸਕਿਊਜ਼ ਮਾਈ ਲੈਂਗੁਏਜ, ਹਾਂ ਕੋਈ ਬੜਾ ਲੇਮ ਐਕਸਕਿਊਜ਼ ਹੈਗਾ ਆ ਕਿ ਬਹੁਤ ਲੋਕ ਜਿਹੜੇ ਕਈ ਵਾਰੀ ਇਹਨੂੰ ਯੂਜ਼ ਕਰਦੇ। ਦੇਖੋ ਜੀ ਮੈਂ ਕਰ ਤਾਂ ਦਵਾਂ ਪਰ ਮੈਨੂੰ ਭੁੱਖ ਬੜੀ ਲੱਗਦੀ ਹੈ ਜੀ ਅੱਗੇ, ਫਿਰ ਮੈਂ ਕੀ ਕਰਾਂ। ਵੈਲ ਇਟਸ ਜਸਟ ਹੈਬਿਟ ਆ, ਉਹ ਹੈਬਿਟ ਨੂੰ ਤੁਸੀਂ ਆਪ ਹੀ ਹਟਾ ਸਕਦੇ ਹੋ ਹੌਲੀ ਹੌਲੀ ਕਰਕੇ। ਪਰ ਇਹ ਸਿੰਪਲ ਕਹਿਣਾ ਕਿ ਨਹੀਂ ਜੀ ਮੇਰੇ ਕੋਲ ਨਹੀਂ, ਮੈਨੂੰ ਤਾਂ ਭੁੱਖ ਲੱਗਣੀ ਹੈ ਅਤੇ ਮੈਂ ਫਿਰ ਮੁੜ ਕੇ ਖਾਣਾ ਹੀ ਆ, ਸੋ ਉਹ ਖਾਣ ਦੀ ਵਜ੍ਹਾ ਦੇ ਕਰਕੇ ਹੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ ਹੈਗੀਆਂ। ਰਿਮੈਂਬਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਉਹ ਜ਼ਿਆਦਾ ਖਾਣ ਦੀ ਵਜ੍ਹਾ ਦੇ ਕਰਕੇ ਲੱਗ ਰਹੀਆਂ ਹੈ, ਨਾ ਕਿ ਭੁੱਖਮਰੀ ਦੀ ਵਜ੍ਹਾ ਦੇ ਕਰਕੇ ਜੀ। ਤੇ ਅਗਲੇ ਹੈਗੇ ਨੇ ਸਾਡੇ ਕੋਲ ਮੇਲ ਹੈਗੇ ਨੇ, ਮੇਲ ਦੀ ਏਜ ਹੈ ਕਿ 71 ਜੀ, ਸਾਡੇ ਨੌਜਵਾਨ ਹੈਗੇ ਨੇ,
ਕਹਿੰਦੇ ਕਿ ਆਪਣੇ ਦਿਲ ਨੂੰ ਕਿਵੇਂ ਆਪਾਂ ਵਧੀਆ ਰੱਖ ਸਕਦੇ, ਹੈਲਥੀ ਰੱਖ ਸਕਦੇ ਤੇ ਫ੍ਰੀ ਫਰੋਮ ਬਲੋਕੇਜ, ਹਾਂ ਬਲੋਕੇਜ ਤੋਂ ਫ੍ਰੀ ਕਿਵੇਂ ਰੱਖ ਸਕਦੇ। 71 ਸਾਲ ਦੀ ਏਜ ਹੈ, ਸਾਡੇ ਸਭ ਨੌਜਵਾਨ ਇਹ ਪੁੱਛਣਾ ਚਾਹੁੰਦੇ ਨੇ ਜੀ। ਸਭ ਤੋਂ ਵਧੀਆ ਜਿਹੜਾ ਆ ਉਹ ਸਾਡਾ ਹੈਗਾ ਆ ਅਰਜਨਾ। ਹੂੰ। ਸੋ ਅਰਜਨਾ ਅਰਜੁਨ ਦਰਖਤ ਹੈਗੀ ਹੈ, ਅਤੇ ਉਹ ਅਰਜਨ ਦਰਖਤ ਦੀ ਜਿਹੜੀ ਛਾਲ ਹੈ ਉਹਨੂੰ ਅਰਜਨਾ ਛਾਲ ਕਿਹਾ ਜਾਂਦਾ ਹੈ। ਅਤੇ ਉਹ ਅਰਜੁਨਾ ਛਾਲ ਨੂੰ ਜਦੋਂ ਤੁਸੀਂ ਉਹਨੂੰ ਥੋੜ੍ਹੇ ਜਿਹੇ ਲੈ ਕੇ, ਜਿੱਦਾਂ ਕਹਿ ਲਓ ਕਿ ਚਮਚਾ ਕੇ ਇੱਕ ਜਿਹੜਾ ਆ ਉਹ ਛਾਲ ਲੈ ਕੇ ਉਹਨੂੰ, ਹਾਂਜੀ, ਅਤੇ ਉਹਨੂੰ ਜਿਹੜੀ ਆ ਤੁਸੀਂ ਚਾਹ ਦੇ ਨਾਲ, ਚਾਹ ਦੇ ਵਾਂਗੂ ਜਿਹੜਾ ਉਬਾਲ ਕੇ ਜਿਹੜਾ ਉਹਨੂੰ ਤੁਸੀਂ ਪੀਣਾ ਸ਼ੁਰੂ ਕਰੋ। ਜੇ ਤੁਹਾਨੂੰ ਮਤਲਬ ਬਲੋਕੇਜ ਜ਼ਿਆਦਾ ਹੈਗੀ ਹੈ ਤਾਂ ਤੁਸੀਂ ਉਹਨੂੰ ਸਵੇਰੇ ਸ਼ਾਮ ਲੈ ਸਕਦੇ ਹੈਗੇ ਹੋ। ਅਤੇ ਜੇ ਤੁਸੀਂ ਵੈਸੇ ਪ੍ਰੀਵੈਂਟੇਟਿਵ ਪਰਪਸਿਸ ਦੀ ਵਜ੍ਹਾ ਦੇ ਕਰਕੇ ਲੈ ਰਹੇ ਹੋ ਕਿ ਵੀ ਮੈਨੂੰ ਕੋਈ ਬਲੋਕੇਜ ਆਵੇ ਨਾ, ਅਤੇ ਫਿਰ ਜਿਹੜਾ ਉਹ ਤੁਸੀਂ ਉਹਨੂੰ ਇੱਕ ਟਾਈਮ ਲਵੋ, ਅਤੇ ਉਹਦੇ ਨਾਲ ਜਿਹੜੀ ਆ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਕੋਈ ਬਲੋਕੇਜ ਜਿਹੜੀ ਆ ਰਹੀ ਆ ਉਹ ਤੁਹਾਡੀ ਠੀਕ ਹੋ ਸਕਦੀ ਹੈਗੀ ਆ। ਬਲੱਡ ਪ੍ਰੈਸ਼ਰ ਨੂੰ ਇਹ ਕੰਟਰੋਲ ਕਰਕੇ ਰੱਖਦੀ ਹੈਗੀ ਆ ਅਰਜਨਾ। ਔਰ ਉਹਦੇ ਨਾਲ ਦੀ ਨਾਲ ਜਿਹੜੀ ਆ ਓਵਰਆਲ ਬਲੱਡ ਦਾ ਸਰਕੂਲੇਸ਼ਨ ਇੰਪਰੂਵ ਹੁੰਦਾ ਆ ਪੂਰੀ ਬਾਡੀ ਦੇ ਵਿੱਚ। ਉਹਦੇ ਨਾਲ ਜਦੋਂ ਸਰਕੂਲੇਸ਼ਨ ਇੰਪਰੂਵ ਹੋਏਗਾ ਅਤੇ ਉਹਦੇ ਨਾਲ ਆਕਸੀਜਨ ਦਾ ਲੈਵਲ ਵੀ ਜਿਹੜਾ ਉਹ ਵਧੇਗਾ। ਸੋ ਓਵਰਆਲ ਬੰਦਾ ਜਿਹੜਾ ਆ ਉਹ ਤੇ ਝੁਰੜੀਆਂ ਘੱਟ ਆਉਣਗੀਆਂ, ਵੈਸੇ ਤੁਸੀਂ ਜ਼ਿਆਦਾ ਐਨਰਜੈਟਿਕ ਮਹਿਸੂਸ ਕਰੋਗੇ। ਅਤੇ ਉਹਦੇ ਨਾਲ ਓਵਰਆਲ ਬਾਡੀ ਜਿਹੜੀ ਹੈ, ਕਿਉਂਕਿ ਹਾਰਟ ਦਾ ਜਿਹੜਾ ਸਿਸਟਮ ਹੈ ਉਹ ਕਾਰਡੀਓਵੈਸਕੂਲਰ ਸਿਸਟਮ ਹੈ, ਪਰ ਨਾਲ ਦੇ ਨਾਲ ਉਹ ਸਰਕੂਲੇਟਰੀ ਸਿਸਟਮ ਦੇ ਵਿੱਚ ਵੀ ਉਹ ਵਰਕ ਕਰਦੀ ਹੈ। ਸੋ ਦੋਨੋਂ ਹੀ ਸਿਸਟਮ ਜਿਹੜੇ ਹੈਗੇ ਆ ਉਹ ਤੁਹਾਡੇ ਅਰਜਨਾ ਦੇ ਨਾਲ ਜਿਹੜੇ ਆ ਉਹ ਠੀਕ ਹੁੰਦੇ ਹੈਗੇ, ਇੰਪਰੂਵ ਹੁੰਦੇ ਹੈਗੇ ਆ। ਸੋ ਐਂਡ ਉਹ ਕਿਸੇ ਵੀ ਏਜ ਦੇ ਵਿੱਚ ਲਈ, ਕੋਈ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਨੂੰ ਹਾਰਟ ਦੀ ਕੋਈ ਪ੍ਰੋਬਲਮ ਹੈ ਤਾਂ ਤਾਂ ਹੀ ਲੈਣਾ। ਅਸੀਂ ਬਹੁਤੀ ਵਾਰੀ ਕਹਿੰਦੇ ਹੈਗੇ ਆ ਕਿ ਜਿਹੜੇ ਬੰਦੇ ਚਾਹ ਦੇ ਸ਼ੌਕੀਨ ਹੈਗੇ ਆ, ਚਾਹ ਛੱਡ ਨਹੀਂ ਸਕਦੇ, ਅਤੇ ਉਹ ਵੈਸੇ ਹੀ ਅਰਜਨਾ ਦੀ ਚਾਹ ਜਿਹੜੀ ਲੈਣੀ ਚਾਹੀਦੀ ਹੈ। ਕਿਉਂਕਿ ਜਦੋਂ ਅਰਜਨਾ ਦੀ ਚਾਹ ਤੁਸੀਂ ਪੀਂਦੇ ਹੈਗੇ ਉਹ 'ਚ ਥੋੜ੍ਹੇ ਜਿਹੇ ਦੁੱਧ ਪਾ ਕੇ, ਅਤੇ ਉਹਦਾ ਰੰਗ ਰੂਪ ਹਰ ਇੱਕ ਚੀਜ਼ ਜਿਹੜੀ ਹੈਗੀ ਉਹ ਚਾਹ ਵਾਂਗੂ ਹੀ ਲੱਗਦਾ ਹੈ। ਕਿਉਂਕਿ ਬਹੁਤੇ ਲੋਕ ਕਹਿੰਦੇ ਆ ਕਿ ਬੈਟਰ ਇਹ ਨਹੀਂ ਕਿ ਬਾਕੀ ਮਸਾਲੇ ਮਸੂਲੇ ਜੇਕਰ ਤੁਸੀਂ ਪਾਉਣੇ ਨਾਲ ਅਰਜਨਾ ਦੀ ਜਿਹੜੀ ਚਾਹ ਤੁਸੀਂ ਉਹ ਥਾਂ ਤੇ ਉਹ ਪਾ ਲਓ, ਤਾਂ ਦੁੱਧ ਬੇਸ਼ੱਕ ਨਾ ਵੀ ਪਾਓ ਤਾਂ ਚੰਗਾ। ਹਾਂਜੀ ਹਾਂਜੀ, ਜਿਹੜੇ ਨੋਰਮਲ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਜੇ ਦੁੱਧ ਲੈ ਰਹੇ ਥੋੜ੍ਹਾ ਬਹੁਤਾ ਵਿੱਚ ਉਹਦੇ ਪਾ ਰਹੇ ਹੈਗੇ ਆ ਅਤੇ ਉਹ ਪਾ ਸਕਦੇ ਹੈਗੇ ਆ। ਪਰ ਕਹਿਣ ਦਾ ਮਤਲਬ ਕਿ ਚਾਹ ਦਾ ਇਹ ਸਬਸਟੀਟਿਊਟ ਹੈਗਾ ਆ। ਇਹਦੇ ਵਾਸਤੇ, ਇਹਦੇ ਨਾਲ ਤੁਹਾਨੂੰ ਚਾਹ ਦਾ ਕਲਰ ਵੀ ਬੜਾ ਵਧੀਆ ਹੈ, ਜਿੱਦਾਂ ਦਾ ਪੱਤੀ ਦਾ ਕਲਰ ਹੁੰਦਾ ਇਸੇ ਤਰੀਕੇ ਦਾ ਇਹਦਾ ਵੀ ਕਲਰ ਜਿਹੜਾ ਉਹ ਬਹੁਤ ਵਧੀਆ ਬਣਦਾ ਆ। ਪਈ ਹੋਏਗੀ ਚਾਹ, ਤੁਸੀਂ ਕਹਿ ਹੀ ਨਹੀਂ ਸਕਦੇ ਕਿ ਇਹ ਅਰਜਨਾ ਚਾਹ ਹੈ, ਅਰਜਨਾ ਦੀ ਚਾਹ ਹੈ ਕਿ ਨੋਰਮਲ ਪੱਤੀ ਵਾਲੀ ਚਾਹ ਆ। ਅਤੇ ਉਹਦੇ ਨਾਲ ਉਹਦਾ ਸਵਾਦ ਦਾ ਪਤਾ ਲੱਗਦਾ ਤਾਂ ਉਹਦੇ ਅਸਰ ਦਾ ਪਤਾ ਲੱਗਦਾ ਵੀ ਅਸਰ ਇਹਦਾ ਕਈ ਗੁਣਾ ਦੂਜੇ ਨਾਲੋਂ ਜ਼ਿਆਦਾ। ਅੱਛਾ, ਇਹਦੇ ਵਿੱਚ ਤੁਸੀਂ ਜਿਹੜੇ ਮਸਾਲੇ ਦੂਜੇ ਆਪਾਂ ਪਾਉਂਦੇ, ਜੇ ਲੌਂਗ, ਇਲਾਇਚੀ ਜਾਂ ਇਹ ਚੀਜ਼ਾਂ, ਸੌਂਫ ਪਾ ਸਕਦੇ ਹਾਂ ਕਿ ਕੱਲੀ ਅਰਜਨਾ ਛਾਲੀ? ਕੱਲੀ ਅਰਜਨਾ ਛਾਲ। ਰਿਮੈਂਬਰ ਮੈਂ ਬੜੇ ਪਹਿਲਾਂ ਵੀ ਕਿਹਾ ਕਿ ਅਨਨੈਸੈਸਰੀ ਗਰਮ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਨਹੀਂ ਖਾਣੀਆਂ ਚਾਹੀਦੀਆਂ। ਉਹਨਾਂ ਤੁਸੀਂ ਆਪਣੀ ਬਾਡੀ ਦੀ ਪ੍ਰਕਿਰਤੀ ਦੇ ਹਿਸਾਬ ਦੇ ਨਾਲ ਖਾਣੀਆਂ ਹੁੰਦੀਆਂ। ਐਗਜ਼ਾਮਪਲ ਦੇ ਤੌਰ 'ਤੇ ਲੱਗ ਰਿਹਾ ਤੁਹਾਨੂੰ ਕਿ ਅੱਜ ਗਲੇ ਦੇ ਵਿੱਚ ਥੋੜ੍ਹੀ ਜਿਹੀ ਖਰਖਰੀ ਜਿਹੀ ਜਿਹੜੀ ਹੋ ਰਹੀ ਹੈ, ਹੈ ਨਾ, ਅਤੇ ਫਿਰ ਤੁਸੀਂ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਭਾਵੇਂ ਸੌਂਫ ਪਾ ਲਓ। ਜੇ ਲੱਗਦਾ ਪਿਆ ਹੈ ਕਿ ਥੋੜ੍ਹਾ ਜਿਹਾ ਜ਼ੁਕਾਮ ਜਿਹਾ ਹੋ ਰਿਹਾ ਤਾਂ ਫਿਰ ਤੁਸੀਂ ਉਹਦੇ ਵਿੱਚ ਲੌਂਗ ਪਾ ਲਓ, ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਜਦੋਂ ਤੁਹਾਨੂੰ ਲੱਗੇ ਤੁਹਾਨੂੰ ਉਦੋਂ ਤੁਸੀਂ ਜ਼ਰੂਰ ਕਰਨੀਆਂ ਹੁੰਦੀਆਂ। ਇਹ ਨਹੀਂ ਕਿ ਬਿਨਾਂ ਮਤਲਬ ਤੋਂ ਜਿਹੜੀਆਂ ਤੁਸੀਂ ਆਲ ਦਾ ਟਾਈਮ ਹੀ ਤੁਸੀਂ ਗਰਮ ਮਸਾਲੇ, ਲੌਂਗ, ਇਲਾਇਚੀਆਂ ਜਿਹੜੀਆਂ ਤੁਸੀਂ ਪਾਈ ਜਾ ਰਹੇ ਹੋ, ਉਹਦੇ ਨਾਲ ਸਗੋਂ ਤੁਹਾਡੀ ਜਿਹੜੀ ਉਹ ਐਸੀਡਿਟੀ ਵਧੇਗੀ, ਕਿਉਂਕਿ ਬਾਡੀ ਨੂੰ ਜ਼ਰੂਰਤ ਨਹੀਂ ਹੁੰਦੀ ਉਹਨਾਂ ਦੀ ਉਸ ਟਾਈਮ ਦੇ ਉੱਤੇ, ਅਤੇ ਉਹ ਫਾਇਦੇ ਦੀ ਥਾਂ ਦੇ ਉੱਤੇ ਐਕਚੁਅਲੀ ਨੁਕਸਾਨ ਕਰਦੀਆਂ। ਅਗਲੇ ਸਾਡੇ ਨੌਜਵਾਨ ਨੇ 77 ਸਾਲ ਦੇ, ਤੇ ਇਹ ਕਹਿੰਦੇ ਕਿ ਵਾਸ਼ਰੂਮ 5 ਤੋਂ ਲੈ ਕੇ 6 ਟਾਈਮ ਨਾਈਟ ਟਾਈਮ ਜਾਣਾ, ਤੇ ਮੈਂ ਕਹਿੰਦੇ 5 ਤੋਂ 7 ਗਲਾਸ ਪਾਣੀ ਦੇ ਵੀ ਰੋਜ਼ ਪੀਣਾ, ਤੇ ਲੋਟਸ ਆਫ ਸੈਲਡ ਵੀ ਖਾਣਾ, ਤੇ ਵਟ ਸ਼ੁੱਡ ਆਈ ਹੈਵ ਟੂ ਡੂ? ਡੇ ਟਾਈਮ ਆਈ ਹੈਵ ਟੂ ਗੋ 2 ਟਾਈਮ ਪੀ ਐਵਰੀ 2 ਆਵਰਸ, ਤੇ ਇਹਦਾ ਕੋਈ ਦੱਸੋ ਟ੍ਰੀਟਮੈਂਟ ਜਾਂ ਕੋਈ ਰੈਮਡੀ ਵਗੈਰਾ ਦੱਸੋ। 77 ਸਾਲ ਦੇ ਨੌਜਵਾਨ ਨੇ ਸਾਡੇ, ਮੈਂ ਰਿਪੀਟ ਕਰ ਦਿੰਦਾ ਦੁਬਾਰਾ, ਰਾਤ ਨੂੰ ਕਹਿੰਦੇ 5 ਤੋਂ 6 ਵਾਰੀ ਜਾਂਦੇ ਜਾਣੀ ਕਿ ਵਾਸ਼ਰੂਮ, ਤੇ ਡੇਲੀ ਜਾਣੀ ਕਿ 5 ਤੋਂ 7 ਗਲਾਸ ਪਾਣੀ ਪੀਣੇ, ਤੇ ਨਾਲ ਲੱਗਦਾ ਸੈਲਡ ਖਾਣਾ, ਤੇ ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਖਾਧੀ ਜਾਵੇ, ਕਿਹੜੀ ਛੱਡੀ ਜਾਵੇ, ਤੇ ਡੇ ਟਾਈਮ 2 ਟਾਈਮ ਪੀ ਜਾਣਾ, ਤੇ ਤੁਸੀਂ ਦੱਸੋ ਮੈਂ ਕੀ ਕਰਾਂ? ਦੇਖੋ ਇਹ ਬੜੀ ਇਹਦੀ ਆਪਾਂ ਗੱਲਬਾਤ, ਇਹਦਾ ਕੁਐਸਚਨ ਦਾ ਆਨਸਰ ਲੈਂਦੇ ਮੈਂ ਥੋੜੀ ਕਮਰਸ਼ੀਅਲ ਨਾਲ ਅਗਰੀ ਕਰਨਾ। ਚਰਨ ਸਿੰਘ ਰਾਏ 416 ਪੂਰਾ 499 97 ਤੇ ਇੰਸ਼ੋਰੈਂਸ ਤੁਸੀਂ ਘਰ ਦੀ ਕਰਾਉਣੀ ਹੋਵੇ, ਗੱਡੀਆਂ ਦੀ ਕਰਾਉਣੀ ਹੋਵੇ, ਇੱਕ ਪੈਕੇਜ ਦੀ ਲੈਣਾ ਹੋਵੇ, ਤੇ ਚਰਨ ਸਿੰਘ ਰਾਏ ਨਾਲ ਸੰਪਰਕ ਕਰੋ। 416 ਪੂਰਾ 499 97। ਤੁਸੀਂ ਨਿਊਜ਼ਪੇਪਰ ਵਿੱਚ ਇਹਨਾਂ ਦੇ ਆਰਟੀਕਲ ਵੱਖਰੇ ਵੱਖਰੇ ਪੜ੍ਹਦੇ ਹੋ, ਵਿਚਾਰਦੇ ਹੋ। ਜੇਕਰ ਤੁਹਾਡੀ ਇੰਸ਼ੋਰੈਂਸ ਇਹਨਾਂ ਦੇ ਕੋਲ ਨਹੀਂ ਵੀ ਹੈ ਫਿਰ ਵੀ ਤੁਹਾਨੂੰ ਸਲਾਹ ਮਸ਼ਵਰਾ ਦੇ ਸਕਦੇ ਨੇ। 416 ਪੂਰਾ 499 97 ਤੇ ਚਰਨ ਸਿੰਘ ਰਾਏ ਨਾਲ ਗੱਲਬਾਤ ਕਰ ਸਕਦੇ ਹੋ। ਦਵਿੰਦਰਪਾਲ 647 988 8731। ਤੁਸੀਂ ਫਸਟ ਸੈਕੰਡ ਥਰਡ ਮੌਰਗੇਜ ਲੈਣੀ ਹੋਵੇ ਜਾਂ ਇਕਟੀ ਦੇ ਵਿੱਚ ਪੈਸੇ ਕਢਾਉਣੇ ਹੋ, ਦਵਿੰਦਰਪਾਲ ਨਾਲ ਸੰਪਰਕ ਕਰ ਸਕਦੇ ਹੋ।
647 988 8731। ਡਿਕਸੀ ਫ੍ਰੇਸ ਸਿਸਟਮ ਇੱਕ ਚੰਗੀ ਕੰਪਨੀ ਹੈ, ਚੰਗੀ ਕੰਪਨੀ ਨਾਲ ਕੰਮ ਕਰਕੇ ਚੰਗੇ ਡਾਲਰ ਕਮਾਉਣਾ ਚਾਹੁੰਦੇ ਹੋ 416 896 2390 ਤੇ ਗੱਲਬਾਤ ਕਰੋ। 416 896 2390। ਇਮੇਜ 22 ਆਪਣੇ ਘਰ ਦੀ ਇਮੇਜ ਨੂੰ ਖਾਸ ਕਰਕੇ ਕਿਚਨ ਜਿਹਦੀ ਅਸੀਂ ਗੱਲਬਾਤ ਕਰਦੇ ਹਾਂ ਉਹਦੀ ਕਿਚਨ ਦੀ ਇਮੇਜ ਤੁਸੀਂ ਵਧੀਆ ਬਣਾਉਣੀ ਚਾਹੁੰਦੇ ਹੋ ਤੇ ਡੈਫੀਨੇਟਲੀ ਤੁਸੀਂ ਇਮੇਜ 22 ਵਾਲਿਆਂ ਨਾਲ ਸੰਪਰਕ ਕਰੋ। 416 816 3965 416 816 3965 ਤੇ ਗੱਲਬਾਤ ਕੀਤੀ ਜਾ ਸਕਦੀ। ਜਿਮੀ ਝਾਂਡੀ ਨਾਲ ਸੰਪਰਕ ਕਰੋ। ਘਰ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ, ਕਮਰਸ਼ੀਅਲ ਦਾਇਰੇ ਦੀ ਇੰਸ਼ੋਰੈਂਸ ਜਾਂ ਮੋਟਰਸਾਈਕਲ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਤੇ ਜਿਮੀ ਝਾਂਡੀ 416 903 0234 ਤੇ ਸੰਪਰਕ ਕਰ ਸਕਦੇ ਹੋ। ਕੀ ਕਹਿਣਾ ਚਾਹੁੰਦੇ ਜੀ ਸਾਡੇ ਨੌਜਵਾਨ 70 ਸਾਲ ਦੇ? ਦੇਖੋ, ਇਹ ਬੜੀ ਇੱਕ ਟਿਪੀਕਲ ਪ੍ਰੋਬਲਮ ਹੁੰਦੀ ਹੈਗੀ ਆ ਗਦੂਦਾਂ ਦੀ, ਜਿਹਦੀ ਵਜ੍ਹਾ ਦੇ ਕਰਕੇ ਜਿਹੜਾ ਆ ਉਹ ਸਾਡੇ ਜਿਹੜਾ ਯੂਰੀਨਰੀ ਬਲੈਡਰ ਹੈ ਉਹਦੇ ਉੱਤੇ ਐਕਸਟਰਾ ਪ੍ਰੈਸ਼ਰ ਰਹਿੰਦਾ ਹੈਗਾ, ਜਿਹਦੇ ਕਰਕੇ ਸਪੈਸ਼ਲੀ ਜਦੋਂ ਆਪਾਂ ਲੰਮੇ ਪੈਂਦੇ ਹੈਗੇ ਆ ਤਾਂ ਉਹ ਪ੍ਰੈਸ਼ਰ ਜ਼ਿਆਦਾ ਬਣ ਜਾਂਦਾ। ਉਹਦੇ ਕਰਕੇ ਫਿਰ ਉਹ ਪਿਸ਼ਾਬ ਬਾਰ-ਬਾਰ ਆਉਣਾ ਪੈਂਦਾ ਕਿਉਂਕਿ ਉਹਦੇ ਵਿੱਚ ਬਲੈਡਰ ਦੀ ਜਿਹੜੀ ਕਪੈਸਿਟੀ ਆ ਉਹ ਕਾਫੀ ਘਟੀ ਹੁੰਦੀ ਹੈਗੀ ਆ। ਸੋ ਪਹਿਲੀ ਗੱਲ ਤਾਂ ਜੇ ਦੱਸ ਰਹੇ ਆ ਕਿ ਪਾਣੀ ਬਹੁਤ ਪੀ ਰਹੇ ਹੈਗੇ ਆ, ਇਹੀ ਸਭ ਤੋਂ ਪਹਿਲੀ ਜਿਹੜੀ ਆ ਇਹਨਾਂ ਨੂੰ ਗਲਤੀ ਇਹ ਕਰ ਰਹੇ ਹੈਗੇ ਆ ਕਿ ਇਸ ਕੇਸ ਦੇ ਵਿੱਚ ਜਿਹੜਾ ਆ ਉਹ ਮੈਂ ਯੂਜੂਅਲੀ ਕਹਿੰਦਾ ਹੁੰਦਾ ਕਿ ਸੌਣ ਤੋਂ ਘੱਟ 6 ਘੰਟੇ ਪਹਿਲਾਂ ਤੁਸੀਂ ਪਾਣੀ ਜਿਹੜਾ ਉਹ ਪੀਣਾ ਛੱਡ ਦੇਣਾ। ਸੋ ਜਿਹੜਾ ਵੀ ਪਾਣੀ ਤੁਸੀਂ ਪੀਂਦੇ ਹੈਗੇ ਹੋ ਉਹ ਸੌਣ ਤੋਂ 6 ਘੰਟੇ ਪਹਿਲਾਂ ਪੀ ਜਾਓ ਤਾਂ ਕਿ ਉਹ ਪਾਣੀ ਜਿਹੜਾ ਹੈਗਾ ਆ ਉਹ ਸੌਣ ਤੋਂ ਪਹਿਲਾਂ ਬੋਡੀ ਦੇ ਵਿੱਚੋਂ ਨਿਕਲ ਜਾਵੇ ਅਤੇ ਤੁਹਾਡੀ ਬਲੈਡਰ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਘਟ ਜਾਵੇ। ਅਤੇ ਜੇ ਤੁਸੀਂ ਥਰੂ ਆਊਟ ਦਾ ਡੇ ਅਤੇ ਸ਼ਾਮ ਤੱਕ ਵੀ ਰਾਤ ਨੂੰ ਸੌਣ ਲੱਗਿਆ ਵੀ ਪਾਣੀ ਲਾਗੇ ਰੱਖਿਆ ਹੋਇਆ ਅਤੇ ਉਹ ਆਬੀਅਸਲੀ ਉਹ ਬਲੈਡਰ ਦੀ ਕਪੈਸਿਟੀ ਅੱਗੇ ਹੀ ਘੱਟ ਹੈ ਅਤੇ ਉਹਨੇ ਜਿਹੜੇ ਹੈਗੀ ਆ ਉਹ ਤੁਹਾਨੂੰ ਹੋਰ ਪ੍ਰੋਬਲਮਸ ਦੇਣੀਆਂ ਹੈਗੀਆਂ। ਸੋ ਸਭ ਤੋਂ ਵੱਡੀ ਗਲਤੀ ਆਮ ਲੋਕ ਇਹੋ ਹੀ ਕਰਦੇ ਆ ਜਿਨ੍ਹਾਂ ਦੀਆਂ ਗਦੂਦਾਂ ਵਧੀਆ ਹੁੰਦੀਆਂ, ਪ੍ਰੋਸਟੇਟ ਇਨਲਾਰਜਮੈਂਟ ਦੀ ਪ੍ਰੋਬਲਮ ਜਿਹਨੂੰ ਕਹੀਦਾ ਉਹ ਹੁੰਦੀ ਆ। ਉਹਦੇ ਵਿੱਚ ਪਾਣੀ ਜਿਹੜਾ ਹੈਗਾ ਆ ਘੱਟ ਤੋਂ ਘੱਟ 6 ਘੰਟੇ ਜਿਹੜਾ ਸੌਣ ਤੋਂ ਉਹ ਬੰਦ ਕਰ ਦਿਓ। ਜੇ ਤੁਸੀਂ ਪੀਂਦੇ ਵੀ ਹੈਗੇ ਹੋ ਮਤਲਬ ਜੇ ਤੁਹਾਨੂੰ ਪਿਆਸ ਲੱਗ ਰਹੀ ਹੈ ਇੱਕ ਅੱਧਾ ਘੁੱਟ ਬੁੱਲ ਗਿੱਲੇ ਕਰਨ ਵਾਸਤੇ ਮਤਲਬ ਤੁਸੀਂ ਉਹਨੂੰ ਲੈ ਸਕਦੇ ਹੋ, ਪਰ ਜਿੱਦਾਂ ਆਪਾਂ ਗਲਾਸ ਭਰ ਕੇ ਪਾਣੀ ਜਿਹੜਾ ਪੀਣਾ ਉਹ ਜਿਹੜਾ ਆ ਕਾਲਜ ਚ ਠੰਡ ਨਹੀਂ ਪੈਂਦੀ, ਠੰਡ ਕਰਕੇ ਪਾਣੀ ਬਚਦਾ ਨੂੰ ਉਨੀ ਦੇਰ ਤੱਕ ਆਪਾਂ ਟਲਦੇ ਨਹੀਂ। ਤੁਹਾਡਾ ਜੇ ਸਿਪ ਕਰਕੇ ਪੀ ਲਓ, ਥੋੜਾ ਪੀ ਲਓ, ਜਿਹੜਾ 6 ਘੰਟਿਆਂ ਦਾ 6 ਗਲਾਸ ਪੀਣੇ ਨੇ ਉਹਦੀ ਥਾਂ ਤੇ 1 ਗਲਾਸ ਕਰ ਲਓ। ਹਾਂਜੀ, ਉਹਨੂੰ ਮਤਲਬ ਘੱਟ ਤੋਂ ਘੱਟ ਜਿਹੜਾ ਹੈਗਾ ਉਹ ਰੱਖੋ। ਬਾਕੀ ਆਯੁਰਵੈਦ ਦੇ ਵਿੱਚ ਜਿਹੜੀਆਂ ਉਹ ਪ੍ਰੋਸਟੇਟ ਦੇ ਵਾਸਤੇ ਬਹੁਤ ਵਧੀਆ ਦਵਾਈਆਂ ਜਿਹੜੀਆਂ ਉਹ ਹੁੰਦੀਆਂ ਹੈਗੀਆਂ, ਗੋਖਰੂ ਭਖੜਾ ਜਿਹਨੂੰ ਅਸੀਂ ਕਿਹਾ ਜਾਂਦਾ ਹੈਗਾ, ਉਹਦੇ ਤੋਂ ਸਾਡੀਆਂ ਦਵਾਈ ਜਿਹੜੀ ਆ ਉਹ ਬਣੀ ਹੋਈ ਆ। ਅਤੇ ਨਾਲ ਦੀ ਨਾਲ ਇੱਟ ਸਿੱਟ ਬੂਟੀ ਅਤੇ ਭਖੜਾ, ਇਹ 2 ਦਵਾਈਆਂ ਹੁੰਦੀਆਂ ਹੈਗੀਆਂ ਆਯੁਰਵੈਦ ਦੇ ਵਿੱਚ ਜਿਹੜੀਆਂ ਕਿ ਪ੍ਰੋਸਟੇਟ ਇਨਲਾਰਜਮੈਂਟ ਦੇ ਵਾਸਤੇ ਦਿੱਤੀਆਂ ਜਾਂਦੀਆਂ ਆ। ਹਾਂ, ਜੇ ਕਈ ਵਾਰੀ ਪ੍ਰੋਸਟੇਟ ਇਨਲਾਰਜਮੈਂਟ ਦੀ ਵਜ੍ਹਾ ਦੇ ਕਰਕੇ ਯੂਰੀਨਰੀ ਟਰੈਕ ਇਨਫੈਕਸ਼ਨ ਹੋ ਸਕਦੀ ਹੁੰਦੀ ਜਾਂ ਅੰਦਰ, ਕਿਉਂਕਿ ਪਿਸ਼ਾਬ ਕਈ ਵਾਰੀ ਅੰਦਰ ਰਹਿ ਜਾਂਦਾ ਥੈਲੀ ਦੇ ਅਤੇ ਉਹ ਫਿਰ ਅੰਦਰ ਇਨਫੈਕਸ਼ਨ ਪੈਦਾ ਹੋ ਸਕਦੀ ਹੈ। ਜੇ ਇਨਫੈਕਸ਼ਨ ਹੈਗੀ ਆ ਅਤੇ ਫਿਰ ਉਸ ਨਾਲ ਫਿਰ ਉਹ ਗਲੋ ਦਿੱਤੀ ਜਾਂਦੀ ਹੈ। ਸੋ ਜੇ ਇਨਫੈਕਸ਼ਨ ਨਾਲ ਦੈਨ ਗਲੋ, ਇੱਟ ਸਿੱਟ ਬੂਟੀ ਅਤੇ ਭਖੜਾ, ਅਤੇ ਜੇ ਇਨਫੈਕਸ਼ਨ ਨਹੀਂ ਹੈ ਤਾਂ ਫਿਰ ਉਹ ਇਕੱਲਾ ਭਖੜਾ ਅਤੇ ਇੱਟ ਸਿੱਟ ਬੂਟੀ ਜਿਹੜੀ ਆ ਉਹ ਲੈ ਸਕਦੇ ਹੈਗੇ ਹੋ। ਉਹਨੂੰ ਲਗਾਤਾਰ ਲੈਣਾ ਹੁੰਦਾ। ਇਹਨੂੰ ਮਤਲਬ ਇਹ ਪ੍ਰੋਬਲਮ ਜਿਹੜੀ ਹੁੰਦੀ ਹੈਗੀ ਆ ਇਹਨੂੰ ਇਹ ਕੁਇੱਕ ਸਲਿਊਸ਼ਨ ਨਹੀਂ ਹੈਗਾ ਇਹੋ ਕਿ ਜੇ ਇਹਨੂੰ ਕਹੀਏ ਕਿ ਲਓ ਜੀ ਹੁਣ ਤੁਸੀਂ ਲੈ ਲਓ 10 ਦਿਨ ਦੇ ਵਿੱਚ ਠੀਕ ਹੋ ਜੂ, ਇੱਦਾਂ ਨਹੀਂ ਹੁੰਦਾ। ਇਹਨੂੰ ਮਤਲਬ ਲਗਾਤਾਰ ਲੈਣੀਆਂ ਹੁੰਦੀਆਂ। ਐਵਰੇਜਲੀ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਜਿਹੜਾ ਉਹ ਤੁਸੀਂ ਲਗਾਤਾਰ ਇਹ ਲੈਣੇ ਹੁੰਦੇ ਹੈਗੇ ਆ ਅਤੇ ਉਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਠੀਕ ਰਹਿੰਦੀਆਂ ਆ। ਤੁਹਾਨੂੰ ਫਿਰ ਉਹ ਇਨਲਾਰਜਮੈਂਟ ਦੀ ਪ੍ਰੋਬਲਮ ਨਹੀਂ ਆਉਂਦੀ, ਕਿਉਂਕਿ ਜੇ ਇਹ ਵਧੀ ਜਾਏਗੀ ਅਤੇ ਅੱਗੇ ਜਾ ਕੇ ਚਾਂਸਿਸ ਹੁੰਦੇ ਹੈਗੇ ਆ ਕਿ ਤੁਹਾਨੂੰ ਪ੍ਰੋਸਟੇਟ ਦੀ ਸਰਜਰੀ ਕਰਵਾਉਣੀ ਪੈਂਦੀ ਹੁੰਦੀ ਹੈ ਅਤੇ ਉਹ ਜਿਹੜਾ ਆ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਸਰਜਰੀ ਕਰਕੇ ਬੇਸਿਕਲੀ। ਸੋ ਜੇ ਉਸ 'ਤੇ ਤੁਸੀਂ ਨਹੀਂ ਪਹੁੰਚਣਾ ਚਾਹੁੰਦੇ ਉਸ ਲੈਵਲ ਦੇ ਉੱਤੇ, ਸੋ ਤੁਹਾਨੂੰ ਸੌਣ ਤੋਂ 6 ਘੰਟੇ ਪਹਿਲਾਂ ਜਿਹੜੀ ਹੈ ਆਪਣਾ ਪਾਣੀ ਬੰਦ ਕਰਨਾ ਪੈਣਾ ਆ ਪੀਣਾ। ਔਰ ਗੋਖਰੂ ਅਤੇ ਜਿਹੜੀ ਇੱਟ ਸਿੱਟ ਬੂਟੀ ਦੀਆਂ ਜਿਹੜੀ ਮੈਂ ਦੱਸੀਆਂ ਹੈਗੀਆਂ ਸਪਲੀਮੈਂਟਸ ਜਿਹੜੇ ਆ ਉਹ ਤੁਹਾਨੂੰ ਲੈਣੇ ਚਾਹੀਦੇ ਨਾਲ ਦੀ ਨਾਲ। 905 874 3333 905 874 3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਸਿਹਤ ਸੰਬੰਧੀ ਸਿਹਤ ਆਪਣੀ ਤੁਹਾਡੀ ਵਧੀਆ ਹੋਵੇ, ਪਰਫੈਕਟ ਹੋਵੇ, ਉਹਦੇ ਨਾਲ ਸਭ ਕੁਝ ਹੀ ਤੁਹਾਡਾ ਚੰਗਾ ਲੱਗਦਾ। ਜੇਕਰ ਰੂਬਲ ਸਾਹਿਬ ਮੈਂ ਪਹਿਲਾਂ ਵੀ ਸਟਾਰਟਿੰਗ ਤੇ ਥੋੜੀ ਜਿਹੀ ਗੱਲਬਾਤ ਕੀਤੀ ਸੀ ਕਿ ਸਾਡੀ ਸਿਹਤ ਚੰਗੀ ਤੇ ਸਿਹਤ ਦੇ ਕਰਕੇ ਸਾਡੇ ਕੋਲ ਕੋਈ ਵੀ ਆ ਜਾ ਸਕਦਾ, ਅਸੀਂ ਕਿਸੇ ਕੋਲ ਵੀ ਆ ਜਾ ਸਕਦੇ। ਸਭ ਤੋਂ ਜ਼ਿਆਦਾ ਅਮੀਰ ਬੰਦਾ ਉਹੀ ਹੈ ਕਿ ਜਿਹਨੂੰ ਕੋਈ ਬਿਮਾਰੀ ਨਹੀਂ, ਆਪਣਾ ਆਪ ਚੁੱਕ ਸਕਦਾ, ਤੇ ਸਭ ਤੋਂ ਗਰੀਬ ਬੰਦਾ ਉਹੀ ਹੈ। ਬੇਸ਼ੱਕ ਪੈਸੇ ਧੇਲੇ ਦੇ ਮਾਮਲੇ ਜਿੰਨਾ ਮਰਜ਼ੀ ਰਿਚ ਹੋਵੇ, ਜਦੋਂ ਬਿਮਾਰੀ ਦੇ ਕਰਕੇ ਚੱਕਣ ਥੱਲਣ ਵਾਸਤੇ ਉਹਦੇ ਕੋਲ 4 ਬੰਦੇ ਹੋਣ ਜਾਂ ਇੱਕ ਅੱਧਾ ਬੰਦਾ ਉਹਦੇ ਉੱਤੇ ਲੱਗਾ ਹੋਵੇ, ਉਹ ਤੋਂ ਮਾੜਾ ਬੰਦਾ ਹੋਰ ਕੋਈ ਹੋ ਹੀ ਨਹੀਂ ਸਕਦਾ।
ਸਾਡੀ ਸਿਹਤ ਤੋਂ ਚੰਗਾ ਸਾਡਾ ਜੀਵਨ ਸਾਥੀ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਕਰਕੇ ਸਿਹਤ ਨੂੰ ਬਣਾ ਕੇ ਰੱਖੋ, ਆਲੇ ਦੁਆਲੇ ਸਾਥੀਆਂ ਨੂੰ ਆਪਣੇ ਆਪ ਹੀ ਮਿਲ ਜਾਵੇਗਾ। ਜੀ ਬਿਲਕੁਲ ਜੀ, ਇਸੇ ਤਰੀਕੇ ਇਹੀ ਗੱਲਾਂ ਅਸੀਂ ਦੱਸ ਰਹੇ ਹੈਗੇ ਆ ਕਿ ਜਿਹੜੀਆਂ ਸਪੈਸ਼ਲੀ ਅੱਜ ਕੱਲ੍ਹ ਬਿਮਾਰੀਆਂ ਜਿਹੜੀਆਂ ਆ ਉਹ ਇਸੇ ਕਰਕੇ ਲੱਗਦੀਆਂ ਜ਼ਿਆਦਾ ਖਾਣ ਦੀ ਵਜ੍ਹਾ ਦੇ ਕਰਦੇ। ਅਤੇ ਉਹ ਹੁਣ ਇੱਕ ਜਿਹੜਾ ਬੰਦਾ ਪਹਿਲਾਂ ਹੀ ਜਿਹਦੇ ਕੋਲ ਖਾਣ ਦੀ ਮਤਲਬ ਉਨੀ ਕਪੈਸਿਟੀ ਨਹੀਂ ਹੈ, ਗਰੀਬ ਹੈ, ਪਰ ਉਹ ਇਹ ਹੈ ਕਿ ਵੀ ਭਾਵੇਂ ਖਾਣਾ ਉਹ ਘੱਟ ਖਾਏਗਾ ਪਰ ਉਹ ਆਮ ਅਮੀਰਾਂ ਦੇ ਨਾਲੋਂ ਜਿਹੜਾ ਹੈਗਾ ਉਹ ਵਧੀਆ ਰਹੇਗਾ, ਸਿਹਤ ਜਿਹੜੀ ਉਹਦੀ ਵਧੀਆ ਰਹੇਗੀ। ਕਿਉਂਕਿ ਇਹ ਜਿੰਨੀਆਂ ਵੀ ਮਾਡਰਨ ਸਮੇਂ ਦੀਆਂ ਜਿਹੜੀਆਂ ਬਿਮਾਰੀਆਂ ਆ ਉਹ ਅਲੱਗ ਹੀ ਮਤਲਬ ਇਹ ਅਮੀਰਾਂ ਦੀਆਂ ਬਿਮਾਰੀਆਂ ਇੱਕ ਟਾਈਮ ਦੇ ਉੱਤੇ ਮਤਲਬ ਕਿਹਾ ਜਾਂਦਾ ਇਹਨਾਂ ਨੂੰ ਹੁੰਦੀਆਂ ਸੀ ਇਹੋ, ਪਰ ਉਹ ਹੁਣ ਤਾਂ ਚਲੋ ਇੰਡਸਟਰੀਅਲਾਈਜ਼ ਹੋਣ ਕਰਕੇ ਹਰ ਇੱਕ ਚੀਜ਼ ਜਿਹੜੀ ਉਹ ਸਸਤੀ ਹੋ ਗਈ ਅਤੇ ਹੁਣ ਹਰ ਇੱਕ ਬੰਦਾ ਉਹਨਾਂ ਨੂੰ ਅਫੋਰਡ ਕਰ ਸਕਦਾ ਹੈਗਾ ਪੀਜ਼ੇ ਨੂੰ, ਬਰਗਰ ਨੂੰ, ਅਤੇ ਉਹ ਹਰ ਇੱਕ ਨੂੰ ਜਿਹੜੀ ਹੈਗੀ ਉਹ ਬਿਮਾਰੀ ਲੱਗ ਰਹੀ ਹੈ। ਇੱਕ ਟਾਈਮ ਦੇ ਉੱਤੇ ਸਿਰਫ ਅਮੀਰਾਂ ਦੀਆਂ ਬਿਮਾਰੀਆਂ ਹੁੰਦੀਆਂ ਸੀ ਕਿ ਕੋਲੈਸਟਰੋਲ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਸ਼ੂਗਰ ਹੋ ਗਈ, ਕਿਉਂਕਿ ਇਹ ਸਾਰੀਆਂ ਡਾਇਟ ਦੇ ਨਾਲ ਰਿਲੇਟਡ ਹੈ। ਔਰ ਉਹ ਜਿਹੜੀ ਮਤਲਬ ਬੈਡ ਚੀਜ਼ਾਂ ਅਸੀਂ ਫੈਟਸ ਜਿਹੜੇ ਆ ਉਹ ਖਾ ਰਹੇ ਹਾਂ ਉਹਦੀ ਵਜ੍ਹਾ ਦੇ ਕਰਕੇ, ਪਰ ਹੁਣ ਇਹ ਸਾਰੇ ਖਾ ਰਹੇ ਹੈਗੇ ਆ ਅਤੇ ਹੁਣ ਇਹ ਸਾਰਿਆਂ ਨੇ ਬਿਮਾਰੀਆਂ ਲੱਗ ਰਹੀਆਂ। ਆਸ ਉਮੀਦ ਇਹ ਕਰਦੇ ਕਿ ਬਿਮਾਰੀਆਂ ਤੋਂ ਜਲਦੀ ਅਸੀਂ ਮੁਕਤ ਹੋਵਾਂਗੇ, ਤੇ ਮੁਕਤ ਹੋਣਾ ਚਾਹੀਦਾ ਵੀ। ਜਦੋਂ ਮੁਕਤ ਹੋ ਗਏ ਤੇ ਮੁਕਤ ਹੋਣ ਤੋਂ ਬਾਅਦ ਅਸੀਂ ਚੰਗੇ ਸਮਾਜ ਦੀ ਆਪਣੇ ਆਪ ਹੀ ਸੋਚ ਸਕਦੇ ਤੇ ਚੰਗਾ ਸਮਾਜ ਅਸੀਂ ਬਣਾ ਸਕਦੇ। ਦੱਸਦੇ ਕਿ ਪ੍ਰੋਗਰਾਮ ਦਾ ਹਿੱਸਾ ਮਨਜਿੰਦਰ ਸਿੰਘ ਮਾਨ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ। 905 696 7764 ਦੇ ਉੱਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਮਨਜੀਤ ਕੌਰ ਚੀਮਾ ਰੀਮੈਕਸ ਕੋਡ ਦੇ ਨਾਲ ਕੰਮ ਕਰਦੇ ਨੇ। 416 357 99 ਪ੍ਰੋਪਰਟੀ ਵੇਚਣੀ ਹੋਵੇ, ਖਰੀਦਣੀ ਹੋਵੇ, ਸਲਾਹ ਮਸ਼ਵਰਾ ਲੈਣਾ ਹੋਵੇ, ਜਾਂ ਫਿਰ ਇਹਨਾਂ ਵੱਲੋਂ ਓਪਨ ਹਾਊਸ ਕੇਸ ਘਰ ਦੇ ਉੱਤੇ ਲਗਾਇਆ ਜਾ ਰਿਹਾ। 416 357 99 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੋਲਡਨ ਸਟਾਰ ਮੋਰਗਨ ਨਾਲ ਕੰਮ ਕਰਦੇ ਨੇ ਗੁਰਤੇਜ ਸਿੰਘ ਪਾਸਲਾ। ਤੁਸੀਂ ਘਰ ਦੀ ਇੱਕ ਚੀਜ਼ ਦੇ ਵਿੱਚ ਪੈਸੇ ਕਢਾਉਣੇ ਚਾਹੁੰਦੇ ਹੋ, ਜਾਂ ਫਿਰ ਤੁਸੀਂ ਪ੍ਰਾਈਮ ਮਾਈਨਸ ਰੇਟ ਲੈਣਾ ਚਾਹੁੰਦੇ ਹੋ, ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਡੀਲ ਕਰਕੇ ਤੁਹਾਡੇ ਵਾਸਤੇ ਬੈਸਟ ਰੇਟ ਲੈ ਕੇ ਦੇਣਗੇ ਗੋਲਡਨ ਸਟਾਰ ਮੋਰਗੇ ਦੇ ਗੁਰਤੇਜ ਸਿੰਘ ਪਾਸਲਾ। 416 316 7777 416 316 7777 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। SMS ਜਸਟਿਕ 647 ਪੂਰਾ 520 19 ਦੇ ਉੱਤੇ ਸੰਪਰਕ ਕਰੋ। ਚੰਗੀ ਟਰਕਿੰਗ ਕੰਪਨੀ ਹੈ, ਚੰਗੀ ਟਰਕਿੰਗ ਕੰਪਨੀ ਨਾਲ ਚੰਗਾ ਕੰਮ ਕਰਕੇ ਚੰਗੇ ਡਾਲਰ ਤੁਸੀਂ ਕਮਾਉਣਾ ਚਾਹੁੰਦੇ ਹੋ, SMS ਜਸਟਿਕ ਵਾਲਿਆਂ ਦੇ ਨਾਲ ਸੰਪਰਕ ਕਰੋ। ਤੇ 647 ਪੂਰਾ 520 19 ਆਲ ਕਾਈਂਡ ਫਰਨੀਚਰ 416 747 46 86 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਮਨਪਸੰਦ ਦਾ ਫਰਨੀਚਰ ਲੈਣਾ ਚਾਹੁੰਦੇ ਹੋ, ਘਰ ਵਿੱਚ ਰੱਖਣ ਸਾਰ ਜਾਂ ਚਾਹੀਦਾ, ਜਾਂ ਫਿਰ ਕਮਰਸ਼ੀਅਲ ਦਾਇਰੇ ਵਿੱਚ ਰੱਖਣਾ ਚਾਹੁੰਦੇ ਹੋ, ਆਪਣੀ ਵਿੱਤ ਦੇ ਮੁਤਾਬਕ, ਆਪਣੀ ਪੌਕਟ ਦੇ ਮੁਤਾਬਕ, ਆਪਣੇ ਸਟਾਈਲ ਦੇ ਮੁਤਾਬਕ ਤੁਸੀਂ ਇਹਨਾਂ ਦੇ ਕੋਲ ਫਰਨੀਚਰ ਬਣਾਉਣਾ ਚਾਹੁੰਦੇ ਹੋ, ਅਜਮੇਰ ਸਿੰਘ ਜੀ ਨਾਲ ਸੰਪਰਕ ਕਰਨਾ। 416 747 46 86 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਅਗਲੀ ਆਪਾਂ ਇੱਕ ਦੋ ਕਮਰਸ਼ੀਅਲ ਬਾਅਦ ਵਿੱਚ ਲਵਾਂਗੇ। ਉਸ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਸਾਡੀ ਸਿਹਤ ਸੰਬੰਧੀ ਚੱਲਦੀ ਪਈ ਉਹ ਤੇ ਰੂਬਲ ਸਾਹਿਬ ਉਮਰ ਦੱਸੀ ਹੈਗੀ ਜੀ ਇਹਦੀ 57 ਸਾਲ ਦੇ ਲਾਗੇ। ਸ਼ੂਗਰ ਦੇ ਕਰਕੇ weight ਘਟ ਗਿਆ ਆ, ਤੇ weight ਘਟਣ ਦੇ ਕਰਕੇ ਕਈ ਥਾਂ ਤੋਂ ਲੱਤਾਂ ਦੀਆਂ ਨਾੜਾਂ ਜਾਣੀ ਕਿ ਬਾਹਰ ਨੂੰ ਨਿਕਲ ਰਹੀਆਂ ਨੇ, ਸਰੀਰ ਕਮਜ਼ੋਰ ਹੋ ਰਿਹਾ ਹੈ। ਤੇ ਇਸ ਦਾ ਕਾਰਨ ਕੀ ਹੈ? ਤੇ ਤੁਸੀਂ ਕਹਿੰਦੇ ਵੀ ਕਈ ਵਾਰੀ ਕਹਿੰਦੇ ਹੁੰਦੇ ਸੀ ਕਿ ਇਹਦੇ ਨਾਲ ਮੋਟਾਪਾ ਆਉਂਦਾ। ਅਸੀਂ ਮੈਂ ਹੁਣ ਦੱਸਿਆ ਵੈਸੇ ਮੋਟਾਪਾ ਨਹੀਂ ਆਉਂਦਾ, ਮੋਟਾਪੇ ਦੇ ਕਰਕੇ ਸ਼ੂਗਰ ਹੋ ਸਕਦੀ ਹੈ। ਕਹਿੰਦੇ ਵੀ ਮੇਰਾ ਸਰੀਰ ਇਸ ਤਰੀਕੇ ਨਾਲ ਹੋ ਰਿਹਾ। 57 ਸਾਲ ਦੇ ਮੇਲ ਨੇ ਕੀ ਕਹਿਣਾ ਚਾਹੁੰਦੇ? ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀਗੀ ਇਨਸੂਲਿਨ ਰੈਜ਼ਿਸਟੈਂਸ ਸਟੇਜ ਦੀ, ਇਹ ਇੱਕ ਸਟੇਜ ਹੁੰਦੀ ਹੈਗੀ ਆ ਕਿ ਜਿਹਦੇ ਵਿੱਚ ਸਾਡੀ ਜਿਹੜੀ ਬੋਡੀ ਦੇ ਸੈੱਲ ਹੈਗੇ ਆ ਉਹਨਾਂ ਨੂੰ ਐਨਰਜੀ ਨਹੀਂ ਮਿਲਦੀ। ਜਦੋਂ ਐਨਰਜੀ ਨਹੀਂ ਮਿਲਦੀ ਤੇ ਉਹ ਆਪਣਾ ਕ੍ਰਿਬ ਸਾਈਕਲ ਜਿਹੜਾ ਆ ਉਹਨੂੰ ਕੰਪਲੀਟ ਨਹੀਂ ਕਰ ਪਾਉਂਦੇ, ਉਹਦੇ ਨਾਲ ਉਹ ਐਨਰਜੀ ਪ੍ਰੋਡਿਊਸ ਨਹੀਂ ਕਰ ਪਾਉਂਦੇ। ਉਹਦੇ ਕਰਕੇ ਜਿਹੜਾ ਇਨੀਸ਼ੀਅਲ ਸਟੇਜ ਦੇ ਵਿੱਚ ਜੇ ਤੁਸੀਂ ਕੋਈ ਗੋਲੀਆਂ ਨਹੀਂ ਖਾ ਰਹੇ ਹੈਗੇ ਹੋ, ਉਹਦਾ ਇਲਾਜ ਨਹੀਂ ਕਰ ਰਹੇ ਹੋ, ਤਾਂ ਤੁਹਾਡਾ weight ਘਟਣਾ ਹੀ ਘਟਣਾ। ਸੋ ਪਰ ਕਈ ਕੇਸਿਸ ਦੇ ਵਿੱਚ ਜਿੱਦਾਂ ਹੁਣ ਮੈਟਫੋਰਮਿਨ ਇਹ ਵੀ weight ਜਿਹੜੀ ਹੈਗੀ ਉਹਨੂੰ ਘਟਾ ਸਕਦੀ ਹੈਗੀ ਹੈ। ਜੈਨੋਮੇਟ ਜਿਹੜੀ ਹੈ ਜਾਂ ਇੰਗਲਿਸ਼ ਦੀਆਂ ਦਵਾਈਆਂ ਵੀ weight ਨੂੰ ਘਟਾ ਸਕਦੀਆਂ ਹੈਗੀਆਂ ਜਿਸ ਤਰੀਕੇ ਦੇ ਨਾਲ ਉਹ ਡਿਜ਼ਾਈਨ ਕੀਤੀਆਂ ਗਈਆਂ ਹੁੰਦੀਆਂ ਹੈਗੀਆਂ। ਸੋ weight ਦਾ ਘਟਣਾ ਜਿਹੜਾ ਆ ਉਹ ਦੇਖੋ, ਜੇ ਤਾਂ ਉਹ ਤੁਸੀਂ ਆਲਰੇਡੀ ਓਵਰਵੇਟ ਸੀਗੇ ਅਤੇ ਉਹਦੇ ਨਾਲ ਉਹ ਘਟ ਗਏ ਤੁਸੀਂ, ਦੈਨ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਕੇਸ ਦੇ ਵਿੱਚ। ਮੇਰੇ ਕੋਲ ਬੜੇ ਪੇਸ਼ੈਂਟਸ ਆ ਕੇ ਕਹਿੰਦੇ ਆ ਕਿ ਦੇਖੋ ਜੀ ਪਹਿਲਾਂ ਮੈਂ ਥੋੜ੍ਹਾ ਜਿਹਾ ਹੈਲਦੀ ਹੁੰਦਾ ਸੀ, ਮੋਟਾ ਹੁੰਦਾ ਸੀ, weight ਹੁਣ ਮੇਰਾ ਬੜਾ ਘਟ ਗਿਆ। ਸਾਰੇ ਜਿੱਥੋਂ ਮੈਂ ਕਹਿੰਦਾ ਮੇਰੇ ਫਰੈਂਡ ਸਰਕਲ ਦੇ ਵਿੱਚ ਜਿੱਥੇ ਮੈਂ ਜਾਂਦਾ ਫੈਮਿਲੀ ਕਹਿੰਦੇ ਤੂੰ ਬੜਾ ਸੁੱਕਾ ਹੋ ਗਿਆ, ਅਤੇ ਉਹ ਮੈਂ weight ਵਧਾਉਣਾ ਚਾਹੁੰਦਾ। ਪਰ ਉਹ ਬਹੁਤੀ ਵਾਰੀ ਜਿਹੜਾ ਆ ਉਹ weight ਐਕਚੁਅਲੀ ਉਹਨਾਂ ਦੇ ਜੇ ਉਹ ਠੀਕ ਹੈਗਾ ਆ, ਮਤਲਬ ਉਹ ਦੇਖਣ ਨੂੰ ਉਹ ਹੈਲਦੀ ਲੱਗ ਰਹੇ ਹੈਗੇ ਐਂਡ weight ਉਹਨਾਂ ਦਾ ਹੁਣ ਉਸ ਲੈਵਲ ਦੇ ਹਿਸਾਬ ਦੇ ਨਾਲ ਠੀਕ ਹੈ, ਅਤੇ ਫਿਰ ਉਹਨਾਂ ਨੂੰ ਵਧਾਉਣ ਦੀ ਜ਼ਰੂਰਤ ਨਹੀਂ ਹੈ।
ਸੋ ਸੌਰੀ। ਐਂਡ ਜੇ 905 874 3333 905 874 3333 ਤੇ ਰੂਬਲ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸਵੇਰੇ 9 ਵਜੇ ਖੁੱਲ ਜਾਂਦੇ, 9 ਵਜੇ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣੀ ਮਨਪਸੰਦ ਦੀ ਜਾਂ ਕਹਿ ਲਓ ਮਨਪਸੰਦ ਦੀ ਕਹਿ ਸਕਦੇ ਜਾਂ ਮਨਪਸੰਦ ਦੀਆਂ ਗੱਲਾਂ ਬਾਤਾਂ ਤੁਸੀਂ ਇਹਨਾਂ ਨਾਲ ਕਰਕੇ ਪੁੱਛ ਕੇ ਆਪਣੀ ਬੋਡੀ ਨੂੰ ਪਰਫੈਕਟ ਕਿਵੇਂ ਕਰਨਾ ਚਾਹੁੰਦੇ ਹੋ, ਜਿਹਦੇ ਨਾਲ ਸਿਹਤ ਸੰਬੰਧੀ ਤੁਹਾਨੂੰ ਇਹਨਾਂ ਦੇ ਕੋਲੋਂ ਜਾਣਕਾਰੀ ਮਿਲ ਸਕੇ। ਉਸ ਪਰਪਸ ਦੀਆਂ ਤੁਸੀਂ ਮਨਪਸੰਦ ਦੀਆਂ ਗੱਲਾਂ, ਕਈ ਵਾਰੀ ਗੱਲਾਂ ਬਾਤਾਂ ਵਿੱਚ ਇੱਕ ਦੂਜੇ ਨੂੰ ਆਪਾਂ ਬਿਮਾਰੀ ਦੱਸਦੇ ਨੇ, ਲੇਕਿਨ ਡਾਕਟਰ ਦੇ ਕੋਲ ਜਾ ਕੇ ਬੇਫਿਕਰ ਹੋ ਕੇ ਹਰ ਗੱਲ ਦਾ ਤੁਸੀਂ ਪੁੱਛੋ ਤੇ ਜਵਾਬ ਤੁਹਾਨੂੰ ਰਾਈਟ ਵੇ ਮਿਲੇਗਾ। 905 874 3333 ਤੇ ਗੱਲਬਾਤ ਤੁਸੀਂ ਕਰਨੀ ਹੈ। ਦੱਸੇ ਕਿ ਪ੍ਰੋਗਰਾਮ ਦਾ ਹਿੱਸਾ 10 ਆਪਟੀਕਲ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। 905 455 3227 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਤੁਸੀਂ ਆਪਣੇ ਲਈ, ਆਪਣੇ ਬੱਚਿਆਂ ਲਈ, ਆਪਣੇ ਬਜ਼ੁਰਗਾਂ ਵਾਸਤੇ ਐਨਕਾਂ ਲੈਣੀਆਂ ਚਾਹੁੰਦੇ ਹੋ, ਉਹਨਾਂ ਦੀ ਨਿਗਾਹ ਟੈਸਟ ਕਰਾਉਣੀ ਚਾਹੁੰਦੇ ਹੋ ਤੇ ਇਹਨਾਂ ਦੇ ਕੋਲ ਤੁਸੀਂ ਜਾ ਸਕਦੇ ਹੋ। 905 455 3227। ਕਿਰਨਜੀਤ ਸਿੰਘ ਰਾਜਪੂਤ 647 273 2161 ਦੇ ਉੱਤੇ ਤੁਸੀਂ ਗੱਲਬਾਤ ਕਰੋ। ਆਪਣੀ ਕ੍ਰਿਟੀਕਲ ਜਾਂ ਡਿਸੇਬਿਲਟੀ ਇੰਸ਼ੋਰੈਂਸ ਵਗੈਰਾ ਕਰਾਉਣੀ ਚਾਹੁੰਦੇ ਹੋ ਜਾਂ ਵੀ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਕਿਵੇਂ ਮਿਲ ਸਕਦਾ ਹੈ, ਕਿੱਥੋਂ ਡਿਸਕਾਊਂਟ ਦੇਣਗੇ, ਉਹਦੀ ਡਿਟੇਲ ਜਾਣਨੀ ਚਾਹੁੰਦੇ ਹੋ। ਕਿਰਨਜੀਤ ਸਿੰਘ ਰਾਜਪੂਤ 647 273 2161 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੀ ਰੂਬਲ ਸਾਹਿਬ। ਸੋ ਜੇ ਮਤਲਬ weight ਜਿਹੜਾ ਤੁਸੀਂ ਪਹਿਲਾਂ ਹੀ ਓਵਰ ਸੀ ਤੇ ਹੁਣ ਉਹ ਸ਼ੂਗਰ ਹੋਣ ਦੀ ਵਜ੍ਹਾ ਦੇ ਕਰਕੇ ਜੇ ਉਹ ਘਟ ਕੇ ਨਾਰਮਲ ਮਤਲਬ ਲੈਵਲਸ ਤੇ ਆ ਗਿਆ, ਫਿਰ ਤੁਹਾਨੂੰ ਕੋਈ ਵੀ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਫਿਰ ਹੁਣ ਇੱਥੋਂ ਮਤਲਬ ਤੁਸੀਂ ਆਪਣੀ ਸ਼ੂਗਰ ਨੂੰ ਜਿਹੜਾ ਆ ਠੀਕ ਕਰਨ ਦੀ ਜਿਹੜੀ ਆ ਪ੍ਰਕਿਰਿਆ ਨੂੰ ਸ਼ੁਰੂ ਕਰੋ, ਨਾ ਕਿ weight ਵਧਾਉਣ ਦੀ। weight ਜਿਹੜਾ ਹੈਗਾ ਆ ਉਹ ਬੋਡੀ ਦਾ ਇੱਕ ਇੰਟਰਨਲ ਸਿਸਟਮ ਹੁੰਦਾ ਹੈ। ਇਸ ਤਰੀਕੇ ਦੇ ਨਾਲ ਹੀ ਹੈ। ਜੇ ਘਟ ਰਿਹਾ, ਮੈਂ ਤਾਂ ਕਹਿੰਦਾ ਵਧੀਆ, ਸਗੋਂ ਕਿੱਥੇ ਤੁਸੀਂ ਪੈਸੇ ਦੇ ਕੇ weight ਘਟਾਉਣਾ, ਕਿੱਥੇ ਜਿਹੜਾ ਨੈਚੁਰਲੀ ਤੌਰ ਦੇ ਉੱਤੇ ਭਾਵੇਂ ਸ਼ੂਗਰ ਨੇ ਘਟਾਇਆ ਪਰ ਘਟਾ ਦਿੱਤਾ। ਤੇ ਜੇ ਉਹ ਘਟ ਕੇ ਨਾਰਮਲ ਰੇਂਜ 'ਚ ਆ ਗਿਆ ਤੇ ਫਿਰ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਕੁਐਸਚਨ ਇਹਨਾਂ ਦਾ ਇਹ ਹੈ ਕਿ ਹੁਣ ਉਹ weight ਵੀ ਘਟ ਰਿਹਾ ਆ ਤੇ ਉਹਦੇ ਨਾਲ ਲੱਤਾਂ ਦੇ ਵਿੱਚ ਜਿਹੜੀ ਹੈ ਉਹ ਵੀਕਨੈਸ ਆ ਰਹੀ ਹੈ। ਰਿਮੈਂਬਰ ਮੈਂ ਦੱਸਿਆ ਕਿ ਵੀ ਹੁਣ ਉਹ ਜਦੋਂ ਇਨਸੂਲਿਨ ਸੈੱਲ ਦੇ ਅੰਦਰ ਜਾਣੀ ਨਹੀਂ ਹੈ, ਇਨਸੂਲਿਨ ਰੈਜ਼ਿਸਟੈਂਸ ਸਟੇਜ ਦੇ ਵਿੱਚ, ਤੇ ਉਹ ਫਿਰ ਸੈੱਲ ਸਾਡਾ ਕ੍ਰਿਬ ਸਾਈਕਲ ਨੂੰ ਇਨੀਸ਼ੀਏਟ ਨਹੀਂ ਕਰ ਸਕਦਾ ਹੈਗਾ ਤੇ ਉਹਦੇ ਨਾਲ ਫਿਰ ਉਹ ਆਪਣੀ ATP ਜਿਹੜੀ ਹੈ, ਇੱਕ ਜਿਹੜੀ ਐਨਰਜੀ ਯੂਨਿਟ ਹੈ, ਉਹਨੂੰ ਪੈਦਾ ਨਹੀਂ ਕਰ ਸਕਦਾ, ਜਿਹਦੇ ਕਰਕੇ ਫਿਰ ਉਹ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਇਸ ਕੇਸ ਦੇ ਵਿੱਚ ਵੀ ਜਿਹੜੀ ਹੈ ਜਦੋਂ ਇਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈਗੀ ਆ ਜਾਂ ਸ਼ੂਗਰ ਦਾ ਇਲਾਜ ਕੀਤਾ ਜਾਂਦਾ ਤੇ ਉਹਦੇ ਵਿੱਚ ਇਨਸੂਲਿਨ ਰੈਜ਼ਿਸਟੈਂਸ ਜਿਹੜੀ ਸਟੇਟ ਹੈ ਉਸ ਨੂੰ ਘਟਾਇਆ ਜਾਂਦਾ ਹੈਗਾ। ਕਿਵੇਂ? ਗਲੋ ਦੇ ਕੇ। ਜਿਹੜੀ ਗਲੋ ਹੈਗੀ ਆ ਉਹ ਨੈਚੁਰਲੀ ਤੌਰ ਦੇ ਉੱਤੇ ਇੱਕ ਐਂਟੀਬਾਇਓਟਿਕ ਹੈਗੀ ਹੈ ਜਿਹੜੀ ਕਿ ਸੈੱਲਾਂ ਨੂੰ ਸੈਲੂਲਰ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੂੰ ਪਾਵਰ ਵਾਸ਼ ਕਰਦੀ ਹੈਗੀ ਹੈ। ਸੋ ਪਾਵਰ ਵਾਸ਼ ਕਹਿ ਲਓ ਵੀ ਇੱਕ ਗੱਡੀ ਹੈਗੀ ਆ, ਗੱਡੀ ਦੇ ਬਾਹਰ ਐਨ ਪੂਰਾ ਗੰਦ ਗੁੰਦ ਲੱਗਾ ਤੇ ਤੁਸੀਂ ਉਹਨੂੰ ਪਾਵਰ ਵਾਸ਼ਰ ਦੇ ਨਾਲ ਜਿਹੜਾ ਆ ਉਹਨੂੰ ਤੁਸੀਂ ਐਨ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰ ਦਿੱਤਾ। ਇਸੇ ਤਰੀਕੇ ਦੇ ਐਗਜ਼ਾਮਪਲ ਬੜੀਆਂ ਟੌਪ ਦੀਆਂ ਦਿੰਦੇ ਕਿ ਅੱਜ ਕੱਲ੍ਹ ਗੱਡੀਆਂ ਜਿੱਦਾਂ ਲੋਕ ਧੋਂਦੇ ਨੇ ਇਹ ਚੀਜ਼ਾਂ ਆਉਂਦੀਆਂ ਨੇ ਮੂਹਰੇ ਸਾਹਮਣੇ ਰੱਖ ਕੇ, ਉਸੇ ਤਰੀਕੇ ਦੇ ਤੁਸੀਂ ਬੜੀ ਵਧੀਆ ਤਰੀਕੇ ਦੀ ਅੰਦਰਲੀ ਸਫਾਈ ਕਰਦੇ ਆ। ਕੰਟੀਨਿਊ। ਜੀ ਦੇਖੋ ਐਗਜ਼ਾਮਪਲ ਵੀ ਜਿੰਨੀ ਹੀ ਸਰਲ ਕਰਾਂਗੇ ਉਨਾ ਹੀ ਛੇਤੀ ਜਿਹੜਾ ਹੈਗਾ ਉਹ ਸਮਝ ਲੱਗਦੀ ਹੈ। ਸੋ ਜਿਹੜੇ ਸੈੱਲ ਵੀ ਜਿਹੜੇ ਹੈਗੇ ਆ, ਜਦੋਂ ਅਸੀਂ ਉਹਨਾਂ ਨੂੰ ਫਿਰ ਉਹ ਪਾਵਰ ਵਾਸ਼ ਕਰ ਦਿੰਦੇ ਆ, ਗਲੋ ਜਿਹੜੀ ਆ ਪਾਵਰ ਵਾਸ਼ ਕਰ ਦਿੰਦੀ ਹੈ ਤੇ ਉਹਦੇ ਨਾਲ ਫਿਰ ਉਹ ਜਿਹੜੀ ਇਨਸੂਲਿਨ ਹੈ ਉਹ ਅੰਦਰ ਜਾਣੀ ਸ਼ੁਰੂ ਕਰ ਦਿੰਦੀ ਹੈ। ਰਿਮੈਂਬਰ ਜਿਹੜੀ ਗਲੋ ਆ ਉਹ ਵੈਸੇ ਵੀ ਸਰੀਰ ਨੂੰ ਤਾਕਤ ਦਿੰਦੀ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਦੇ ਵਾਸਤੇ ਹੀ ਹੈ। ਗਲੋ ਬੜੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਸੋ ਗਲੋ ਦਾ ਇੱਕ ਫੰਕਸ਼ਨ ਇਹ ਵੀ ਹੈ ਕਿ ਉਹ ਰੈੱਡ ਬਲੱਡ ਸੈਲਸ ਨੂੰ ਵਧਾਉਂਦੀ ਹੈ। ਸੋ ਜਦੋਂ ਰੈੱਡ ਬਲੱਡ ਸੈਲਸ ਵਧਣਗੇ ਉਹਦੇ ਨਾਲ ਵੀ ਤੁਹਾਡੀ ਆਕਸੀਜਨ ਬੋਡੀ ਦੇ ਅੰਦਰ ਜ਼ਿਆਦਾ ਜਾਏਗੀ, ਹੀਮੋਗਲੋਬਿਨ ਵੀ ਵਧੇਗਾ ਤੇ ਉਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਤਾਕਤ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ। ਸੋ ਇਹਨਾਂ ਦੇ ਵਾਸਤੇ ਇੱਕ ਤਾਂ ਆਪਣੀ ਗਲੋ ਜਿਹੜੀ ਹੈਗੀ ਆ, ਗਲੋ ਦੀਆਂ ਅਸੀਂ ਗੋਲੀਆਂ ਬਣਾਈਆਂ ਹੋਈਆਂ, ਗਲੋਏ ਘਨ ਵੱਟੀ, ਉਹ ਜਿਹੜੀ ਆ ਤੁਸੀਂ ਲੈ ਸਕਦੇ ਹੈਗੇ ਹੋ ਸਵੇਰੇ ਸ਼ਾਮ, ਡਿਪੈਂਡਿੰਗ ਔਨ ਕਿ ਇਹਨਾਂ ਦੀ ਸਿਹਤ ਕਿਸ ਤਰੀਕੇ ਦੀ ਹੈ। ਪਰ ਗਲੋ ਤੋਂ ਪਹਿਲਾਂ ਤੁਸੀਂ ਇਹ ਆਪਣਾ ਫਾਈਂਡ ਆਊਟ ਕਰੋ ਕਿ ਤੁਹਾਡੇ ਸ਼ੂਗਰ ਦੇ ਲੈਵਲ ਕੀ ਆ, ਕਿਉਂਕਿ ਜੇ ਲੈਵਲ ਹੀ ਹਾਈ ਹੈਗੇ ਆ ਤੇ ਫਿਰ ਉਹਦੇ ਕੇਸ ਦੇ ਵਿੱਚ ਫਿਰ ਉਹ ਘਟਾਉਣੇ ਪੈਂਦੇ ਹੁੰਦੇ ਆ, ਨਹੀਂ ਤੇ ਉਹ ਵੀ ਗਲੋ ਨੇ ਫਿਰ ਵਰਕ ਨਹੀਂ ਕਰਨਾ ਹੁੰਦਾ। ਸੋ ਐਵਰੇਜਲੀ ਖਾਲੀ ਪੇਟ ਜਿਹੜੀ ਫਾਸਟਿੰਗ ਸ਼ੂਗਰ ਹੈ ਇਹਨਾਂ ਦੀ 6 ਦੇ ਗੇੜ ਦੇ ਵਿੱਚ ਜਿਹੜੀ ਉਹ ਰਹਿਣੀ ਚਾਹੀਦੀ ਹੈ ਤੇ ਰੋਟੀ ਖਾਣ ਤੋਂ 2 ਘੰਟੇ ਬਾਅਦ ਜਿਹੜੀ ਆ 10 ਤੋਂ ਥੱਲੇ ਜਿਹੜੀ ਉਹ ਰਹਿਣੀ ਚਾਹੀਦੀ ਹੈ। ਸੋ ਜੇ ਇਹਨਾਂ ਦੀ ਇਸ ਹਿਸਾਬ ਦੇ ਨਾਲ ਜਿਹੜੀ ਆ ਉਹ ਸ਼ੂਗਰ ਇਸ ਲੈਵਲਸ ਦੇ ਵਿੱਚ ਰਹਿ ਰਹੀ ਹੈ ਤੇ ਦੈਨ ਫਿਰ ਗਲੋਏ ਜਿਹੜੀ ਹੈਗੀ ਆ ਉਹ ਦਿੱਤੀ ਜਾ ਸਕਦੀ ਹੈ। ਗਲੋਏ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਵਰਕ ਕਰਦੀ ਹੈ, ਉਹਦੇ ਨਾਲ ਸਰੀਰ ਦੇ ਵਿੱਚ ਤਾਕਤ ਆਏਗੀ। ਜਿਹੜੇ ਦੱਸ ਰਹੇ ਆ ਕਿ ਕਮਜ਼ੋਰੀ ਆ ਰਹੀ ਹੈਗੀ ਆ ਉਹਦੇ ਵਾਸਤੇ ਵੀ ਜਿਹੜਾ ਉਹ ਠੀਕ ਹੋਣਗੇ। 905
874 3333 905 874 3333 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅੱਜ ਥੋੜੀ ਜਿਹੀ ਰੀਲ ਸਟੇਟ ਦੀ ਗੱਲਬਾਤ ਮੈਂ ਥੋੜੀ ਜਿਹੀ ਪਹਿਲਾਂ ਕਰਨ ਜਾ ਰਿਹਾ ਕਿਉਂਕਿ ਬਰਲਿੰਗਟਨ ਦੇ ਵਿੱਚ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਆਇਆ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ, ਗ੍ਰੈਬ ਕਰਨਾ ਚਾਹੁੰਦੇ ਹੋ, ਸਾਡੇ ਕੋਲ ਇੱਕ ਵੀਕ ਵਾਸਤੇ ਸਪੈਸ਼ਲ ਆਇਆ ਹੈ। ਇਸ ਨੂੰ ਤੁਸੀਂ ਬੁੱਕ ਕਰਾਉਣ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 647 281 4857। ਇਹ ਟੂ ਟਾਵਰ ਬਣਨੇ ਨੇ 16 ਸਟੋਰੀ ਦੇ। ਇਹਦੇ ਵਿੱਚ ਤੁਸੀਂ 2 ਬੈਡਰੂਮ ਦੇ ਕੋਂਡੋ ਲੈਣੇ ਚਾਹੁੰਦੇ ਹੋ ਜਿਹੜੇ ਕਿ 446 ਸਕੁਅਰ ਫੁੱਟ ਤੋਂ ਲੈ ਕੇ 1163 ਸਕੁਅਰ ਫੁੱਟ ਤੱਕ ਦੇ ਹੋਣਗੇ। ਇਹਦਾ ਪੇਮੈਂਟ ਪੈਕੇਜ ਕਿਹੋ ਜਿਹਾ ਹੈ ਉਹਦੀ ਗੱਲਬਾਤ ਕਰਨੀ ਚਾਹੁੰਦੇ ਹੋ, ਜਾਂ ਫਿਰ ਤੁਸੀਂ ਇਸ ਦੇ ਵਿੱਚ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਕੀ ਹੈ, ਕਦੋਂ ਤੱਕ ਦੀ ਕਲੋਜ਼ਿੰਗ ਹੈ, ਕੀ ਹੋ ਸਕਦਾ, ਤੁਸੀਂ ਆਪਣਾ ਈਮੇਲ ਤੇ ਟੈਕਸਟ ਮੈਸੇਜ ਮੈਨੂੰ ਕਰ ਦਿਓ ਤੇ ਤਾਂ ਜੋ ਜਲਦੀ ਤੋਂ ਜਲਦੀ ਮੈਂ ਤੁਹਾਨੂੰ ਭੇਜ ਸਕਾਂ। ਬਰਲਿੰਗਟਨ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਜਿਹਦੇ ਵਿੱਚ ਇਹ ਕੋਂਡੋ ਆ ਰਹੀਆਂ ਨੇ ਤੇ ਇਹਦੇ ਵਾਸਤੇ ਫ੍ਰੀ ਪਾਰਕਿੰਗ ਤੁਹਾਨੂੰ ਮਿਲਣੀ ਆ। ਇਹਦੇ ਨਾਲ 1 ਈਅਰ ਦੀ ਮੇਨਟੇਨੈਂਸ ਫੀਸ ਵੀ ਤੁਹਾਨੂੰ ਫ੍ਰੀ ਮਿਲਣੀ ਆ ਤੇ ਇਹਦੇ ਨਾਲ ਫ੍ਰੀ ਅਸਾਈਨਮੈਂਟ ਕਲੌਜ਼ ਆ। ਇਹ ਜੇਕਰ ਤੁਸੀਂ ਲੈਣੀਆਂ ਚਾਹੁੰਦੇ ਫ੍ਰੀ ਅਸਾਈਨਮੈਂਟ ਕਲੌਜ਼ ਭਾਵ ਤੁਸੀਂ ਇਸ ਨੂੰ ਕਲੋਜ਼ ਹੋਣ ਤੋਂ ਪਹਿਲਾਂ ਵੇਚ ਸਕਦੇ ਹੋ, ਜਾਂ ਫਿਰ ਇਹਨੂੰ ਰੈਂਟ ਤੇ ਚਾੜਨਾ ਚਾਹੁੰਦੇ ਹੋ ਓਕੂਪੈਂਸੀ ਤੋਂ ਪਹਿਲਾਂ ਵੀ ਤੁਸੀਂ ਚਾੜ ਸਕਦੇ। ਜੇਕਰ ਤੁਸੀਂ ਆਪ ਉੱਥੇ ਨਹੀਂ ਜਾਣਾ ਉਸ ਤੋਂ ਪਹਿਲਾਂ ਵੀ ਇਸ ਨੂੰ ਰੈਂਟ ਤੇ ਚਾੜ ਸਕਦੇ ਹੋ। ਇਹਦੇ ਉੱਤੇ ਕੈਪ ਚਾਰਜ ਜਿਹੜਾ ਹੈਗਾ 10 ਤੋਂ 12,000 ਜੋ ਵੀ ਆ ਇਹ ਜੋ ਲੱਗੇਗਾ ਇਸ ਤੋਂ ਓਵਰ ਨਹੀਂ ਜਾਵੇਗਾ। ਉਹ ਸਾਰਾ ਕੁਝ ਸਾਨੂੰ ਲੈ ਕੇ ਦਿੱਤਾ ਜਾਵੇਗਾ। ਪੇਮੈਂਟ ਕਿਵੇਂ ਕਰਨੀ ਆ, ਅਸਾਈਨਮੈਂਟ ਤੇ ਤੁਸੀਂ 5,000 ਦੇਣਾ, ਉਸ ਤੋਂ ਬਾਅਦ ਬਾਕੀ ਦਾ ਪੈਕੇਜ ਕਦੋਂ ਹੈ, ਕਦੋਂ ਤਿਆਰ ਹੋਣਾ, ਕਾਫੀ ਲੰਬੀ ਚੌੜੀ ਡਿਟੇਲ ਹੈ। ਇਹਨੂੰ ਜਾਣਨ ਵਾਸਤੇ ਤੁਸੀਂ ਆਪਣਾ ਮੈਨੂੰ ਈਮੇਲ ਸੈਂਡ ਕਰ ਦਿਓ ਤਾਂ ਜੋ ਮੈਂ ਤੁਹਾਨੂੰ ਪੂਰੇ ਦਾ ਪੂਰਾ ਪੈਕੇਜ ਭੇਜ ਸਕਾਂ। ਫਸਟ ਕਮ ਫਸਟ ਸਰਵ ਵਾਲੀ ਗੱਲਬਾਤ ਹੈਗੀ ਆ। ਬਹੁਤ ਹੀ ਢੁਕਵੀਂ ਲੋਕੇਸ਼ਨ ਦੇ ਉੱਤੇ ਜੇਕਰ ਤੁਸੀਂ ਇਹ ਲੈਣੇ ਚਾਹੁੰਦੇ ਹੋ ਤੇ ਡੈਫੀਨੇਟਲੀ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 647 281 4857 ਤੇ ਗੱਲਬਾਤ ਕੀਤੀ ਜਾ ਸਕਦੀ। 6472814857। ਇਹ ਜਿਹੜੇ 2 ਸਟੋਰੀ ਜਿਹੜੇ ਬਣਦੇ ਆ ਬਰਲਿੰਗਟਨ ਦੇ ਵਿੱਚ ਐਪਲਬੀ ਲਾਈਨ ਅਤੇ ਡੰਡਾਸ ਦੇ ਏਰੀਆ ਦੇ ਵਿੱਚ ਉੱਥੇ ਬਣ ਜਾ ਰਹੇ ਵਾਲਮਾਰਟ, ਇਸ ਤਰ੍ਹਾਂ ਵੱਡੇ ਹੋਰ ਸਟੋਰ ਜਿੱਥੇ ਲਾਗੇ ਨੇ। ਏਰੀਆ ਬੜਾ ਖੂਬਸੂਰਤ ਹੈ। ਅਗੇਨ ਇਹ 2 ਬੈਡਰੂਮ ਪਲੱਸ ਦੈਨ 2 ਬੈਡਰੂਮ ਤੁਸੀਂ ਇਹ ਕੋਂਡੋ ਕੋਈ ਵੀ ਪ੍ਰੋਜੈਕਟ ਲੈਣਾ ਚਾਹੁੰਦੇ ਹੋ 647 281 4857 ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਬਹੁਤ ਸਾਰੀਆਂ ਪ੍ਰਾਪਰਟੀਆਂ ਹੁੰਦੀਆਂ ਜਿਨ੍ਹਾਂ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ। ਮਿਸਿਸਾਗਾ ਦੇ ਵਿੱਚ ਸਾਡੇ ਕੋਲ 4 ਏਕੜ ਦੇ ਕਰੀਬ ਕਮਰਸ਼ੀਅਲ ਲੈਂਡ ਹੈ ਜਿਹਦੇ ਵਿੱਚ ਕਾਫੀ ਕੁਝ ਚੱਲ ਰਿਹਾ, ਜਾਂ ਕਹਿ ਲਓ ਵੀ ਰੈਂਟ ਤੇ ਚੜੀ ਚੜਾਈਏ ਇਹ ਚੀਜ਼ ਲੈਣੀ ਚਾਹੁੰਦੇ ਹੋ ਤੇ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ। 647 281 4857 ਫੁੱਲ ਟਾਈਮ ਰੈਲਟਰ ਤੁਹਾਡੀ ਸੇਵਾ ਵਿੱਚ ਹਾਜ਼ਰ ਐਜ਼ ਏ ਰੀਅਲ ਏਸਟੇਟ ਬ੍ਰੋਕਰ ਦੇ ਤੌਰ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ। ਜਦ ਤੱਕ ਸਾਡੇ ਸਵਾਲ ਚੱਲਣਗੇ ਤੁਹਾਡਾ ਅਸੀਂ ਪੂਰੇ ਦਾ ਪੂਰਾ ਸਾਥ ਦੇਵਾਂਗੇ। ਜਿਸ ਵੇਲੇ ਮਰਜ਼ੀ ਤੁਸੀਂ ਸਾਨੂੰ ਜਗਾ ਸਕਦੇ ਹੋ, ਸਾਡੇ ਕੋਲ ਕੁਐਸਚਨ ਪਤਾ ਕਰ ਸਕਦੇ ਹੋ। ਤੁਹਾਡੇ ਕੁਐਸਚਨਾਂ ਦੇ ਸਾਰਿਆਂ ਦੇ ਜਵਾਬ ਅਸੀਂ ਹਰ ਵਕਤ ਦੇਵਾਂਗੇ ਜੇ ਇਸ ਰੀਅਲ ਏਸਟੇਟ ਦੇ ਰਿਲੇਟਡ ਸਾਡੇ ਕੰਮ ਦੇ ਕੋਈ ਹੋਏ ਤੇ ਜ਼ਰੂਰ। 647 281 4857 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰੂਬਲ ਸਾਹਿਬ ਵਾਪਸ ਤੁਹਾਡੇ ਵੱਲ ਨੂੰ ਆਉਂਦੇ ਆ ਤੇ ਜੇਕਰ ਤੁਹਾਡੀ ਸਿਹਤ ਚੰਗੀ ਆ ਤਾਂ ਤੁਸੀਂ ਇਨਵੈਸਟਮੈਂਟ ਵੀ ਚੰਗੇ ਤਰੀਕੇ ਨਾਲ ਕਰ ਸਕਦੇ ਹੋ, ਸੋਚ ਸਕਦੇ ਹੋ ਤੇ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਤੇ ਕੁਐਸਚਨ ਵੀ ਸਾਡੇ ਕੋਲ ਇੱਕ ਆਇਆ ਸੀ ਕਿ ਜਿਹੜੀ ਤੁਸੀਂ ਪਹਿਲਾਂ ਅਰਜਨ ਸ਼ਾਲ ਦੀ ਕਹਿੰਦੇ ਗੱਲਬਾਤ ਕੀਤੀ ਹੈ ਕਿ ਅਰਜਨ ਸ਼ਾਲ ਕਿਸੇ ਵੀ ਉਮਰ ਵਿੱਚ ਲਈ ਜਾ ਸਕਦੀ ਹੈ, ਕਿੰਨੀ ਲਈ ਜਾ ਸਕਦੀ ਹੈ, ਕਦੋਂ ਛੱਡੀ ਜਾ ਸਕਦੀ ਹੈ, ਕਿ ਬਜ਼ੁਰਗਾਂ ਤੇ ਬੱਚਿਆਂ ਦੇ ਨੂੰ ਵੀ ਦਿੱਤੀ ਜਾ ਸਕਦੀ ਹੈ ਜੀ? ਹਾਂਜੀ ਬਿਲਕੁਲ ਜੀ। ਜਿਹੜੀ ਅਰਜਨ ਹੈਗੀ ਆ, ਅਰਜਨ ਸ਼ਾਲ ਹੈ, ਉਹ ਕਿਸੇ ਵੀ ਉਮਰ ਦੇ ਵਾਸਤੇ ਜਿਹੜੀ ਉਹ ਵਧੀਆ ਹੈਗੀ ਆ। ਸੇਫਟੀ ਪ੍ਰੀਕਾਸ਼ਨਸ ਦੇ ਕਰਕੇ ਅਸੀਂ ਕਹੀਦਾ ਹੈ ਕਿ ਜੇ ਤੁਸੀਂ ਪ੍ਰੈਗਨੈਂਟ ਹੈਗੇ ਹੋ, ਲੇਡੀ ਹੈਗੇ ਹੋ, ਉਸ ਕੇਸ ਦੇ ਵਿੱਚ ਜਿਹੜਾ ਤੁਸੀਂ ਇਹਨਾਂ ਨੂੰ ਅਵੋਇਡ ਕਰਨਾ ਹੁੰਦਾ ਹੈਗਾ। ਭਾਵੇਂ ਕਿ ਕੋਈ ਸਾਇੰਟੀਫਿਕ ਐਡੀ ਕੋਈ ਚੀਜ਼ ਹੈ ਨਹੀਂ, ਪਰ ਫਿਰ ਵੀ ਪ੍ਰੀਕਾਸ਼ਨਸ ਦੇ ਤੌਰ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਜੇ ਪ੍ਰੈਗਨੈਂਟ ਹੋ ਤੁਸੀਂ ਤਾਂ ਫਿਰ ਜਿਹੜੀ ਆ ਉਹ ਤੁਸੀਂ ਜਿਹੜੀ ਆ ਇਹੋ ਜਿਹੀ ਚੀਜ਼ ਜਿਹੜੀ ਆ ਉਹ ਤੋਂ ਗਰੇਜ਼ ਕਰੋ ਅਰਜਨਾ ਤੋਂ, ਜਾਂ ਹੋਰ ਵੀ ਕਈ ਘਰੇਲੂ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਅਸੀਂ ਲੈਂਦੇ ਹੈਗੇ ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ। ਅਦਰਵਾਈਜ਼ ਜਿਹੜਾ ਹੈ ਉਹ ਕਿਸੇ ਵੀ ਏਜ ਦੇ ਵਿੱਚ ਤੁਸੀਂ ਅਰਜਨਾ ਜਿਹੜੀ ਉਹ ਲੈ ਸਕਦੇ ਹੈਗੇ। ਉਹਦੇ ਚਾਹ ਬਣਾਉਣ ਵਾਸਤੇ ਅਬਾਊਟ ਅਰਜਨਾ ਜਿਹੜੀ ਸ਼ਾਲ ਹੈ ਉਹ 1 ਚਮਚਾ ਜਿਹੜੀ ਆ ਉਹ 1 ਕੱਪ ਵਾਸਤੇ ਇਨਫ ਹੁੰਦੀ ਹੈਗੀ ਆ। ਅਤੇ ਫਿਰ ਜਿੰਨੇ ਵੀ ਕੱਪ ਤੁਸੀਂ ਚਾਹ ਬਣਾਉਣੀ ਹੈਗੀ ਆ, ਪੱਤੀ ਦੀ ਥਾਂ ਦੇ ਉੱਤੇ ਉਹਨੂੰ ਤੁਸੀਂ ਉਬਾਲਣਾ ਹੁੰਦਾ ਪੱਤੀ ਦੀ ਤਰ੍ਹਾਂ ਸਿੰਪਲ। ਅਤੇ ਉਹਦੇ ਵਿੱਚ ਜਿਹੜੇ ਹੁਣ ਜਿਹਨਾਂ ਨੂੰ ਉੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ ਹੈ, ਸਿਰਫ ਵੈਸੇ ਅਰਜਨਾ, ਤਾਂ ਉਹਦੇ ਵਿੱਚ ਤੁਸੀਂ ਆਪਣਾ ਜੇ ਦੁੱਧ ਪਾਉਂਦੇ ਹੋ, ਤੁਸੀਂ ਆਪਣੀ ਮਿੱਠਾ ਪਾ ਰਹੇ ਹੈਗੇ, ਤੁਸੀਂ ਸਭ ਕੁਝ ਕਰ ਸਕਦੇ ਹੋ ਉਹਦੇ ਵਿੱਚ। ਤੁਹਾਨੂੰ ਜੇ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ, ਸਿਰਫ ਤੁਸੀਂ
ਪੱਤੀ ਨੂੰ ਜਿਹੜਾ ਸਬਸਟੀਟਿਊਟ ਕਰ ਰਹੇ ਹੈਗੇ ਹੋ। ਪੱਤੀ ਛੱਡਣ ਦੇ ਨਾਲ ਤੁਸੀਂ ਦੇਖਿਓ ਕਿ ਕਿੰਨੇ ਕੁ ਫਾਇਦੇ ਜਿਹੜੇ ਉਹ ਤੁਹਾਨੂੰ ਹੋਣੇ ਹੈਗੇ ਆ, ਕਿਉਂਕਿ ਅਰਜਨਾ ਛਾਲ ਜਿਹੜੀ ਹੈ ਇਹ ਪੱਤੀ ਵਾਂਗੂ ਹੀ ਮਤਲਬ ਵਰਕ ਕਰਦੀ ਹੈ। ਉਹਦਾ ਨਾਟ ਓਨਲੀ ਰੰਗ ਜਾਂ ਕਲਰ ਜਿਹੜਾ ਆ ਉਹ ਪੱਤੀ ਵਾਂਗੂ ਹੈ, ਮਤਲਬ ਉਹਦੀਆਂ ਪ੍ਰੋਪਰਟੀਜ਼ ਵੀ ਮਤਲਬ ਪੱਤੀ ਵਾਂਗੂ ਹੀ ਆ। ਮਤਲਬ ਉਹਨੇ ਜਿੱਦਾਂ ਆਪਾਂ ਕਹਿੰਦੇ ਨਾ ਵੀ ਚਾਹ ਜਿੰਨਾ ਚੱਕਰ ਕਹਿੰਦੇ ਵੀ ਮੈਂ ਨਹੀਂ ਪੀਤੀ ਮੇਰੇ ਸਿਰ 'ਚ ਦਰਦ ਹੁੰਦਾ ਹੈ ਨਾ, ਅਤੇ ਉਹ ਕਿਉਂਕਿ ਲੱਗੀ ਹੁੰਦੀ ਹੈ ਸਰੀਰ ਦੇ ਉੱਤੇ, ਉਹਦੇ ਵਿੱਚ ਉਹਦੇ ਆਪਣੇ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਪਰਕ ਕਰਦੀਆਂ ਸਾਨੂੰ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਅਰਜਨਾ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ। ਜੇ ਤੁਸੀਂ ਅਰਜਨਾ ਵੀ ਪੀਣੀ ਸ਼ੁਰੂ ਕਰ ਦਿਓ ਅਤੇ ਤੁਹਾਨੂੰ ਐਗਜ਼ੈਕਟ ਉਸੇ ਤਰੀਕੇ ਦਾ ਹੀ ਮਤਲਬ ਮਹਿਸੂਸ ਹੋਣਾ ਹੈਗਾ ਹੈ ਜਿੱਦਾਂ ਕਿ ਤੁਹਾਨੂੰ ਪੱਤੀ ਦੇ ਵਿੱਚ ਜਿਹੜਾ ਉਹ ਮਹਿਸੂਸ ਹੋ ਰਿਹਾ ਸੀਗਾ। ਮਤਲਬ ਤੁਸੀਂ ਪੀ ਕੇ ਇਹ ਨਹੀਂ ਕਿ ਤੁਹਾਨੂੰ ਇੱਦਾਂ ਲੱਗੇਗਾ ਕਿ ਮੈਂ ਚਾਹ ਛੱਡ ਦਿੱਤੀ ਹੈ ਅਤੇ ਮੇਰਾ ਸਿਰ ਦਰਦ ਕਰ ਰਿਹਾ ਹੈ ਜਾਂ ਕੁਛ ਇੱਦਾਂ ਦਾ ਕੁਛ ਨਹੀਂ ਹੁੰਦਾ। ਸੋ ਇਹ ਇੰਨੀ ਵਧੀਆ ਤੁਹਾਡੇ ਨਸ਼ੇ ਪੱਤੇ ਪੂਰੇ ਰਹਿਣਗੇ, ਅੱਖਾਂ ਪੂਰੀਆਂ ਖੁੱਲੀਆਂ ਰਹਿਣਗੀਆਂ, ਬਿਲਕੁਲ ਸਰੀਰ ਵਿੱਚ ਤੰਦਰੁਸਤੀ ਆਵੇਗੀ, ਗਰਮੀ ਆਵੇਗੀ, ਤੇ ਜਿੱਦਾਂ ਅਰਜਨਾ ਛਾਲ ਇਹਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਜਾਂ ਚਿਹਰੇ ਦੇ ਉੱਤੇ ਗਲੋ ਵੀ ਆਵੇਗਾ। ਤੇ ਚੰਗੀ ਚੀਜ਼ ਹੈ ਕਿ ਅੰਦਰੋਂ ਵੀ ਇਹਨੇ ਸਫਾਈ ਕਰਨੀ ਤੇ ਬਾਹਰੋਂ ਵੀ ਤੁਹਾਡੀ ਚਿਹਰੇ ਦੀ ਸਫਾਈ ਕਰਨੀ। ਹਾਂਜੀ ਬਿਲਕੁਲ। ਅਸੀਂ ਅਰਜਨਾ ਤੇ ਬ੍ਰਹਮੀ ਦੀ ਚਾਹ ਜਿਹੜੀ ਆ ਉਹ ਅਸੀਂ ਜਿਹੜੇ ਛੋਟੇ ਡਿਪਿੰਗ ਪੈਕ ਹੁੰਦੇ ਆ ਉਹ ਅਸੀਂ ਬਣਾਏ ਸੀਗੇ। ਪਰ ਹੁਣ ਉਹ ਕਿਉਂਕਿ ਕੋਵਿਡ ਦੇ ਕਰਕੇ 2 ਸਾਲਾਂ ਤੋਂ ਤਾਂ ਸਪਲਾਈ ਸਾਡੀ ਜਿਹੜੀ ਉਹ ਸਾਰੀ ਉਤਲ ਫੁਤਲ ਹੋ ਗਈ। ਸੋ ਉਹ ਅਸੀਂ ਉਹ ਬਣਾਈ ਸੀ ਔਰ ਬੜੀ ਮੈਂ ਖੁਦ ਉਹਨੂੰ ਘਰੇ ਜਿਹੜੀਆਂ ਉਹ ਇਸਤੇਮਾਲ ਕਰਦਾ ਰਿਹਾ। ਬਹੁਤ ਲੋਕਾਂ ਨੇ ਜਿਹੜਾ ਉਹਦਾ ਫਾਇਦਾ ਚੱਕਿਆ ਉਹ ਅਰਜਨਾ ਅਤੇ ਬ੍ਰਹਮੀ। ਸੋ ਬ੍ਰਹਮੀ ਜਿਹੜੀ ਸੀਗੀ ਉਹ ਅਸੀਂ ਵਿੱਚ ਉਹਦੇ ਨਾਲ ਐਡ ਕਰ ਦਿੱਤੀ ਹਾਫ ਐਂਡ ਹਾਫ, ਕਿਉਂਕਿ ਬ੍ਰਹਮੀ ਜਿਹੜੀ ਉਹ ਵੈਸੇ ਬ੍ਰੇਨ ਨੂੰ ਤਾਕਤ ਦਿੰਦੀ ਹੈ ਅਤੇ ਹੋਰ ਕਈ ਤਰੀਕੇ ਦੇ ਨਾਲ ਮਸਲਸ ਨੂੰ ਰਿਲੈਕਸ ਕਰਦੀ ਹੈ, ਬ੍ਰੇਨ ਦੀ ਸ਼ਕਤੀ ਨੂੰ ਵਧਾਉਂਦੀ ਹੈ, ਯਾਦਾਸ਼ਤ ਸ਼ਕਤੀ ਨੂੰ ਵਧਾਉਂਦੀ ਹੈ, ਡਿਪਰੈਸ਼ਨ ਨੂੰ ਠੀਕ ਕਰਦੀ ਹੈ, ਐਂਗਜ਼ਾਇਟੀ ਨੂੰ ਠੀਕ ਕਰਦੀ ਹੈ, ਅਤੇ ਉਹ ਮਤਲਬ ਓਵਰਆਲ ਬਾਡੀ ਨੂੰ ਸ਼ਾਂਤ ਰੱਖਦੀ ਹੈਗੀ ਹੈ। ਸੋ ਬਾਡੀ ਨੂੰ ਸ਼ਾਂਤ ਵੀ ਰੱਖੇਗੀ ਬ੍ਰਹਮੀ, ਅਤੇ ਬਲੱਡ ਸਰਕੂਲੇਸ਼ਨ ਜਿਹੜਾ ਉਹਨੂੰ ਇੰਪਰੂਵ ਕਰੇਗੀ ਅਰਜਨਾ ਨਾਲ। ਜੇ ਕੋਈ ਕੋਲੈਸਟਰੋਲ ਹੈ ਉਹ ਵੀ ਉਹਨੇ ਠੀਕ ਕਰ ਦੇਣਾ, ਅਤੇ ਚਾਹ ਨਾਲੇ। ਸੋ ਇੰਨੀ ਵਧੀਆ ਉਹ ਬੜਾ ਉਹ ਹਿੱਟ ਫਾਰਮੂਲਾ ਮਤਲਬ ਕਿ ਉਹ ਹੋਇਆ। ਉਹ ਅਜੇ ਤੱਕ ਵੀ ਸਾਨੂੰ ਪੇਸ਼ੈਂਟਸ ਜਿਹੜੇ ਹੈਗੇ ਆ ਉਹ ਬਹੁਤ ਪੁੱਛਦੇ ਆ ਕਿ ਉਹ ਜਿਹੜੀ ਤੁਸੀਂ ਬ੍ਰਹਮੀ ਅਤੇ ਅਰਜਨਾ ਦੀ ਜਿਹੜੀ ਚਾਹ ਸੀ ਉਹ ਕਦੋਂ ਲਿਆ ਰਹੇ ਹੋ। ਸੋ ਅਜੇ ਤੱਕ ਫਲਾਈਟਾਂ ਆਈ ਥਿੰਕ ਅਗਲੇ ਮਹੀਨੇ ਕਹਿ ਰਹੇ ਆ ਕਿ ਚੱਲ ਪੈਣੀਆਂ ਹੈਗੀਆਂ। ਸੋ ਆਉਣੀਆਂ ਸ਼ੁਰੂ ਹੋ ਗਈਆਂ। ਜਿਹੜੀ ਮੇਨ ਚੀਜ਼ ਹੈ ਲੋਕਾਂ ਦੀ ਚਾਹ ਦੀ ਚਾਹਤ ਤਾਂ ਪੂਰੀ ਕਰੋ ਨਾ, ਇਹ ਤਾਂ ਜ਼ਰੂਰ ਤੁਹਾਡੇ ਲਿਆਉਣੀ ਚਾਹੀਦੀ ਜੋ ਵੀ ਹੈ। ਜੀ ਕੋਈ ਨਹੀਂ। ਉਹ ਹੁਣ ਜਿਸ ਹਿਸਾਬ ਦੇ ਨਾਲ ਪ੍ਰਾਇਓਰਟੀ ਦੇ ਬੇਸ ਦੇ ਉੱਤੇ ਜਿਹੜੀਆਂ ਉਹ ਸਾਡੀਆਂ ਦਵਾਈਆਂ ਚੱਲਦੀਆਂ ਹੁੰਦੀਆਂ। ਸੋ ਅਜੇ ਫਿਲਹਾਲ ਉੱਥੇ ਸਾਡੀ ਜਿਹੜੀ ਚਾਹ ਵਾਲੀ ਮਸ਼ੀਨ ਆ ਉਹ ਹੁਣ ਦੇਖਦੇ ਹਾਂ ਉਹਨੂੰ ਤੇ ਕੱਪੜਾ ਕੁਪੜਾ ਮਾਰ ਕੇ ਉਹਨੂੰ ਅਸੀਂ ਉਹਨੂੰ ਠੀਕ ਕਰਦੇ ਆ, ਸਾਫ ਸਫਾਈ ਉਹਦੀ ਕਰਦੇ ਸ਼ੁਰੂ। ਕੁਐਸਚਨ ਰਹਿ ਜਾਣਾ, ਇਹ ਕੁਐਸਚਨ ਵੀ ਜ਼ਰੂਰੀ ਸੀ। 65 ਸਾਲ ਦੇ ਸਾਡੇ ਫੀਮੇਲ ਨੇ ਇਹ ਪਤਾ ਕਰਨਾ ਚਾਹੁੰਦੇ ਕਿ ਗੈਸ ਬਹੁਤ ਜ਼ਿਆਦਾ ਬਣਦੀ ਆ। ਜਿਹੜੀ ਜਵੈਣ ਹੈ ਕਹਿੰਦੇ ਜਵੈਣ ਦਾ ਅੱਧਾ ਚਮਚ ਰਾਤ ਨੂੰ ਗਰਮ ਪਾਣੀ ਵਿੱਚ ਪਾ ਕੇ ਪੀ ਕੇ ਪੀਂਦੀ ਆ, ਪਰ ਫਿਰ ਵੀ ਗੈਸ ਦੀ ਪ੍ਰੋਬਲਮ ਨਹੀਂ ਹੱਲ। ਸੌਰੀ ਕਿੰਨੀ ਉਮਰ ਦੱਸਿਆ ਉਹਨਾਂ ਨੇ? 65 ਸਾਲ ਦੇ ਫੀਮੇਲ। ਹਾਂ ਜੋ ਦੇਖੋ ਇਸ ਉਮਰ ਦੇ ਵਿੱਚ ਜਿਹੜਾ ਹੈਗਾ ਆ ਮੋਸਟਲੀ ਪ੍ਰੋਬਲਮ ਆਉਂਦੀ ਹੁੰਦੀ ਹੈ ਲਿਵਰ ਦੀ। ਸੋ ਇਹਦੇ ਵਿੱਚ ਐਕਚੁਅਲੀ ਦੇਖਣ ਦੀ ਜ਼ਰੂਰਤ ਹੁੰਦੀ ਹੈਗੀ ਹੈ ਕਿ ਲਿਵਰ ਕਿਸ ਤਰੀਕੇ ਦੇ ਨਾਲ ਕੰਮ ਕਰ ਰਿਹਾ, ਕਿਉਂਕਿ ਜੇ ਲਿਵਰ ਫੈਟੀ ਹੈਗਾ ਆ ਜਾਂ ਲਿਵਰ ਦੇ ਡਾਈਜੈਸਟਿਵ ਐਂਜ਼ਾਈਮਸ ਪ੍ਰੋਪਰ ਨਹੀਂ ਬਣ ਰਹੇ ਜਾਂ ਪ੍ਰੋਟੀਨ ਮੈਟਾਬੋਲਿਜ਼ਮ ਇਹਨਾਂ ਦਾ ਪ੍ਰੋਬਲਮ ਵਿੱਚ ਹੈਗਾ ਆ ਜਾਂ ਬਾਇਲ ਐਸਿਡ ਸਿਕ੍ਰੇਸ਼ਨ ਜਿਹੜੀ ਇਹਨਾਂ ਦੀ ਘੱਟ ਹੋ ਰਹੀ ਹੈਗੀ ਹੈ। ਸੋ ਉਹ ਸਾਰੀਆਂ ਮਤਲਬ ਲਿਵਰ ਦੇ ਨਾਲ ਰਿਲੇਟਡ ਹੁੰਦੀਆਂ ਚੀਜ਼ਾਂ। ਐਗਜ਼ੈਕਟ ਚੀਜ਼ਾਂ ਜਿਹੜੀਆਂ ਆਪਾਂ ਦੱਸੀਆਂ ਹੈਗੀਆਂ ਪਹਿਲਾਂ ਵੀ ਇਸ ਅੱਜ ਦੇ ਸ਼ੋਅ ਦੇ ਵਿੱਚ ਕਿ ਸੌਣ ਤੋਂ 4 ਘੰਟੇ ਪਹਿਲਾਂ ਜਿਹੜਾ ਰੋਟੀ ਪਾਣੀ ਤੁਸੀਂ ਖਾਓ ਆਪਣਾ, ਉਹਦੇ ਨਾਲ ਜਿਹੜਾ ਇਹੋ ਠੀਕ ਹੁੰਦਾ ਹੈ। ਅਸੀਂ ਇੱਕ ਕੜੀ ਪੱਤੇ ਦਾ ਜੂਸ ਬਣਾਇਆ, ਉਹਦੇ ਵਿੱਚ ਕੜੀ ਪੱਤਾ, ਜਵੈਨ ਅਤੇ ਪੁਦੀਨਾ 3 ਚੀਜ਼ਾਂ ਦਾ ਸੱਤ ਹੈ। ਇਸ ਟਾਈਮ ਉਹ ਖੈਰ ਆਊਟ ਆਫ ਸਟਾਕ ਹੈਗਾ, ਪਰ ਉਹ ਮਤਲਬ ਬਹੁਤ ਵਧੀਆ ਤਰੀਕੇ ਨਾਲ ਵੇਟ ਨੂੰ ਵੀ ਘਟਾਉਂਦੀ ਹੈਗੀ ਹੈ। ਡਿਊਲ ਪ੍ਰੋਪਰਟੀਜ਼ ਹੈ, ਵੇਟ ਵਧਾਉਂਦੀ ਵੀ ਘਟਾਉਂਦੀ ਵੀ ਹੈ, ਡਿਪੈਂਡਿੰਗ ਔਨ ਤੁਸੀਂ ਉਹਨੂੰ ਕਿੱਦਾਂ ਲੈਂਦੇ ਹੋ। ਸੋ ਉਹ ਵੀ ਜਿਹੜਾ ਬੜਾ ਵਧੀਆ ਤਰੀਕੇ ਨਾਲ ਵਰਕ ਕੀਤਾ ਜਾ ਸਕਦਾ। ਜੇ ਲਿਵਰ ਦੀ ਪ੍ਰੋਬਲਮ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਇੱਟ ਸਿੱਟ ਬੂਟੀ ਜਿਹੜੀ ਆ ਉਹ ਲਈ ਜਾ ਸਕਦੀ ਹੈ ਨਾਲ ਗਲੋਏ ਫਿਰ ਇਹਦੇ ਵਿੱਚ ਜਿਹੜੀ ਉਹ ਕੰਮ ਆਏਗੀ, ਕਿਉਂਕਿ ਗਲੋਏ ਨੇ ਜਿਹੜੀ ਉਹ ਐਂਟੀ ਬੈਕਟੀਰੀਅਲ ਹੈ। ਸੋ ਫਿਰ ਉਹ ਜਿਹੜੀ ਗੱਟ ਫਲੋਰਾ ਦੇ ਵਿੱਚ ਸਾਡਾ ਜਿਹੜਾ ਬੈਡ ਬੈਕਟੀਰੀਆ ਆ ਉਹ ਗਲੋਏ ਨੇ ਖ਼ਤਮ ਕਰ ਦੇਣਾ, ਅਤੇ ਉਹਦੇ ਨਾਲ ਫਿਰ ਉਹ ਗੈਸ ਵਗੈਰਾ ਜਿਹੜੀ ਉਹ ਬਣਦੀ ਨਹੀਂ ਹੈਗੀ। ਪੇਟ ਜ਼ਰੂਰ ਆਪਣਾ ਨਾਲ ਦੇ ਨਾਲ ਸਾਫ਼ ਕਰੋ। ਇਸ ਕੇਸ ਦੇ ਵਿੱਚ ਜਿਹੜਾ ਆ ਤ੍ਰਿਫਲਾ ਜਿਹੜਾ ਆ ਰਾਤ ਨੂੰ ਸੌਣ ਲੱਗਿਆ ਅੱਧਾ ਕੁ ਚਮਚਾ ਜਿਹੜਾ ਉਹ ਨਾਲ ਲਵੋ,
ਪੇਟ ਤੁਹਾਡਾ ਜਿਹੜਾ ਸਾਫ਼ ਹੋਣਾ ਚਾਹੀਦਾ ਹੈਗਾ। ਬਹੁਤੇ ਲੋਕੀ ਸਮਝਦੇ ਆ ਕਿ ਪੇਟ ਉਹਨਾਂ ਦਾ ਸਾਫ਼ ਹੁੰਦਾ ਆ, ਸਵੇਰੇ ਉੱਠਦੇ ਆ, ਮੈਂ ਇੱਕੋ ਵਾਰੀ ਟਾਇਲਟ ਜਾ ਰਹੀ ਹਾਂ। ਬੜੀ ਵਾਰੀ ਅਸੀਂ ਕਿਹਾ ਕਿ ਇੱਕ ਵਾਰੀ ਟਾਇਲਟ ਜਾਣਾ ਜਿਹੜਾ ਆ ਉਹ ਨਹੀਂ ਚੰਗਾ, ਉਹਦੇ ਨਾਲ ਤੁਹਾਨੂੰ ਪ੍ਰੋਬਲਮਸ ਆਉਣੀਆਂ ਹੀ ਆ। 1 2 3 ਵਾਰੀ ਜੇ ਤੁਸੀਂ ਟਾਇਲਟ ਜਾਂਦੇ ਹੈਗੇ ਹੋ, ਉਹ ਤੁਹਾਡਾ ਵਧੀਆ ਆਰਾਮ ਨਾਲ ਦੇ ਨਾਲ ਤੁਸੀਂ ਪੇਟ ਆਪਣਾ ਸਾਫ਼ ਕਰ ਰਹੇ ਹੈਗੇ ਹੋ। ਸੋ ਉਹ ਬਹੁਤ ਜ਼ਰੂਰੀ ਆ। ਉਹਦੇ ਵਾਸਤੇ ਤੁਸੀਂ ਤ੍ਰਿਫਲਾ, ਹਰੜ, ਬਹੇੜੇ ਅਤੇ ਆਮਲੇ ਦਾ ਪਾਊਡਰ ਜਿਹੜਾ ਹੈਗਾ ਆ, ਉਹ ਤੁਸੀਂ ਅੱਧਾ ਕੁ ਚਮਚਾ ਜਿਹੜਾ ਰਾਤ ਨੂੰ ਸੌਣ ਲੱਗਿਆ ਲਵੋ ਇਸ ਕੇਸ ਦੇ ਵਿੱਚ, ਅਤੇ ਉਹਦੇ ਨਾਲ ਜਿਹੜੀ ਆ ਤੁਸੀਂ ਦੇਖੋਗੇ ਕਿ ਬੜੀ ਜਲਦੀ ਇਹ ਚੀਜ਼ਾਂ ਜਿਹੜੀਆਂ ਤੋਂ ਤੁਹਾਨੂੰ ਨਿਜਾਤ ਜਿਹੜੀ ਉਹ ਮਿਲਣੀ ਸ਼ੁਰੂ ਹੋ ਜਾਏਗੀ। ਜੀ ਸਰ ਜੀ, ਸਮਾਂ ਆਪਣਾ ਸਮਾਪਤ ਹੋ ਚੁੱਕਾ। ਇੱਕ ਵਾਰੀ ਆਪਣੀ ਜ਼ਬਾਨੀ ਆਪਣਾ ਫੋਨ ਨੰਬਰ ਤੇ ਟਾਈਮਿੰਗ ਹੈ ਪਰ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਦਿਓ ਤੇ ਅਗਲੇ ਹਫ਼ਤੇ ਫਿਰ ਗੱਲ ਕਰਾਂਗੇ। ਬਿਲਕੁਲ ਗੁਰਪਾਲ ਜੀ, ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦੇ ਵਾਸਤੇ। ਔਰ ਬਹੁਤ ਲੋਕ ਜਿਹੜੇ ਆ ਸਾਡੇ ਔਨਲਾਈਨ ਇਸ ਪ੍ਰੋਗਰਾਮ ਨੂੰ ਸੁਣਦੇ ਹੈਗੇ ਆ, ਸ਼ਿਰਕਤ ਕਰਦੇ ਆ, ਸੋ ਬਹੁਤ ਬਹੁਤ ਸ਼ੁਕਰੀਆ। ਸਾਡੀ ਕਲੀਨਿਕ ਦਾ ਨੰਬਰ ਹੈ 905 874 3333, 9058743333। ਇੱਥੇ ਮੈਂ ਥੋੜ੍ਹੀ ਜਿਹੀ ਕਰੈਕਸ਼ਨ ਕਰਾਂਗਾ ਗੁਰਪਾਲ ਜੀ, ਤੁਸੀਂ ਦੱਸਿਆ ਕਿ ਜਿਹੜੀ ਰੀਅਲ ਸਟੇਟ ਦੇ ਨਾਲ ਰਿਲੇਟਡ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਮੈਂ ਕਹਿੰਦਾ ਕਿ ਗੁਰਪਾਲ ਜੀ ਇੰਨੇ ਕੁ ਵਧੀਆ ਇਨਸਾਨ ਆ। ਵੈਸੇ ਹੀ ਜੇ ਤੁਹਾਨੂੰ ਕੋਈ ਗੱਲਬਾਤ ਕੋਈ ਵੈਸੇ ਹੀ ਕਰਨੀ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ 647 281 48 57 ਆਪਣੇ ਫ਼ੋਨ ਦੇ ਵਿੱਚ ਸੇਵ ਕਰ ਲਓ। ਵੈਸੇ ਹੀ ਤੁਸੀਂ ਇਹਨਾਂ ਨਾਲ ਗੱਲ ਕਰੋਗੇ ਤਾਂ ਬੜਾ ਚੰਗਾ ਲੱਗੇਗਾ। ਕੋਈ ਜ਼ਰੂਰੀ ਨਹੀਂ ਕਿ ਕੱਲੀ ਰੀਅਲ ਸਟੇਟ ਅਤੇ ਤਾਂ ਹੀ ਤੁਸੀਂ ਇਹਨਾਂ ਨੂੰ ਫੋਨ ਕਰਨਾ, ਤੁਸੀਂ ਅਦਰਵਾਈਜ਼ ਐਪਰੀਸ਼ੀਏਟ ਤੁਹਾਡਾ, ਕਿਉਂਕਿ ਜਦੋਂ ਨਾ ਤੁਸੀਂ, ਮੈਂ ਗੱਲਬਾਤ ਕਰਦਾ, ਜਦੋਂ ਤੁਸੀਂ ਸ਼ੀਸ਼ਾ ਦੇਖਦੇ ਆ, ਆਪਣੇ ਆਪ ਨੂੰ ਤੱਕਦੇ ਤੇ ਆਪਣੇ ਆਪ ਨੂੰ ਉੱਤੇ ਆਪਣੇ ਨਾਲ ਹੀ ਗੱਲਬਾਤ ਬੰਦਾ ਕਰਕੇ ਦੇਖੇ ਵਾਕਿਆ ਕਿ ਮੈਂ ਸਹੀ ਆ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾ ਰਿਹਾ ਜਾਂ ਨਹੀਂ ਨਿਭਾ ਰਿਹਾ। ਇਸੇ ਕਰਕੇ ਅਸੀਂ ਗਰੰਟੀ ਇਸ ਚੀਜ਼ ਦੀ ਕਰਦੇ ਕਿ ਹੋਲ ਲਾਈਫ ਜਿੰਨੀ ਦੀ ਤੁਹਾਡੀ ਹੈ ਸਾਡੀ ਆ, ਤੁਸੀਂ ਗੱਲਬਾਤ ਕਰੋ, ਕਦੀ ਵੀ ਤੁਹਾਨੂੰ ਉਹਦੇ ਵਿੱਚ ਬਨੌਟੀਪਨ ਮਹਿਸੂਸ ਨਹੀਂ ਹੋਵੇਗਾ। ਡੀਲ ਬਣੇ ਚਾਹੇ ਨਾ ਬਣੇ, ਉਹਦੀ ਮੈਨੂੰ ਕੋਈ ਪ੍ਰੋਬਲਮ ਨਹੀਂ, ਲੇਕਿਨ ਜਿਹੜੇ ਰਿਸ਼ਤੇ ਸਾਡੇ ਪਿਆਰ ਦੇ ਇੱਕ ਦੂਜੇ ਪ੍ਰਤੀ ਹੈ ਨਾ, ਇਹ ਨਹੀਂ ਟੁੱਟਣੇ ਚਾਹੀਦੇ, ਇਹਨਾਂ ਵਿੱਚ ਕਦੀ ਫਿੱਕ ਨਹੀਂ ਪੈਣਾ ਚਾਹੀਦਾ। ਉਹਦੇ ਵਾਸਤੇ ਮੈਂ ਹਮੇਸ਼ਾ ਤਿਆਰ ਹਾਂ ਹਰ ਇੱਕ ਲਈ। ਜੀ ਬਿਲਕੁਲ ਜੀ, ਬਹੁਤ 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 ਸ਼ੁਕਰੀਆ ਗੁਰਪਾਲ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਹੀ ਅਸੀਂ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਰੂਬਲ ਸਾਹਿਬ।